ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਮੇਰੀ ਵੀਡੀਓ ਰਿਪੋਰਟ ਪੇਸ਼ रहेगी ਪੁਲਿਸ ਵੱਲੋਂ ਜੋ ਅੱਤਵਾਦ ਨੂੰ ਰੋਕਣ ਦੇ ਨਾਮ ਹੇਠ ਜੋ ਫਰਜ਼ੀ ਇਨਕਾਊਂਟਰਾਂ ਦਾ ਇੱਕ ਗੰਦਾ ਖੇਡ ਖੇਡਿਆ ਗਿਆ ਔਰ ਉਹਨਾਂ ਇਨਕਾਊਂਟਰਸ ਦੀ ਇਨਸਾਫ ਦੀ ਪੂਰੀ ਲੜਾਈ ਨੂੰ ਜਦੋਂ ਆਪਾਂ ਦੇਖਦੇ ਹਾਂ ਉਹਦੇ ਤੇ ਅੱਜ ਦੀ ਮੇਰੀ ਵੀਡੀਓ ਰਹੇਗੀ। ਦੇਸ਼ ਭਰ ਦੇ ਵਿੱਚ ਇਹ ਟ੍ਰੈਂਡ ਪਹਿਲਾਂ ਵੀ ਚੱਲਦਾ ਰਿਹਾ। 1984 ਦਾ 1990 ਤੋਂ ਪਹਿਲਾਂ ਵੀ ਚੱਲਦੇ ਰਹੇ ਆ। ਸਪੋਰੈਡਿਕ ਇਨਸੀਡੈਂਟਸ ਹੁੰਦੇ ਸੀ, ਪਰ ਜਦੋਂ ਸਿੱਖ ਕਮਿਊਨਿਟੀ ਦੀ ਗੱਲ ਆਉਂਦੀ ਆ ਤਾਂ ਇੱਥੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਪੰਜਾਬ ਦੇ ਵਿੱਚ ਵੀ ਔਰ ਪੰਜਾਬ ਤੋਂ ਬਾਹਰ ਵੀ ਟਾਰਗੇਟ ਕਰਕੇ, ਸ਼ਨਾਖਤ ਕਰਕੇ, ਦਸਤਾਰ ਤੋਂ, ਦਾੜੀਆਂ ਤੋਂ ਫਿਰ ਜਿਹੜੇ ਫਰਜ਼ੀ ਇਨਕਾਊਂਟਰ ਕੀਤੇ ਗਏ ਉਹ ਹੋਰ ਵੀ ਜ਼ਿਆਦਾ ਹੀਨੀਅਸ ਕ੍ਰਾਈਮ ਨੇ ਆਪਣੇ ਆਪ ਦੇ ਵਿੱਚ, ਉਹ ਵੀ ਵਰਦੀਧਾਰੀਆਂ ਵੱਲੋਂ। ਬਿਲਕਿਸ ਬਾਨੋ ਦਾ ਵੀ ਕੇਸ ਇੱਕ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ। ਦੁਨੀਆ ਦੇ ਵਿੱਚ ਆਪਾਂ ਇੰਡੀਆ ਦੇ ਵਿੱਚ ਜੇਕਰ ਆਪਾਂ ਟ੍ਰੈਂਡ ਦੇਖਣਾ ਹੋਵੇ ਕਿ ਕਿਵੇਂ ਇੱਕ ਕਮਿਊਨਿਟੀ ਨੂੰ ਇਨਸਾਫ ਦੀ ਲੜਾਈ ਜਿਹੜੀ ਆ ਕਿੱਡੀ ਵੱਡੀ ਲੜਨੀ ਪੈਂਦੀ ਔਰ ਉਸ ਤੋਂ ਬਾਅਦ ਵੀ ਜਾਂ ਤਾਂ ਡਿਲੇਡ ਜਸਟਿਸ ਮਿਲਦੀ ਆ ਜਾਂ ਡਿਲੂਟਡ ਜਸਟਿਸ ਮਿਲਦੀ ਆ। ਆਪਣੇ ਸਾਹਮਣੇ ਇਸ ਸਾਲ ਦੇ ਵਿੱਚ ਦੋ ਐਗਜ਼ਾਮਪਲਸ ਨੇ ਜਿਹਦੇ ਵਿੱਚ ਫਰਜ਼ੀ ਇਨਕਾਊਂਟਰ ਜੋ ਪੁਲਿਸ ਵੱਲੋਂ ਕੀਤੇ ਗਏ ਉਹਨਾਂ ਦੀਆਂ ਸਜ਼ਾਵਾਂ ਆਪਣੇ ਸਾਹਮਣੇ ਆਈਆਂ ਨੇ। ਇੱਕ ਹੈਗਾ ਸਭ ਤੋਂ ਪਹਿਲਾਂ ਉੱਭੋਕੇ ਦਾ, ਜਿਹੜਾ 1993 ਦੇ ਵਿੱਚ 26 ਸਾਲਾ ਹਰਬੰਸ ਸਿੰਘ ਨੂੰ ਪੁਲਿਸ ਵੱਲੋਂ ਫਰਜ਼ੀ ਇਨਕਾਊਂਟਰ ਕਰ ਦਿੱਤਾ ਗਿਆ ਸੀ, ਮਾਰ ਦਿੱਤਾ ਗਿਆ ਸੀ। ਉਹਦਾ ਜਿਹੜਾ ਇਨਸਾਫ 30 ਸਾਲਾਂ ਬਾਅਦ ਸਾਲ 2022 ਦੇ ਵਿੱਚ ਮਿਲਦਾ ਹੈ ਔਰ ਉਹਦੇ ਵਿੱਚ ਦੋ ਪੁਲਿਸ ਵਾਲੇ ਜਿਹੜੇ ਉਹਨਾਂ ਨੂੰ ਸਜ਼ਾ ਹੁੰਦੀ ਹੈ, ਸ਼ਮਸ਼ੇਰ ਸਿੰਘ ਔਰ ਉਹਨਾਂ ਦੇ ਨਾਲ ਜਗਤਾਰ ਸਿੰਘ ਨੂੰ। ਦੋ ਪੁਲਿਸ ਕਰਮੀ ਹੋਰ ਨਾਮਜ਼ਦ ਸੀਗੇ ਪਰ ਉਹਨਾਂ ਦੀ ਮੌਤ ਹੋ ਜਾਂਦੀ ਆ ਸਜ਼ਾ ਹੋਣ ਤੋਂ ਪਹਿਲਾਂ ਹੀ। ਸਾਲ 1993 ਦੇ ਵਿੱਚ ਹਰਬੰਸ ਸਿੰਘ ਦਾ ਇਨਕਾਊਂਟਰ ਕੀਤਾ ਜਾਂਦਾ ਹੈ। ਸਾਲ 1999 ਦੇ ਵਿੱਚ ਇੱਕ ਕੇਸ ਦਾ ਰੂਪ ਲੈਂਦਾ ਹੈ ਕਿ ਉਹਦੇ ਪਰਿਵਾਰ ਵੱਲੋਂ ਕੇਸ ਦਰਜ ਕੀਤਾ ਜਾਂਦਾ ਹੈ ਔਰ ਸਾਲ 2022 ਦੇ ਵਿੱਚ ਆ ਕੇ ਇਨਸਾਫ ਮਿਲਦਾ ਹੈ, ਜੋ ਇੱਕ ਡਿਲੇਡ ਜਸਟਿਸ ਦੀ ਐਗਜ਼ਾਮਪਲ ਸੀ ਜਿਹਦੇ ਵਿੱਚ ਦੋ ਪੁਲਿਸ ਕਰਮੀਆਂ ਨੂੰ ਉਮਰ ਕੈਦ ਹੁੰਦੀ ਹੈ। ਦੂਸਰਾ ਮਸਲਾ ਹੈ ਡਾਇਲੂਟਡ ਜਸਟਿਸ ਦਾ। ਉਹ ਹੈਗਾ ਪੀਲੀਭੀਤ ਯੂਪੀ ਦੇ ਵਿੱਚ ਹਜ਼ੂਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਆਉਂਦੀ ਜਿਹੜੀ ਸੰਗਤ ਬੱਸ ਦੇ ਵਿੱਚ ਸੀਗੀ, ਉਹਨਾਂ ਦੇ ਵਿੱਚੋਂ ਜਿਹੜੇ ਪੁਰਸ਼ ਸਿੱਖ ਸੀਗੇ ਉਹਨਾਂ ਨੂੰ ਅਲੱਗ ਕੱਢ ਲਿਆ ਜਾਂਦਾ ਉੱਥੋਂ ਦੀ ਪੁਲਿਸ ਵੱਲੋਂ ਔਰ ਔਰਤਾਂ ਨੂੰ, ਬੱਚਿਆਂ ਨੂੰ ਛੱਡ ਦਿੱਤਾ ਜਾਂਦਾ, ਗੁਰਦੁਆਰੇ ਭੇਜ ਦਿੱਤਾ ਜਾਂਦਾ। ਉਹ ਜਿਹੜੇ ਪੁਰਸ਼ ਸੀਗੇ ਉਹਨਾਂ ਨੂੰ ਇਨਕਾਊਂਟਰ ਕਰ ਦਿੱਤਾ ਜਾਂਦਾ। ਇਹ ਘਟਨਾ ਹੈਗੀ ਆ 12 ਜੁਲਾਈ 1991 ਦੀ। ਉਹਦਾ ਇਨਸਾਫ ਫਿਰ ਮਿਲਦਾ ਹੈ। ਉਹਦੇ ਲਈ CBI ਦੇ ਵਿੱਚ ਇੱਕ ਬਹੁਤ ਵੱਡਾ, ਬਹੁਤ ਲੰਬਾ ਕੇਸ ਚੱਲਦਾ ਹੈ ਆਪਣੇ ਬਹੁਤ ਹੀ ਸੂਝਵਾਨ ਲੋਕਾਂ ਵੱਲੋਂ। ਉਹ ਲੋਕ ਜਿਹੜੇ ਇਨਸਾਨੀਅਤ ਦੀ ਕਦਰ ਕਰਦੇ ਸੀ, ਜਿਹੜੇ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕਰਨ ਲਈ ਆਪਣਾ ਕੰਮ ਕਰਦੇ ਸੀ, ਬਹੁਤ ਵੱਡੇ ਆਲਾ ਦਰਜੇ ਦੇ ਆਪਣੇ ਵਿਦਵਾਨ ਲੋਕ ਸੀਗੇ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਤਾਂ ਉਸ ਤੋਂ ਬਾਅਦ ਜਾ ਕੇ ਕਿਤੇ ਇਸ ਕੇਸ ਦੇ ਵਿੱਚ ਸਾਲ 2016 ਦੇ ਵਿੱਚ ਸਜ਼ਾ ਆਉਂਦੀ ਹੈ ਔਰ ਉਹ ਸਜ਼ਾ ਇਹ ਆਉਂਦੀ ਹੈ ਕਿ 47 ਪੁਲਿਸ ਅਧਿਕਾਰੀ ਯੂਪੀ ਪੁਲਿਸ ਦੇ ਜਿਨ੍ਹਾਂ ਨੇ ਉਹ ਫਰਜ਼ੀ ਇਨਕਾਊਂਟਰ ਕੀਤਾ ਸੀ, ਜਿਹਦੇ ਵਿੱਚ ਕੋਈ ਰਿਪੋਰਟਸ ਕਹਿੰਦੀਆਂ ਨੇ 11 ਤੇ ਕੋਈ ਰਿਪੋਰਟਸ ਕਹਿੰਦੀਆਂ ਨੇ 10 ਸਿੱਖ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ। ਉਹਦੇ ਵਿੱਚ ਇਹਨਾਂ ਪੁਲਿਸ ਕਰਮੀਆਂ ਨੂੰ, 47 ਪੁਲਿਸ ਕਰਮੀਆਂ ਨੂੰ, ਜਿਨ੍ਹਾਂ ਵਿੱਚੋਂ ਕੁਛ ਦੀ ਮੌਤ ਹੋ ਚੁੱਕੀ ਹੁੰਦੀ ਹੈ ਟਰਾਇਲ ਤੋਂ ਪਹਿਲਾਂ ਹੀ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਔਰ ਨਾਲ 14-14 ਲੱਖ ਰੁਪਏ ਪੀੜਿਤ ਪਰਿਵਾਰ ਜੋ ਕਿ ਮਹਿਲਾਵਾਂ ਸੀ, ਕਿਉਂਕਿ ਮਹਿਲਾਵਾਂ ਨੂੰ ਛੱਡ ਦਿੱਤਾ ਗਿਆ ਸੀ ਔਰ ਜਿਹੜੇ ਪੁਰਸ਼ ਸੀਗੇ, ਸਿੱਖ ਸੀਗੇ, ਜਿਹੜੇ ਉਹਨਾਂ ਨੂੰ ਹੀ ਇਨਕਾਊਂਟਰ ਕੀਤਾ ਗਿਆ ਸੀ, ਉਹਨਾਂ ਨੂੰ ਦੇਣ ਦੀ ਗੱਲ ਕਹੀ ਗਈ ਸੀ। ਸਾਲ 2016 ਦੇ ਵਿੱਚ CBI ਇਹ ਉਮਰ ਕੈਦ ਦਾ ਫੈਸਲਾ ਸੁਣਾਉਂਦੀ ਹੈ ਕਿ ਪੁਲਿਸ ਕਰਮੀਆਂ ਨੂੰ ਉਮਰ ਕੈਦ ਹੋਏਗੀ। ਪਰ ਅੱਜ 2022 ਦੇ ਵਿੱਚ ਬੀਤੇ ਕੁਝ ਦਿਨ ਪਹਿਲਾਂ ਇਲਾਹਾਬਾਦ ਦੀ ਹਾਈ ਕੋਰਟ ਨੇ ਇਸ ਜਸਟਿਸ ਨੂੰ, ਜੋ ਆਲਰੇਡੀ ਡਿਲੇਡ ਸੀ, ਇਹਨੂੰ ਹੋਰ ਡਾਇਲਿਊਟ ਕਰ ਦਿੱਤਾ। 1991 ਦੇ ਵਿੱਚ ਇਹ ਮੁਕਾਬਲਾ ਝੂਠਾ ਮੁਕਾਬਲਾ ਬਣਾਇਆ ਗਿਆ ਸੀ ਔਰ ਉਹਦਾ ਇਨਸਾਫ ਆ ਕੇ CBI ਵੱਲੋਂ 2016 ਦੇ ਵਿੱਚ ਦਿੱਤਾ ਜਾਂਦਾ, ਉਮਰ ਕੈਦ ਦਿੱਤੀ ਜਾਂਦੀ ਉਹਨਾਂ ਪੁਲਿਸ ਕਰਮੀਆਂ ਨੂੰ। ਪਰ 2022 ਦੇ ਵਿੱਚ ਇਲਾਹਾਬਾਦ ਹਾਈ ਕੋਰਟ ਵੱਲੋਂ ਇਸ ਉਮਰ ਕੈਦ ਨੂੰ ਰਿਗਰਸ ਇੰਪ੍ਰਿਜ਼ਨਮੈਂਟ, ਜੋ ਕਿ 7 ਸਾਲਾਂ ਦੀ ਆ, ਉਹਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਔਰ ਜੋ ਜੁਰਮਾਨਾ ਲਗਾਇਆ ਗਿਆ ਸੀ, ਲੱਖਾਂ ਦੇ ਵਿੱਚ ਸੀ, ਉਹ ਪੀੜਿਤ ਪਰਿਵਾਰਾਂ ਨੂੰ ਮਿਲ ਸਕਦਾ ਸੀ, ਉਹ ਵੀ ਘਟਾ ਕੇ ਸਿਰਫ 10-10 ਹਜ਼ਾਰ ਕਰ ਦਿੱਤਾ ਗਿਆ। ਸੋ ਇਹ ਇੱਕ ਐਗਜ਼ਾਮਪਲ ਹੈ ਜਿਹਦੇ ਵਿੱਚ ਜਿਹੜੀ ਪਹਿਲਾਂ ਹੀ ਡਿਲੇਡ ਜਸਟਿਸਿਸ ਮਿਲਦੀਆਂ ਨੇ ਜਦੋਂ ਪੁਲਿਸ ਵੱਲੋਂ, ਵਰਦੀਧਾਰੀਆਂ ਵੱਲੋਂ ਗ੍ਰੌਸ ਹਿਊਮਨ ਰਾਈਟ ਵਾਇਲੇਸ਼ਨ ਕੀਤੀ ਜਾਂਦੀ ਹੈ, ਆਪਣੀ ਵਰਦੀ ਦਾ ਦੁਰਉਪਯੋਗ ਕੀਤਾ ਜਾਂਦਾ ਹੈ ਔਰ ਉਹਨਾਂ ਨੂੰ ਪਹਿਲਾਂ ਬਹੁਤ ਡਿਲੇਡ ਇਨਸਾਫ ਜਿਹੜਾ ਆ ਪੀੜਤ ਪਰਿਵਾਰਾਂ ਨੂੰ ਮਿਲਦਾ ਹੈ ਔਰ ਜੇ ਮਿਲਿਆ ਵੀ ਹੈ ਤਾਂ ਇਲਾਹਾਬਾਦ ਹਾਈ ਕੋਰਟ ਦੀ ਇਸ ਜਜਮੈਂਟ ਨੇ ਐਵੇਂ ਲੱਗਦਾ ਕਿ ਇਸ ਇਨਸਾਫ ਨੂੰ ਹੋਰ ਪਤਲਾ ਕਰ ਦਿੱਤਾ, ਇਹਦੇ ਵਿੱਚ ਦਮ ਨਹੀਂ ਰਿਹਾ, ਡਾਇਲਿਊਟ ਕਰ ਦਿੱਤਾ, ਕਿਉਂਕਿ 7 ਸਾਲ ਦੀ ਸਜ਼ਾ ਦੇ ਵਿੱਚ ਜ਼ਮਾਨਤ ਮਿਲਣੀ ਬਹੁਤ ਪੋਸੀਬਲ ਹੋ ਜਾਂਦੀ ਹੈ, ਬਹੁਤ ਈਜ਼ੀ ਹੋ ਜਾਂਦੀ ਹੈ। ਇਸ ਤੋਂ ਬਾਅਦ ਦੋ ਵੱਡੇ ਸਵਾਲ ਨੇ। ਪਹਿਲਾ ਸਵਾਲ ਤਾਂ ਇਹੀ ਹੈ ਕਿ ਜਦੋਂ ਸੁਪਰੀਮ ਕੋਰਟ ਵੀ ਇਹ ਗੱਲ ਕਹਿ ਚੁੱਕਾ ਹੈ ਕਿ ਵਰਦੀਧਾਰੀ ਜਦੋਂ ਕੋਈ ਕ੍ਰਾਈਮ ਕਰਦਾ ਹੈ ਤਾਂ ਉਹ ਹੋਰ ਵੀ ਘਿਨਾਉਣਾ ਹੋ ਜਾਂਦਾ ਹੈ। ਜਦੋਂ ਆਪਣਾ ਸੰਵਿਧਾਨ ਕਹਿੰਦਾ ਹੈ ਕਿ ਲਾਅ ਦੇ ਸਾਹਮਣੇ, ਕਾਨੂੰਨ ਦੇ ਸਾਹਮਣੇ ਸਭ ਬਰਾਬਰ ਨੇ, ਤਾਂ ਉਸ ਦੇ ਬਾਵਜੂਦ ਵੀ ਇਹਨਾਂ ਪੁਲਿਸ ਕਰਮੀਆਂ ਦੀ ਸਜ਼ਾ ਨੂੰ ਕਿਉਂ ਘਟਾਇਆ ਗਿਆ? ਆਪਣੇ ਸਾਹਮਣੇ ਸਵਾਲ ਫਿਰ ਇਹ ਵੀ ਪੈਦਾ ਹੁੰਦਾ ਹੈ ਕਿ ਜਦੋਂ ਆਪਣਾ ਸੰਵਿਧਾਨ ਕਹਿੰਦਾ ਹੈ ਕਿ ਹਰ ਇੱਕ ਨੂੰ ਹੱਕ ਹੈ ਇੱਕ ਫੇਅਰ ਟਰਾਇਲ ਦਾ, ਬਿਨਾਂ ਫੇਅਰ ਟਰਾਇਲ ਤੋਂ ਕਿਸੇ ਨੂੰ ਵੀ ਮਾਰਿਆ ਨਹੀਂ ਜਾ ਸਕਦਾ, ਤਾਂ ਫਿਰ ਐਵੇਂ ਇਹਨਾਂ
ਨੌਜਵਾਨਾਂ ਦੇ ਨਾਲ ਕਿਉਂ ਹੋਇਆ ਜਿਨ੍ਹਾਂ ਨੂੰ ਪੁਲਿਸ ਨੇ ਕਿਹਾ ਕਿ ਖਾਲਿਸਤਾਨੀ ਅੱਤਵਾਦੀ ਸੀ, ਬਸ ਇਹ ਟੈਗ ਲਗਾ ਕੇ ਬਿਨਾਂ ਕਿਸੇ ਫੇਅਰ ਟਰਾਇਲ ਤੋਂ ਮਾਰ ਦਿੱਤਾ ਗਿਆ। ਸੀਬੀਆਈ ਦੀ ਜੋ ਇਨਕੁਆਇਰੀ ਹੋਈ ਸੀ, ਸੀਬੀਆਈ ਦੀ ਇਨਕੁਆਇਰੀ ਦੇ ਵਿੱਚ ਆਇਆ ਸੀ ਕਿ ਇਹਨਾਂ ਪੁਲਿਸ ਕਰਮੀਆਂ ਵੱਲੋਂ ਇੱਦਾਂ ਕਿਉਂ ਕੀਤਾ ਗਿਆ, ਕਿਉਂਕਿ ਇਹਨਾਂ ਨੂੰ ਸਿਰਫ ਆਪਣੀਆਂ ਪ੍ਰਮੋਸ਼ਨਸ ਚਾਹੀਦੀਆਂ ਸੀ, ਆਪਣੇ ਅਵਾਰਡ ਚਾਹੀਦੇ ਸੀ, ਆਪਣੀ ਰੈਕੋਗਨੀਸ਼ਨ ਚਾਹੀਦੀ ਸੀ। ਸੋ ਬਹੁਤ ਵੱਡਾ ਸਵਾਲ ਇਹੀ ਹੈ ਕਿ ਪੁਲਿਸ ਦੇ ਉੱਤੇ ਵਰਦੀਧਾਰੀਆਂ ਦੇ ਲਈ ਜਾਂ ਆਪਾਂ ਕਹਿ ਲਈਏ ਪਹੁੰਚ ਵਾਲੇ ਇਨਫਲੂਐਂਸ਼ੀਅਲ ਲੋਕਾਂ ਦੇ ਲਈ ਕੀ ਕਾਨੂੰਨ ਅਲੱਗ ਹੈ ਤੇ ਆਮ ਲੋਕਾਂ ਲਈ ਕੀ ਕਾਨੂੰਨ ਅਲੱਗ ਹੈ। ਕਿਉਂਕਿ ਆਮ ਲੋਕ ਆਪਾਂ ਦੇਖਦੇ ਹਾਂ ਜੇਲ੍ਹਾਂ ਦੇ ਵਿੱਚ ਫॉर ਮਾਈਨਰ ਕ੍ਰਾਈਮ ਕਰਕੇ, ਛੋਟਾ ਜਿਹਾ ਕ੍ਰਾਈਮ ਕਰਕੇ ਵੀ ਕਈ ਸਾਲਾਂ ਤੱਕ ਜੇਲ੍ਹਾਂ ਦੇ ਵਿੱਚ ਬੰਦ ਰਹਿੰਦੇ ਨੇ, ਉਹਨਾਂ ਦੇ ਟਰਾਇਲ ਨਹੀਂ ਚੱਲਦੇ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਦੂਸਰਾ ਸਵਾਲ ਬਹੁਤ ਵੱਡਾ ਇਹ ਹੈ ਕਿ ਉਹ ਪੀੜਿਤ ਪਰਿਵਾਰ, ਖਾਸ ਤੌਰ 'ਤੇ ਉਹ ਮਹਿਲਾਵਾਂ ਜਿਹੜੀਆਂ ਬੱਸ ਦੇ ਵਿੱਚ ਹਜ਼ੂਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੀਆਂ ਸੀ ਔਰ ਉਹਨਾਂ ਦੇ ਨਾਲ ਜੋ ਪੁਰਸ਼ ਮੇਲ ਸਿੱਖ ਸੀਗੇ, ਉਹਨਾਂ ਨੂੰ ਕੱਢ ਕੇ ਇਨਕਾਊਂਟਰ ਕਰ ਦਿੱਤਾ ਜਾਂਦਾ ਤੇ ਉਹਨਾਂ ਪੀੜਿਤ ਮਹਿਲਾਵਾਂ ਨੂੰ, ਉਹਨਾਂ ਦੇ ਪਰਿਵਾਰ ਦੀਆਂ ਉਹਨਾਂ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਨਸੇਸ਼ਨ ਜਿਹੜੀ ਉਹ ਨਹੀਂ ਮਿਲੀ। ਚਾਹੇ ਸੀਬੀਆਈ ਦੀ ਕੋਰਟ ਨੇ 2016 ਦੇ ਵਿੱਚ ਇਹ ਕਹਿਤਾ ਸੀ ਕਿ 14 ਲੱਖ ਰੁਪਏ ਜਾਂ ਅਕੋਰਡਿੰਗ ਟੂ ਦ ਰੈਂਕ ਆਫ ਪੁਲਿਸ ਆਫੀਸਰਸ ਉਨੀ ਕੁਛ ਲੱਖਾਂ ਦੇ ਵਿੱਚ ਹੀ ਨਿਰਧਾਰਿਤ ਸੀ ਉਹ ਪੈਸਾ। ਉਹ ਕੋਈ ਵੀ ਪੈਸਾ 2016 ਤੋਂ 2022 ਤੱਕ ਇਹਨਾਂ ਪੀੜਤ ਪਰਿਵਾਰਾਂ ਤੱਕ ਨਹੀਂ ਪਹੁੰਚਿਆ। ਔਰ ਹੁਣ ਵੀ ਇਹ ਸਿਰਫ 10-10 ਹਜ਼ਾਰ ਰੁਪਇਆ ਕਰਕੇ 1991 ਦਾ ਕੇਸ ਹੈ, 32 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ, ਪਰ ਫਿਰ ਵੀ ਕੋਈ ਵੀ ਕੰਪਨਸੇਸ਼ਨ ਉਹਨਾਂ ਦੀ ਲਾਈਫ ਨੂੰ ਈਜ਼ੀ ਬਣਾਉਣ ਲਈ ਕੋਈ ਵੀ ਮੁਹੱਈਆ ਨਹੀਂ ਕਰਾਏਗੀ। ਇਨਫੈਕਟ ਜਿਹੜੀ ਪ੍ਰੋਮਿਸ ਕੀਤੀ ਗਈ ਸੀ, ਜਿਹੜੀ ਕੋਰਟ ਵੱਲੋਂ ਵੀ ਕਹੀ ਗਈ ਸੀ, ਉਹ ਵੀ ਨਹੀਂ ਪਹੁੰਚੀ ਹੈਗੀ। ਇਸੇ ਜਾਲੀ ਇਨਕਾਊਂਟਰ ਦੇ ਉੱਤੇ, ਮਤਲਬ ਕਿ ਪੀਲੀਭੀਤ ਦੇ ਫੇਕ ਇਨਕਾਊਂਟਰ 'ਤੇ ਰਿਸਰਚ ਕਰਦੇ ਹੋਏ ਮੇਰੀ ਇੱਕ ਗੱਲਬਾਤ ਜਿਹੜੀ ਆ ਉਹ ਸਰਦਾਰ ਹਰਜਿੰਦਰ ਸਿੰਘ ਕਾਲੋਂ ਹੁਣਾਂ ਨਾਲ ਹੋਈ ਆ। ਉਹ ਮੈਂ ਤੁਹਾਡੇ ਸਾਹਮਣੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਚਲਾਵਾਂਗੀ ਔਰ ਮੈਨੂੰ ਲੱਗਦਾ ਕਿ ਉਹ ਤੁਹਾਡੇ ਸਾਹਮਣੇ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹਦੇ ਨਾਲ ਆਪਾਂ ਨੂੰ ਕਾਫੀ ਡੂੰਘੀ ਜਾਣਕਾਰੀ ਜਿਹੜੀ ਆ ਉਹ ਪੀਲੀਭੀਤ ਦੇ ਫੇਕ ਇਨਕਾਊਂਟਰ ਪਲੱਸ ਯੂਪੀ ਦੇ ਵਿੱਚ ਜਾਂ ਪੰਜਾਬ ਜੋ ਇੱਕ ਸਿੱਖ ਮੈਜੋਰਿਟੀ ਸੂਬਾ ਹੈ, ਸਿੱਖ ਮੈਜੋਰਿਟੀ ਸੂਬਾ ਨੂੰ ਛੱਡ ਕੇ ਜਦੋਂ ਦੂਜੇ ਸੂਬਿਆਂ ਦੇ ਵਿੱਚ ਜਿੱਥੇ ਸਿੱਖ ਮਾਈਨੋਰਿਟੀਜ਼ ਆ ਉੱਥੇ ਉਹਨਾਂ ਦੀਆਂ ਕੀ ਪ੍ਰੋਬਲਮਸ ਨੇ, ਕੀ ਦਿੱਕਤਾਂ ਨੇ, ਐਂਡ ਇਸ ਪੀਲੀਭੀਤ ਫਰਜ਼ੀ ਇਨਕਾਊਂਟਰ ਕੇਸ ਦੀ ਇਹਦੇ ਨਾਲ ਜੁੜੇ ਜਿੰਨੇ ਵੀ ਕੇਸ ਨੇ ਇਹਨਾਂ ਦੀ ਪੈਰਵਾਈ ਸਰਦਾਰ ਹਰਜਿੰਦਰ ਸਿੰਘ ਕਾਲੋਂ ਖੁਦ ਕਰਦੇ ਆ ਰਹੇ ਨੇ। ਉਹ ਇਹਦੇ ਨਾਲ ਫਰੋਮ ਦਾ ਵੈਰੀ ਬਿਗਨਿੰਗ ਜੁੜੇ ਹੋਏ ਨੇ ਔਰ ਕਿਸ ਤਰ੍ਹਾਂ ਪੁਲਿਸ ਵੱਲੋਂ ਉਹਨਾਂ ਨੂੰ ਵੀ ਫਰੇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਦੇ ਮਾਸਟਰ ਜੀ ਜਿਹੜੇ ਸੀ ਉਹਨਾਂ ਨੂੰ ਇਸ ਇਨਕਾਊਂਟਰ ਦੇ ਵਿੱਚ, ਇਸ ਫਰਜ਼ੀ ਇਨਕਾਊਂਟਰ ਦੇ ਵਿੱਚ ਪੁਲਿਸ ਵੱਲੋਂ ਮਾਰ ਦਿੱਤਾ ਗਿਆ ਸੀ। ਸੋ ਇਸ ਲੜਾਈ ਤੇ ਇਹ ਪੂਰੇ ਕੇਸ ਤੇ ਉਹ ਡੂੰਘੀ ਜਾਣਕਾਰੀ ਮੈਂ ਤੁਹਾਡੇ ਲਈ ਇੱਥੇ ਚਲਾ ਰਹੀ ਹਾਂ ਔਰ ਅੱਗੇ ਵੀ ਕੋਸ਼ਿਸ਼ ਕਰਾਂਗੀ ਕਿ ਜਿਹੜੇ ਲੋਕ ਇਨਸਾਫ ਦੇ ਲਈ ਲੱਗੇ ਹੋਏ ਨੇ ਲਗਾਤਾਰ, ਮੈਂ ਉਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆ ਸਕਾਂ ਤਾਂ ਕਿ ਆਪਾਂ ਇਸ ਸਿਸਟਮ ਨੂੰ, ਇਹ ਜਿਹੜਾ ਸਿਸਟਮ ਹੀ ਐਟਰੋਸਿਟੀਜ਼ ਕਰਦਾ ਆਪਣੇ ਲੋਕਾਂ ਦੇ ਉੱਤੇ, ਆਪਾਂ ਇਹਦੇ ਫੇਲੀਅਰ ਨੂੰ ਸਮਝ ਸਕੀਏ। ਮੈਂ ਕੋਸ਼ਿਸ਼ ਕਰਾਂਗੀ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਜੋ ਕੇਸ ਸੀਗਾ ਉਸ ਕੇਸ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਤੁਹਾਡੇ ਅੱਗੇ ਲੈ ਕੇ ਆਵਾਂ ਤਾਂ ਕਿ ਆਪਾਂ ਫਿਰ ਅਗੇਨ ਮੈਂ ਕਹਿ ਰਹੀ ਹਾਂ ਕਿ ਆਪਾਂ ਗਹਿਰਾਈ ਦੇ ਵਿੱਚ ਜਾ ਕੇ ਇਹਨਾਂ ਚੀਜ਼ਾਂ ਨੂੰ, ਇਸ ਪੂਰੀ ਫਿਨੋਮੀਨਾ ਨੂੰ ਸਮਝ ਸਕੀਏ ਕਿ ਬੇਇਨਸਾਫੀ ਦਾ ਫਿਨੋਮੀਨਾ ਕਿਵੇਂ ਕੀ ਹੁੰਦਾ ਹੈ ਤੇ ਕਿਵੇਂ ਲੋਕ ਲਗਾਤਾਰ ਆਪਣੀਆਂ ਐਫਰਟਸ ਪਾਉਂਦੇ ਨੇ, ਉਹਨਾਂ ਦੀ ਉਮੀਦ ਨਹੀਂ ਟੁੱਟਦੀ ਔਰ ਜਸਟਿਸ ਲਈ, ਇਨਸਾਫ ਲਈ ਲੜਾਈ ਲੜਦੇ ਨੇ। ਹੁਣ ਮੈਂ ਤੁਹਾਡੇ ਅੱਗੇ ਪੇਸ਼ ਕਰਨ ਲੱਗੀ ਹਾਂ ਸਰਦਾਰ ਹਰਜਿੰਦਰ ਸਿੰਘ ਕਾਲੋਂ ਦੇ ਨਾਲ ਮੇਰੀ ਇੱਕ ਖਾਸ ਗੱਲਬਾਤ। ਸਭ ਤੋਂ ਪਹਿਲਾ ਸਵਾਲ ਅਗਰ ਮੈਂ ਤੁਹਾਡੇ ਵੱਲ ਇਹੀ ਲੈ ਕੇ ਆਵਾਂ ਕਿ ਤੁਸੀਂ ਇੰਨੇ ਸਾਲਾਂ ਤੋਂ 30-31 ਸਾਲਾਂ ਤੋਂ ਇਹਨਾਂ ਕੇਸਿਸ ਨੂੰ ਬਹੁਤ ਕਲੋਜ਼ਲੀ ਵਾਚ ਕੀਤਾ ਹੈ, ਤਾਂ ਮੇਰਾ ਪਹਿਲਾ ਸਵਾਲ ਅਗਰ ਤੁਹਾਨੂੰ ਇਹੀ ਹੋਵੇ ਕਿ ਇਲਾਹਾਬਾਦ ਦੀ ਹਾਈ ਕੋਰਟ ਨੇ 31 ਸਾਲਾਂ ਬਾਅਦ ਜਿਹੜੀ ਜਸਟਿਸ ਦਾ ਅੱਜ ਆਪਣੇ ਕੋਲ ਇਨਸਾਫ ਦੇ ਨਾਮ ਤੇ ਕੁਝ ਹੈਗਾ ਸੀ ਜਿਹਨੂੰ ਉਮਰ ਕੈਦ ਕਿਹਾ ਜਾ ਰਿਹਾ ਸੀ, ਉਸ ਉਮਰ ਕੈਦ ਨੂੰ ਘਟਾ ਕੇ ਸਿਰਫ 7 ਸਾਲ ਦੀ ਸਜ਼ਾ ਕਰ ਦਿੱਤੀ ਉਹਨਾਂ ਪੁਲਿਸ ਕਰਮੀਆਂ ਦੀ ਜਿਨ੍ਹਾਂ ਨੇ ਸਿੱਖਾਂ ਨੂੰ ਬੱਸ ਚੋਂ ਲਾ ਕੇ ਮਾਰਿਆ, ਫੇਕ ਇਨਕਾਊਂਟਰ 'ਚ ਮਾਰਿਆ। ਤੁਸੀਂ ਇਹਦੇ ਤੇ ਕਿਵੇਂ ਮਹਿਸੂਸ ਕੀਤਾ ਜਾਂ ਤੁਹਾਡਾ ਕੀ ਸਮਝ ਇਹਦੇ ਤੇ ਬਣੀ ਹੈ ਕਿ ਕਿਉਂ ਹੋਇਆ ਜਾਂ ਤੁਸੀਂ ਕੀ ਸੋਚਦੇ ਹੋ? ਅਸਲੀ ਇਹਨਾਂ ਨੇ ਇਸ ਕਰਕੇ ਕੰਮ ਕੀਤਾ ਵਾ, ਇਹ ਬੜੀ ਸੋਚੀ ਸਮਝੀ ਸਾਜ਼ਿਸ਼ ਆ ਜਿਹਦੇ ਵਿੱਚ ਮੈਨੂੰ ਲੱਗਦਾ ਵਾ ਸਰਕਾਰਾਂ ਵੀ ਸ਼ਾਮਿਲ ਨੇ। ਸਿੱਖਾਂ ਦੇ ਖਿਲਾਫ ਆ ਜਿਹੜਾ ਕੇਸ ਹੋਇਆ ਵਾ, ਖਾਲੀ ਇਹ ਕੇਸ ਨਹੀਂ ਹੋਇਆ ਕਿ ਇਸ ਕੇਸ ਦਾ ਅਸਰ ਬਹੁਤ ਦੂਰਗਾਮੀ ਪੈਣਾ ਵਾ। ਇਹਨਾਂ ਨੇ ਉਮਰ ਕੈਦ ਦੀ ਸਜ਼ਾ, ਜਿਹਦੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ 2016 ਦੇ ਵਿੱਚ CBI ਕੋਰਟ ਦੇ ਜੱਜ ਲੱਲੂ ਸਿੰਘ ਜੀ ਨੇ ਇਹ ਸਜ਼ਾ ਸੁਣਾਈ ਸੀਗੀ। ਉਮਰ ਕੈਦ ਦੀ ਸਜ਼ਾ ਸੀਗੀ, ਨਾਲੇ 10-10 ਲੱਖ, 12 ਲੱਖ, 14 ਲੱਖ, 8 ਲੱਖ, 6 ਲੱਖ ਪੋਸਟਾਂ ਦੇ ਹਿਸਾਬ ਦੇ ਨਾਲ ਜੁਰਮਾਨਾ ਸੀਗਾ। ਉਹ ਜੁਰਮਾਨੇ ਨੂੰ ਘਟਾ ਕੇ 10,000 ਰੁਪਇਆ ਕਰ ਦਿੱਤਾ। ਉਹ 304A ਲਾ ਕੇ ਸਜ਼ਾ ਇਹਨਾਂ ਨੇ ਘਟਾ ਕੇ 7 ਸਾਲ ਕਰ ਦਿੱਤੀ। ਮੈਨੂੰ ਲੱਗਦਾ ਇਹਦੇ ਵਿੱਚ ਸਰਕਾਰ ਦੀ ਇਹ ਪਲਾਨਿੰਗ ਹੈਗੀ ਆ ਕਿ ਜਿੱਥੇ ਜਿੱਥੇ ਵੀ ਹੋਰ ਮੁਕੱਦਮੇ ਚੱਲ ਰਹੇ ਨੇ, ਦਿੱਲੀ 'ਚ ਚੱਲ ਰਹੇ ਨੇ,
ਜਿੱਦਾਂ ਸੱਜਣ ਕੁਮਾਰ ਦੇ ਉੱਤੇ ਮੁਕੱਦਮਾ ਚੱਲ ਰਿਹਾ ਦਿੱਲੀ 'ਚ, ਕਾਨਪੁਰ ਦੇ ਮੁਕੱਦਮੇ ਚੱਲ ਰਹੇ ਨੇ, ਪੰਜਾਬ ਦੇ ਵਿੱਚ ਬਹੁਤ ਸਾਰੇ ਪੁਲਿਸ ਵਾਲਿਆਂ ਦੇ ਉੱਤੇ ਮੁਕੱਦਮੇ ਚੱਲ ਰਹੇ ਨੇ। ਇਹਨਾਂ ਦੀ ਪਲਾਨਿੰਗ ਇਹ ਆ ਕਿ ਕਿਸੇ ਵੀ ਕੇਸ ਨੂੰ ਤੁਸੀਂ ਮਤਲਬ 302 ਦੇ ਕੇਸ ਨੂੰ ਜਿਹੜਾ ਵਾ 304 ਦੇ ਵਿੱਚ ਤੁਸੀਂ ਲੈ ਆਓ, ਉਹ ਲੈ ਕੇ ਉਸ ਤੋਂ ਬਾਅਦ 7 ਸਾਲ ਦੀ ਸਜ਼ਾ ਕਰ ਦਿਓ। ਉਹ 7 ਸਾਲ ਦੀ ਸਜ਼ਾ ਦੇ ਵਿੱਚ ਜ਼ਮਾਨਤ ਦੇ ਵਿੱਚ ਕੋਈ ਦਿੱਕਤ ਹੀ ਨਹੀਂ, ਉਹਨਾਂ ਨੂੰ ਬਾਹਰ ਕੱਢ ਦਿਓ। ਇੱਕ ਸਾਡੇ ਖਾਲੀ ਇਸ ਕੇਸ ਦੇ ਉੱਤੇ ਸੀ, ਇਸ ਗੱਲ ਦਾ ਅਸਰ ਨਹੀਂ ਪਿਆ। ਮੇਰੀ ਜਸਟਿਸ ਸਾਹਿਬ ਸੋਢੀ ਸਾਹਿਬ ਨਾਲ ਵੀ ਗੱਲ ਹੋਈ ਇਸ ਕੇਸ ਬਾਰੇ, ਕੱਲ ਵੀ ਗੱਲ ਹੋਈ, ਪਰਸੋਂ ਵੀ ਗੱਲ ਹੋਈ, ਕਿਉਂਕਿ ਸ਼ੁਰੂ ਤੋਂ ਹੀ ਜਸਟਿਸ ਸਾਹਿਬ ਸੋਢੀ ਸਾਹਿਬ 1991 ਤੋਂ ਸਭ ਤੋਂ ਪਹਿਲਾਂ ਮੈਂ ਜਸਟਿਸ ਸੋਢੀ ਸਾਹਿਬ ਕੋਲ ਪਹੁੰਚਿਆ ਸੀਗਾ ਕੇਸ ਲੈ ਕੇ, ਉਦੋਂ ਤੋਂ ਇਹ ਲੜ ਰਹੇ ਨੇ। ਤੇ ਐਸ ਫੋਲਕਾ ਸਾਹਿਬ ਨਾਲ ਵੀ ਰਾਤ ਮੇਰੀ ਗੱਲ ਹੋਈ ਇਸ ਕੇਸ ਦੇ ਬਾਰੇ। ਇਹਨਾਂ ਨੇ ਅਸਲ 'ਚ ਇੱਕ ਪਲਾਨਿੰਗ ਬਣਾ ਲਈ ਇਸ ਕੇਸ ਨੂੰ, ਕਿਉਂਕਿ ਜਿਹੜੀ ਹਾਈ ਕੋਰਟ ਦੀ ਲਖਨਊ ਬੈਂਚ ਆ ਜਾਂ ਇਲਾਹਾਬਾਦ ਹਾਈ ਕੋਰਟ ਆ, ਇਹ ਕੋਈ ਵੀ ਆਰਡਰ ਕਰਦੀ ਆ, ਇਹਦੇ ਆਰਡਰ ਨੂੰ ਇਹ ਸਮਝ ਲਓ ਕਿ ਹੁਣੇ ਨਜ਼ੀਰ ਬਣ ਗਿਆ। ਇਹ ਹਰ ਜਗ੍ਹਾ ਪੇਸ਼ ਕਰਨਗੇ, ਪੰਜਾਬ ਹਰਿਆਣਾ ਹਾਈ ਕੋਰਟ 'ਚ ਵਰਤਿਆ ਜਾਏਗਾ ਇਸ ਆਰਡਰ ਨੂੰ। ਯਾਰ ਦੇਖੋ ਜੀ, ਆ 302 ਨੂੰ 304 ਇਹ ਕੀ ਹੋਇਆ। ਦੂਜਾ ਇਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਇੱਕ ਤੇ ਇਹਨਾਂ ਨੇ ਮੇਨ ਉਸ ਆਰਡਰ ਦੇ ਵਿੱਚ ਦੱਸਿਆ ਕਿ ਜਿਹੜੀ ਜਗ੍ਹਾ ਸੀਗੀ ਜਿੱਥੇ ਮਾਰੇ ਸੀਗੇ ਉਹ ਜਗ੍ਹਾ ਨਹੀਂ, ਜਗ੍ਹਾ ਦੂਸਰੀ ਸੀਗੀ। ਮੰਨ ਲਿਆ ਦੂਸਰੀ ਜਗ੍ਹਾ ਵੀ ਹੈਗੀ ਕਿਤੇ, ਮਤਲਬ 302 ਲੱਗੀ ਆ, ਭਾਵੇਂ ਕਿਸੇ ਬੰਦੇ ਨੂੰ ਘਰ ਦੇ ਅੰਦਰ ਮਾਰ ਦੋ, ਬਾਹਰ ਮਾਰ ਦੋ, ਜੰਗਲ 'ਚ ਮਾਰ ਦੋ, ਸੜਕ ਤੇ ਮਾਰ ਦੋ, ਰੋਡ ਤੇ ਮਾਰ ਦੋ, ਕਿਤੇ ਵੀ ਉਸ ਬੰਦੇ ਦਾ ਕਤਲ ਕਰ ਦੋ ਤੇ 302 ਥੋੜੀ ਘਟ ਜਾਏਗੀ। ਕੋਈ ਐਕਸੀਡੈਂਟ ਕਿੱਦਾਂ ਹੋ ਗਿਆ ਜਿਹੜੇ 3 ਜਗ੍ਹਾ ਤੇ ਇੱਕੋ ਟਾਈਮ ਤੇ ਇਹਨਾਂ ਨੇ ਕਸਲਾ ਘਾਟ ਬਦਾਈਆਂ ਦੇ ਲਾਗੇ ਨਦੀ ਦਾ ਪੁਲ ਆ, ਜਿਹਦੇ ਵਿੱਚ ਹਜੂਰ ਸਾਹਿਬ ਯਾਤਰੀ ਗਏ ਸੀਗੇ। ਉਹ ਬੱਸ ਦੇ ਵਿੱਚ ਤੇ ਪਤਾ ਹੀ ਨਹੀਂ ਹੁੰਦਾ ਕਿ ਕੌਣ, ਜਿਹੜੇ ਯਾਤਰੀ ਹੁੰਦੇ ਨੇ ਇੱਕ ਜਗ੍ਹਾ ਤੋਂ ਬੱਸ ਜਾਂਦੀ ਆ, ਮੈਸੇਜ ਚਲੇ ਜਾਂਦਾ ਕਿ ਹਜੂਰ ਸਾਹਿਬ ਬੱਸ ਜਾਣੀ ਆ, ਜਿੰਨੇ ਵੀ ਕਿਸੇ ਨੇ ਜਾਣਾ ਹੋਵੇ ਇੱਥੇ ਆਪਣੀ ਬੁਕਿੰਗ ਕਰਾ ਦੇਵੇ। ਉਹਦੇ 'ਚ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਵੀ ਬੰਦਾ ਇੱਕ ਦੂਜੇ ਦੇ ਨਾਲ ਜਾਣ ਪਛਾਣ ਦਾ ਵਾ ਜਾਂ ਇੱਕ ਦੂਜੇ ਦੇ ਨਾਲ ਸੰਬੰਧ ਨੇ। ਹੁਣ ਪਿਲੀਭੀਤ ਦੇ ਜਿਹੜੇ ਨਰਿੰਦਰ ਸਿੰਘ ਸੀਗੇ ਪਸਤੌਰ ਦੇ, ਉਹ ਮੇਰੇ ਮਾਸੜ ਜੀ ਲੱਗਦੇ ਸੀਗੇ, ਸਾਡੇ ਚਾਚਾ ਜੀ ਦੇ ਸਗੇ ਸਾਂਢੂ ਸੀਗੇ। ਜਦੋਂ ਬੱਸ ਦੇ ਵਿੱਚ ਉਹਨਾਂ ਨੂੰ ਉੱਥੋਂ ਕਸਲਾ ਘਾਟ ਤੋਂ ਉਹਨਾਂ ਨੂੰ 11 ਲੋਕ ਸੀਗੇ ਟੋਟਲ ਜਿਨ੍ਹਾਂ ਨੂੰ ਬੱਸ ਦੇ ਵਿੱਚੋਂ ਲਾਇਆ। ਇੱਕ ਪਿਲੀਭੀਤ ਦੇ ਨਰਿੰਦਰ ਸਿੰਘ ਸੀਗੇ, ਇੱਕ ਸਾਡੇ ਅਮਰੀਆ ਥਾਣੇ ਦੇ ਜਗਤ ਦੇ ਸੀਗੇ, ਬਹੁਤ ਲੜਕਾ ਘੱਟ ਏਜ ਦਾ ਲੜਕਾ ਸੀਗਾ, ਇੱਕ ਬੱਚਾ ਉਹ ਸੀਗਾ, ਇੱਕ ਸਰਦਾਰ ਮਲਕੀਤ ਸਿੰਘ ਜੀ ਦਾ ਲੜਕਾ ਸੀਗਾ। ਤੇ ਇਸ ਕਰਕੇ ਕੋਈ 3 ਲੋਕ ਪਿਲੀਭੀਤ ਦੇ ਹੋਣ ਕਰਕੇ, ਦੂਜਾ ਰਿਸ਼ਤੇਦਾਰ ਹੋਣ ਕਰਕੇ ਉਹ ਮਾਤਾ ਵੀ ਉਸ ਬੱਸ ਦੇ ਵਿੱਚ ਸੀਗੀ। ਮਾਤਾ ਇੱਥੇ ਆ ਗਈ ਆਪਣੇ, ਜਦੋਂ ਪਿਲੀਭੀਤ ਲੈ ਕੇ ਆਏ ਕੋਤਵਾਲੀ ਬੱਸ, ਤੇ ਜਿਹੜੇ ਬਜ਼ੁਰਗ ਯਾਤਰੀ ਸੀਗੇ, ਬਜ਼ੁਰਗ ਯਾਤਰੀ ਦੇ ਬੱਚੇ, ਇਹਨਾਂ ਨੂੰ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਮਹਾਰਾਜ ਜੀ ਦਾ ਗੁਰਦੁਆਰਾ ਪਿਲੀਭੀਤ, ਉੱਥੇ ਭੇਜ ਦਿੱਤਾ ਇਹਨਾਂ ਨੂੰ, ਔਰ ਤੁਸੀਂ ਗੁਰਦੁਆਰੇ ਰੁਕੋ। ਉਹ ਮਾਤਾ ਫਿਰ ਸਾਡੇ ਕੋਲ ਫਾਰਮ ਤੇ ਚਲੀ ਗਈ, ਜਿਹੜੀ ਗੱਲ ਤੋਂ ਮੈਂ ਇਨਵਾਲਵ ਹੋਇਆ ਇਸ ਜਗ੍ਹਾ ਤੇ ਜਾ ਕੇ। ਮਾਤਾ ਜਾ ਕੇ ਰੋਣ ਲੱਗ ਪਈ ਕਿ ਬੇਟਾ ਤੇਰੇ ਮਾਸੜ ਨੂੰ ਉੱਥੇ ਬੱਸ ਦੇ ਵਿੱਚੋਂ ਲਾ ਲਿਆ ਵਾ, ਤੇ ਪੁਲਿਸ ਵਾਲੇ ਲਾ ਕੇ ਜਿਪਸੀਆਂ ਤੇ ਲੱਦ ਕੇ ਲੈ ਗਏ ਨੇ ਗੰਗਾ ਨਦੀ ਦੇ ਪੁਲ ਤੋਂ। ਤੇ ਬੇਟਾ ਪਤਾ ਕਰ ਤੇਰਾ ਮਾਸੜ ਕਿੱਥੇ ਆ, ਉਹ ਤੇ ਕਦੀ ਘਰੋਂ ਬਾਹਰ ਵੀ ਨਹੀਂ ਨਿਕਲਿਆ, ਔਰ ਉਹਦੇ ਤੇ ਕੋਈ ਮੁਕੱਦਮਾ ਵੀ ਨਹੀਂ ਕਦੀ ਅੱਜ ਤੱਕ ਪਿਆ, ਉਹਨੇ ਕਦੀ ਪੁਲਿਸ ਵੀ ਨਹੀਂ ਵੇਖੀ, ਔਰ ਉਹਨੇ ਕੋਲ ਲੈ ਗਏ ਨੇ ਫੜ ਕੇ। ਤੇ ਬਾਕੀ ਹੋਰ ਨੌਜਵਾਨ ਜਿੰਨੇ ਬੱਸ ਦੇ ਵਿੱਚ ਸੀਗੇ ਉਹਨਾਂ ਨੂੰ ਲਾ ਕੇ ਲੈ ਗਏ, ਤੂੰ ਪਤਾ ਕਰ। ਤੇ ਆਰ.ਡੀ. ਤ੍ਰਿਪਾਠੀ ਇੱਥੇ ਐਸ.ਪੀ. ਸੀਗਾ, ਔਰ ਮੈਂ ਉਸ एसपी को ਉਹਦੀ कोठी आ गया पता करने वास्ते कि ऐसे ऐसे करके हमारे मौसा जी थे उस बस में, और आपकी पुलिस उतार के लाई है, पीलीभीत की गाड़ियां थी सारी, और वो कहाँ है। ਉਹਦੇ ਗੱਲ ਕਰਦਿਆਂ ਉਹਦੇ ਨਾਲ ਬਹਿਸ ਹੋ ਗਈ ਮੇਰੀ ਬਹੁਤ ਜ਼ਿਆਦਾ। ਬਹਿਸ ਦੇ ਵਿੱਚ ਮੈਂ ਉਹਦੇ ਆਫਿਸ ਦੇ ਚੋਂ ਬਾਹਰ ਨਿਕਲ ਆਇਆ। ਬਾਹਰ ਇਹਨੇ ਇਸ਼ਾਰਾ ਕੀਤਾ ਕਿ ਇਸੇ ਰੋਕੋ। ਉਸ ਤੋਂ ਪਹਿਲਾਂ ਹੀ ਉੱਥੋਂ ਦਾ ਜਿਹੜਾ ਸਿਪਾਹੀ ਸੀਗਾ ਉਹਨੇ ਮੈਨੂੰ ਇਸ਼ਾਰਾ ਕਰ ਦਿੱਤਾ, ਸਾਹਿਬ ਬੜੇ ਗੁੱਸੇ में आप निकल जाओ यहाँ से। ਮੈਂ ਉੱਥੋਂ ਨਿਕਲ ਗਿਆ। ਉਹਨੇ ਕਿਹਾ ਕਿ ਇਹ ਬੰਦਾ ਪਤਾ ਕਰਵਾ ਰਿਹਾ, ਜਿਹੜੇ ਬੰਦੇ ਇੱਥੋਂ ਕਿਹਨਾਂ ਲਈ ਦਾ ਆਪਣੇ ਜਿਹੜੇ ਫੜੇ ਹੋਏ ਬੰਦੇ ਨੇ ਪਤਾ ਕਰਵਾ ਰਿਹਾ ਵਾ, ਇਹ ਕੱਲ ਨੂੰ ਕੋਈ ਇਸ ਚੀਜ਼ ਨੂੰ ਚੁੱਕੇ ਨਾ, ਇਸ ਕਰਕੇ ਇਹਨੂੰ ਵੀ ਗ੍ਰਿਫਤਾਰ ਕਰੋ। ਸਾਡੇ ਫਾਰਮ ਤੇ ਪੁਲਿਸ ਚਲੀ ਗਈ ਪਤਾ ਕਰਨ ਵਾਸਤੇ। ਉੱਥੋਂ ਇੱਕ ਫਾਰਮ ਤੋਂ ਕੋਈ ਆਇਆ ਸੀਗਾ, ਸਾਡੇ ਚਾਚਾ ਜੀ ਸੀਗੇ ਪਿੰਡ ਦੇ ਰਿਸ਼ਤੇ ਦੇ, ਤੇ ਸਾਈਕਲ ਤੇ ਆਏ। ਤਾਂ ਉਹਨਾਂ ਕਿਹਾ ਕਿ ਬੇਟਾ ਉਦੋਂ ਮੋਬਾਈਲ ਵਗੈਰਾ ਸਭ 1991 ਚ ਨਹੀਂ ਸੀਗੇ ਹੁੰਦੇ, ਕੋਈ ਇਦਾਂ ਦਾ ਸਾਧਨ ਨਹੀਂ ਸੀਗਾ ਫਾਰਮ ਤੋਂ ਕੋ ਫੋਨ ਆ ਜਾਏਗਾ ਜਾਂ ਕੋਈ ਗੱਲ ਹੋ ਜਾਏਗੀ। ਉਹਨਾਂ ਕਿਹਾ ਬੇਟਾ ਤੈਨੂੰ ਪੁਲਿਸ ਲੱਭਦੀ ਫਿਰਦੀ ਸੀਗੀ। ਅੱਛਾ, ਉਦੋਂ ਮਾਹੌਲ ਇਦਾਂ ਦਾ ਬਣਿਆ ਹੋਇਆ ਸੀਗਾ
ਇਹ ਆਤੰਕਵਾਦ ਦਾ ਦੌਰ ਸੀਗਾ। ਜਿਹਨੂੰ ਮਰਜ਼ੀ ਪੁਲਿਸ ਚੁੱਕ ਲੈਂਦੀ ਸੀਗੀ, ਟਾਟਾ 'ਚ ਬੰਦ ਕਰ ਦਿੰਦੀ ਸੀਗੀ, ਹਥਿਆਰ ਪਾ ਦਿੰਦੀ ਸੀਗੀ। ਔਰ ਉਸ ਤੋਂ ਬਾਅਦ ਇਹਨਾਂ ਨੂੰ ਕਿਤੇ ਵੀ ਪੰਜਾਬ ਪੁਲਿਸ ਨੂੰ ਇਨਫਾਰਮ ਕਰਕੇ ਇੱਥੋਂ ਪੰਜਾਬ ਪੁਲਿਸ ਆਉਂਦੀ ਸੀਗੀ, ਇੱਥੋਂ ਬੰਦੇ ਲੈ ਜਾਣੇ, ਫੜ ਕੇ ਪਤਾ ਲੱਗਣਾ ਕਿ ਸਰਹੰਦ ਕੋਈ ਨਹਿਰ ਤੇ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ, ਕਿਤੇ ਮਾਰਿਆ ਗਿਆ। ਬਹੁਤ ਜ਼ਿਆਦਾ ਡਰ ਔਰ ਭੈ ਦਾ ਮਾਹੌਲ ਸੀਗਾ। ਉਸੇ ਡਰ ਠੀਕ ਦੀ ਹੈ। ਵਜ੍ਹਾ ਦੇ ਨਾਲ, ਹਾਂਜੀ, ਉਸੇ ਡਰ ਦੀ ਵਜ੍ਹਾ ਦੇ ਨਾਲ ਹੀ ਮੈਂ ਦਿੱਲੀ ਇੱਕ ਟਰੱਕ ਜਾ ਰਿਹਾ ਸੀਗਾ ਇੱਥੋਂ ਆਸਾਮ ਰੋਡ ਤੋਂ। ਮੈਂ ਡਰਿਆ, ਫਾਰਮ ਤੇ ਗਿਆ ਨਹੀਂ ਕਿ ਫਾਰਮ ਤੇ ਪੁਲਿਸ ਤਲਾਸ਼ ਕਰ ਰਹੀ ਆ, ਕਿੱਧਰ ਨੂੰ ਜਾਵਾਂ। ਅਸਾਂ ਏਜ ਬਹੁਤ ਛੋਟੀ ਸੀਗੀ, ਅਜੇ ਬੱਚਿਆਂ ਵਾਲੀ ਉਮਰ ਸੀਗੀ। ਇਹਨਾਂ ਕੋ ਸਮਝ ਹੀ ਨਹੀਂ ਸੀਗਾ ਕਿ ਕਿੱਧਰ ਨੂੰ ਜਾਵਾਂ, ਕਿੱਧਰ ਨੂੰ ਭੱਜੀਏ। ਮੈਨੂੰ ਆਪਣੀ ਮੌਤ ਦਿਸਣ ਲੱਗ ਪਈ ਕਿ ਇਹਨਾਂ ਨੇ ਜਿਹੜਾ ਹੈ ਪੁਲਿਸ ਨੇ ਹੁਣ ਮੈਨੂੰ ਗ੍ਰਿਫਤਾਰ ਕਰ ਲੈਣਾ, ਜਾਂ ਬੰਦ ਕਰੇਗੀ ਜਾਂ ਮਾਰੇਗੀ। ਇੱਥੋਂ ਦਾ ਮਾਹੌਲ ਹੀ ਇਦਾਂ ਦਾ ਸੀਗਾ, ਤਰਾਈ ਦਾ, ਸਾਡੇ ਦਾ ਬਹੁਤ ਖਰਾਬ ਮਾਹੌਲ ਸੀਗਾ। ਮਤਲਬ ਕਿਸੇ ਬੰਦੇ ਦਾ ਇਹ ਨਹੀਂ ਪਤਾ ਕਿ ਕਦੋਂ ਉਹਨੇ ਪੁਲਿਸ ਨੇ ਚੁੱਕ ਕੇ ਲੈ ਜਾਣਾ ਜਾਂ ਕਦੋਂ ਮਾਰਿਆ ਜਾਣਾ। ਇਦਾਂ ਦੇ ਹਾਲਾਤ ਸੀਗੇ। ਉਸ ਤੋਂ ਬਾਅਦ ਜਸਟ ਕੀ ਸਿਰਫ ਹੋਇਆ ਕਿ ਸਿੱਖ ਹੋਣ ਕਰਕੇ ਹਾਂ, ਸਿੱਖ ਹੋਣ ਸਿੱਖਾਂ ਦੀ ਕਰਕੇ, ਏਦਾਂ ਹਾਂ, ਮਤਲਬ ਜਿਹੜੀ ਯੂਪੀ ਸਾਡੀ, ਦੇ ਵਿੱਚ ਵੀ ਸਿੱਖਾਂ ਲਈ ਪੂਰਾ ਖਤਰਾ ਸੀਗਾ ਕਿ ਫੇਕ ਇਨਕਾਊਂਟਰ ਜਾਂ ਨਕਲੀ ਕੇਸ ਬਣਾ ਕੇ ਕੁੱਟਮਾਰ ਕਰਨੀ, ਔਰ ਉਹ ਖਾਲਿਸਤਾਨੀ ਅੱਤਵਾਦੀ ਦਾ ਟੈਗ ਲਾਉਣ ਨੂੰ ਕਾਹਲੀ ਸੀ ਪੁਲਿਸ। ਨਹੀਂ ਉਹ ਤੇ ਸੀਗਾ ਹੀ ਨਹੀਂ ਇੱਥੇ, ਆਤੰਕਵਾਦ ਤੇ ਕੋਈ ਸੀਗਾ ਹੀ ਨਹੀਂ। ਆਤੰਕਵਾਦ ਤੇ ਇੱਥੇ ਫੈਲਾਇਆ ਇੱਕ ਬਰਜ ਲਾਲ ਇੱਥੇ ਆਇਆ ਸੀਗਾ, SSP। ਉਹਨੇ ਲੋਕਾਂ ਨੂੰ ਜਾਂ ਮਤਲਬ ਫੜ ਫੜ ਕੇ ਉਹਨਾਂ ਦੇ ਕਿਸੇ ਦੇ ਤਮੰਚਾ ਬਰਾਮਦ ਕਰਕੇ ਪਾ ਦੇਣਾ। ਸਿੱਖਾਂ ਨੂੰ ਸਭ ਤੋਂ ਪਹਿਲਾਂ ਉਹਨੇ ਜੇਲ੍ਹ ਦੇ ਵਿੱਚ ਭੇਜਣਾ ਸ਼ੁਰੂ ਕੀਤਾ। ਔਰ ਇਹਨਾਂ ਨੇ ਟੈਗ ਲਾ ਲਾ ਕੇ ਜ਼ਬਰਦਸਤੀ, ਮਤਲਬ ਪੁਲਿਸ ਨੇ ਰੋਜ਼ ਛਾਪਾ ਮਾਰਨਾ, ਫੜ ਕੇ ਬੰਦ ਕਰ ਦੇਣਾ। ਇੱਕ ਭਰਾ ਬੰਦ ਹੋ ਗਿਆ, ਦੂਜੇ ਨੂੰ ਲੱਭਣਾ, ਤੇ ਦੂਜੇ ਨੇ ਭੱਜ ਹੀ ਜਾਣਾ ਨਾ ਘਰੋਂ। ਉਹਨੇ ਤਾਂ ਜੀ। ਘਰ ਛੱਡ ਕੇ ਦੌੜ ਜਾਣਾ ਨਾ ਕਿਸੇ ਦੇ ਉੱਤੇ। ਸਾਡੇ ਇੱਥੇ ਲਾਗੇ ਸੀਗੇ ਇੱਕ ਰਾਮ ਸਿੰਘ ਜੀ, ਵਿਚਾਰੇ ਬੜੇ ਸਿੱਧੇ, ਉਹਨਾਂ ਨੂੰ ਚੁੱਕ ਕੇ ਲੈ ਕੇ ਟਾਟਾ 'ਚ ਬੰਦ ਕਰ ਦਿੱਤੀ। ਹੋਰ ਬਹੁਤ ਸਾਰੇ ਬੰਦੇ ਜਿਨ੍ਹਾਂ ਦੇ ਉੱਤੇ ਟਾਟਾ ਲਾ ਕੇ ਬੰਦ ਕਰ, ਮਤਲਬ ਜ਼ਬਰਦਸਤੀ ਆਤੰਕਵਾਦ ਫੈਲਾਇਆ। ਸਾਡੇ ਯੂਪੀ ਦੇ ਵਿੱਚ ਆਤੰਕਵਾਦ ਦੇ ਨਾਲ ਕੋਈ ਮਤਲਬ ਨਹੀਂ ਸੀਗਾ ਪੁਲਿਸ ਦਾ। ਹੁਣ ਜਿਹੜੇ ਆ 3 ਬੰਦੇ ਇੱਥੋਂ ਦੇ ਮਾਰੇ ਗਏ ਨੇ ਪੰਜਾਬ ਦੇ, ਤੇ ਬਾਅਦ 'ਚ ਪਤਾ ਲੱਗਾ ਕਿ 2-3 ਲੋਕਾਂ ਦੇ ਉੱਤੇ ਮੁਕੱਦਮੇ ਸੀਗੇ। ਜਿਹੜੇ 3 ਲੋਕ ਸੀਗੇ, 3 ਦੇ ਉੱਤੇ ਇੱਕ ਵੀ ਮੁਕੱਦਮਾ ਨਹੀਂ ਸੀਗਾ। ਦਫਾ 25 ਦਾ ਵੀ ਮੁਕੱਦਮਾ ਨਹੀਂ। ਜਿਹੜੇ ਇਹਨਾਂ ਕਤਲ ਕੀਤੇ ਨੇ 11 ਸਿੱਖ ਹੱਤਿਆਕਾਂਡ 'ਚ, ਉਹਨਾਂ ਤੇ ਦਫਾ 25 ਦਾ ਵੀ ਮੁਕੱਦਮਾ ਨਹੀਂ ਸੀਗਾ। ਕਿਸੇ ਇੱਕ ਵੀ ਬੰਦੇ ਉੱਤੇ ਕੋਈ ਮੁਕੱਦਮਾ ਨਹੀਂ ਸੀਗਾ। ਉਹਨਾਂ ਨੂੰ ਚੁੱਕ ਕੇ ਮਾਰਨਾ, ਇਨਾਮ ਲੈਣ ਦਾ ਲਾਲਚ ਕਰਨਾ। ਦੂਜਾ, ਕਿਉਂਕਿ ਇਹ ਮਿਨੀ ਪੰਜਾਬ ਕਹਿਲਵਾਉਂਦਾ ਵਾ ਯੂਪੀ, ਸਿੱਖ ਕਾਫੀ ਤਾਦਾਦ ਸੀਗੇ। ਦੂਜੇ, ਇਹਨਾਂ ਨੂੰ ਕਿ ਇਹਨਾਂ ਨੇ ਬੜੀ ਮਿਹਨਤਾਂ ਦੇ ਨਾਲ ਇੱਥੇ ਜ਼ਮੀਨਾਂ ਬਣਾਈਆਂ ਸੀਗੀਆਂ, ਬਹੁਤ ਮਿਹਨਤਾਂ ਕੀਤੀਆਂ। ਕਈਆਂ ਲੋਕਾਂ ਨੂੰ ਸੱਪਾਂ ਨੇ ਡਸ ਲਿਆ, ਕਈਆਂ ਨੂੰ ਸ਼ੇਰਾਂ ਨੇ ਮਾਰ ਦਿੱਤਾ। ਜੰਗਲ ਹੀ ਬਹੁਤ ਤਗੜੇ ਤਗੜੇ। ਕੁਛ ਪਰਿਵਾਰ ਅੱਧੇ ਅੱਧੇ ਇਦਾਂ ਹੀ ਜ਼ਮੀਨਾਂ 'ਚ ਹੀ ਵਿਚਾਰੇ ਦੱਬੇ ਗਏ, ਮਾਰੇ ਗਏ। ਬੜੀਆਂ ਜੀ। ਉਹਨਾਂ ਮਿਹਨਤਾਂ ਕੀਤੀਆਂ ਤਰਾਈ ਦੇ ਵਿੱਚ। ਦੂਜਾ, ਇਹਨਾਂ ਦੀ ਜ਼ਮੀਨਾਂ ਤੇ ਸੀਗਾ ਕਿ ਇਹਨਾਂ ਨੂੰ ਇੱਥੋਂ ਭਜਾਓ। ਆਤੰਕਵਾਦ ਦਾ ਅਟੈਕ, ਕੁਛ ਲੋਕ ਘਬਰਾ ਕੇ ਭੱਜ ਵੀ ਗਏ, ਬਾਹਰ ਚਲੇ ਗਏ। ਕੁਛ ਲੋਕ ਪੰਜਾਬ ਚਲੇ ਗਏ, ਕੁਛ ਫੋਰਨ ਕੰਟਰੀ ਚਲੇ ਗਏ, ਕੁਛ ਲੋਕ ਜ਼ਮੀਨਾਂ ਵੇਚ ਗਏ। ਇਦਾਂ ਦਾ ਇਹਨਾਂ ਨੇ ਮਾਹੌਲ ਤੈਅ ਕੀਤਾ। ਉਸੇ ਠੀਕ ਹੈ ਜੀ। ਮਾਹੌਲ ਨੂੰ ਅੱਗੇ ਵਧਾਉਂਦਿਆਂ ਇਹਨਾਂ ਨੇ ਇਸ ਮਾਮਲੇ ਨੂੰ ਜਿਹੜਾ ਗਿੱਥੀ ਮਿੱਥੀ ਸਾਜ਼ਿਸ਼ ਦੇ ਨਾਲ, ਕਿਉਂਕਿ ਇਹਨਾਂ ਨੇ ਬਹਾਨਾ ਕਿੱਦਾਂ ਇਕੱਠੇ ਕਿੱਦਾਂ ਲੱਭਦੇ ਇੰਨੇ ਬੰਦੇ, ਤੇ ਉਹਨੂੰ ਬੱਸਦਾ ਕਿਤੋਂ ਇਹਨਾਂ ਨੂੰ ਮੈਸੇਜ ਮਿਲ ਗਿਆ ਕਿ ਯਾਤਰਾ ਤੇ, ਕਿਉਂਕਿ ਜਦੋਂ ਯਾਤਰਾ ਜਾਂਦੀ ਆ ਤੇ ਆਮ ਬੰਦਿਆਂ ਨੂੰ ਪਤਾ ਹੁੰਦਾ ਜਿੱਥੋਂ ਬੱਸ ਕੀਤੀ ਆ ਜਾਂ ਬੱਸ ਗਈ ਆ, ਜਾਂ ਬੱਸ ਦਾ ਡਰਾਈਵਰ ਤੇ ਅਜੇ ਤੱਕ ਵੀ ਨਹੀਂ ਮਿਲਿਆ। ਬੱਸ ਦਾ ਡਰਾਈਵਰ ਠੀਕ ਤੇ ਹੈ ਜੀ। ਉਹ ਵੀ ਇਹਨਾਂ ਨੇ ਗਾਇਬ ਕਰ ਦਿੱਤਾ, ਨਹੀਂ ਪਤਾ ਲੱਗਾ ਅਜੇ ਵੀ ਬੱਸ ਦੇ ਡਰਾਈਵਰ ਦਾ। ਠੀਕ ਹੈ ਜੀ। ਜੀ ਹਰਜਿੰਦਰ ਸਿੰਘ ਜੀ, ਇੱਕ ਹੋਰ ਚੀਜ਼ ਕਨਫਿਊਜ਼ਿੰਗ ਫੈਕਟਰ ਬਣਦੀ ਹੈ ਕਿ ਕਈ ਰਿਪੋਰਟਸ ਕਹਿੰਦੀਆਂ ਨੇ ਕਿ 11 ਲੋਕਾਂ ਨੂੰ ਉੱਥੇ ਕਤਲ ਕੀਤਾ ਗਿਆ ਪੁਲਿਸ ਵੱਲੋਂ, ਔਰ ਕਈ ਰਿਪੋਰਟਸ ਜੀ 10 ਕਹਿੰਦੀਆਂ ਨੇ। ਇਹ ਕਨਫਿਊਜ਼ਨ ਕਿਉਂ ਹੈ ਜੀ? ਨਹੀਂ, ਇਸ ਕਰਕੇ ਆ ਕਿ ਸਰਦਾਰ ਮਲਕੀਤ ਸਿੰਘ ਜੀ ਦਾ ਲੜਕਾ ਸੁਜਾਨਪੁਰ ਡਿਸਟ੍ਰਿਕਟ ਦੇ ਰਹਿਣ ਵਾਲੇ ਸੀਗੇ। ਉਸ ਲੜਕੇ ਨੇ ਬੱਸ ਕੀਤੀ ਸੀਗੀ, ਜਿਹੜੀ ਬੱਸ ਆ ਕਿਰਾਏ ਤੇ, ਉਸ ਲੜਕੇ ਨੇ ਕੀਤੀ। ਉਹਨੇ ਸਾਰੀ ਆਰਗੇਨਾਈਜ਼ ਕੀਤੀ ਸੀਗੀ ਬੱਸ ਯਾਤਰਾ। ਉਸ ਲੜਕੇ ਦੀ ਬਾਡੀ ਨਹੀਂ ਮਿਲੀ। 10 ਲੋਕਾਂ ਦੀ ਬਾਡੀ ਮਿਲੀ। 3-3 ਲੋਕ, ਇੱਕ ਜਿਹੜੇ ਇੱਥੇ ਨੇ ਜਿਹੜੇ ਧਮੇਲਾ ਖੂਹਾਂ ਮਾਰੇ ਥਾਣੇ ਨੂਰੀਏ ਦੇ ਵਿੱਚ, 4 ਲੋਕ, ਔਰ 3 ਲੋਕ ਇਹਨਾਂ ਨੇ ਮਾਰੇ ਰਾਮਨਗਰਾ ਦੇ ਜੰਗਲਾਂ 'ਚ, ਥਾਣਾ ਮਾਧੋ ਟਾਂਡਾ। 3 ਮਾਰੇ ਇਹਨਾਂ ਨੇ ਥਾਣੇ ਬਿਲਸੰਡੇ ਦੇ ਵਿੱਚ। ਇੱਕ ਬਾਡੀ ਇਹਨਾਂ ਨੇ ਗਾਇਬ ਕਰ ਦਿੱਤੀ, ਇੱਕ ਬਾਡੀ ਮਿਲੀ ਨਹੀਂ। ਉਹ ਇਸ ਕਰਕੇ ਹੈਗੀ ਆ ਕਿ ਇਹਨਾਂ ਨੇ ਜਿਹੜੀਆਂ ਬਾਡੀਆਂ ਦਿਖਾਈਆਂ 10, ਔਰ ਬੱਸ ਦੇ ਵਿੱਚੋਂ ਕੱਢੇ 11 ਲੋਕ। ਉਹਨੇ ਬੱਸ ਆਰਗੇਨਾਈਜ਼ ਕੀਤੀ, ਔਰ 12ਵਾਂ ਡਰਾਈਵਰ ਵੀ ਗਾਇਬ ਹੈਗਾ ਵਾ। ਉਸ ਤੋਂ ਬਾਅਦ ਜਿਹੜਾ ਡਰਾਈਵਰ ਸੀਗਾ ਉਹ ਬੱਸ ਦਾ, ਉਹ ਜਦੋਂ ਵਾਪਸ ਆਇਆ ਥੋੜੇ ਦਿਨਾਂ ਬਾਅਦ ਡਰਾਈਵਰ ਵੀ ਗਾਇਬ ਹੋ ਗਿਆ।
ਅਗਰ ਡਰਾਈਵਰ ਨੂੰ ਮੰਨ ਕੇ ਚੱਲੀਏ, ਡਰਾਈਵਰ ਮਿਲਿਆ ਹੀ ਨਹੀਂ ਅੱਜ ਤੱਕ, ਉਹ ਮੁਸਲਮਾਨ ਡਰਾਈਵਰ ਸੀਗਾ, ਉਹਨੂੰ ਮਿਲਾ ਕੇ ਤੇ ਚੱਲੀਏ ਤੇ 12 ਚੱਲੇ, 12 ਬਣਦੇ ਨੇ। ਕਿਉਂਕਿ ਸੀਬੀਆਈ ਦੀ ਜਿਹੜੀ ਰਿਪੋਰਟ ਦਰਜ ਹੋਈ ਆ 3 ਜਗ੍ਹਾ, ਅਲੱਗ-ਅਲੱਗ ਜਗ੍ਹਾ ਤੇ, ਉਹਦੇ ਤੇ ਟੋਟਲ 11 ਲੋਕਾਂ ਦਾ ਨਾਂ ਆ। ਇਸ ਤੇ ਕਰਕੇ ਉਹ ਡਰਾਈਵਰ ਕਨਫਿਊਜ਼ਨ ਹੈ ਕਿ ਬਾਰੇ ਕੋਈ ਬਾਡੀਆਂ 10 ਮੁਕੱਦਮਾ ਨਹੀਂ ਬਣ। ਚੱਲ ਰਿਹਾ? ਨਹੀਂ, ਉਹਦੇ ਬਾਰੇ ਕੋਈ ਮੁਕੱਦਮਾ ਅਸਲ ਦੇ ਵਿੱਚ, ਇਸੇ ਸੀਬੀਆਈ ਨੂੰ ਸਾਰੇ ਦਾ ਸਾਰਾ ਕੇਸ ਹੋ ਗਿਆ, ਪਰ ਸੀਬੀਆਈ ਵੀ ਡਰਾਈਵਰ ਤੋਂ ਲੱਭਦੇ ਰਹੀ। ਹੁਣ ਉਸ ਤੋਂ ਬਾਅਦ ਡਰਾਈਵਰ ਮਿਲਿਆ ਨਹੀਂ, ਇਹਨਾਂ ਨੇ ਕੀ ਕੀਤਾ, ਕੋਈ ਸੀਬੀਆਈ ਦੇ ਹੱਥ ਦੇ ਵਿੱਚ ਕੇਸ ਸੀਗਾ। ਕੱਲ ਪਰਸੋਂ ਵੀ ਡਰਾਈਵਰ ਦੇ ਬਾਰੇ ਮੈਂ ਖੋਜਬੀਨ ਕੀਤੀ ਇੱਥੇ, ਅਗਰ ਡਰਾਈਵਰ ਮਿਲ ਜੇ ਤੇ ਇਹਨੂੰ ਸੁਪਰੀਮ ਕੋਰਟ, ਜਿੱਦਾਂ ਹੁਣ ਅਸੀਂ ਜਾਣਾ ਵਾ ਸੁਪਰੀਮ ਕੋਰਟ, ਇਸ ਕੇਸ ਨੂੰ ਲੈ ਕੇ ਜਾ ਰਹੇ ਹਾਂ 7 ਸਾਲ ਦੀ ਸਜ਼ਾ ਦੇ ਖਿਲਾਫ। ਤੇ ਕਿਉਂਕਿ ਇਹ ਜਿਹੜੀ ਨਜ਼ੀਰ ਇਹਨਾਂ ਨੇ ਬਣਾ ਦਿੱਤੀ ਆ, ਇਹ ਤੇ ਹਰ ਜਗ੍ਹਾ ਵਰਤੀ ਜਾਏਗੀ ਨਾ, ਕਰੇ ਖਾਰਜ ਨਹੀਂ ਹੋਈ ਤੇ। ਜਿਹੜਾ ਸੀਬੀਆਈ ਕੋਰਟ ਨੇ ਮੁਆਵਜ਼ਾ ਦੱਸਿਆ ਸੀ 14 ਲੱਖ ਵੀ ਕਿਸੇ ਟੱਬਰ ਨੂੰ ਮਿਲਣਾ ਸੀਗਾ ਅਕੋਰਡਿੰਗ ਟੂ ਰੈਂਕਸ ਪੁਲਿਸ ਅਫਸਰਸ ਦੇ, ਉਹ ਕਿਸੇ ਵੀ ਟੱਬਰ ਨੂੰ ਉਹ ਮੁਆਵਜ਼ਾ ਨਹੀਂ ਮਿਲਿਆ ਸੀ ਨਹੀਂ, 2016 ਅਜੇ ਤੋਂ ਤੱਕ ਲੈ ਨਹੀਂ ਕੇ ਮਿਲਿਆ। 2022 ਤੱਕ? ਨਹੀਂ, ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ, ਤੇ ਉਹ ਹੁਣ ਮਿਲਿਆ ਹੀ ਮੁਆਵਜ਼ਾ ਨਹੀਂ, ਘਟਾ ਕਿਉਂਕਿ ਕੇ ਲੋਕ ਸਿਰਫ ਅਪੀਲ 'ਚ 10,000 ਚਲੇ ਗਏ ਰੁਪਇਆ ਨਾ। ਕਰ ਦਿੱਤਾ ਗਿਆ। ਹਾਂ, 10,000 ਰੁਪਏ ਕਰ ਦਿੱਤਾ। ਹਮ, ਜਿਹੜਾ ਦਾ ਇਹ ਤੇ ਮਤਲਬ ਜਿਹੜਾ ਆਰਡਰ ਥੋੜੀ ਹੋਇਆ, ਉਹ ਤੇ ਹਰ ਇੱਕ ਆਦਮੀ, ਹਰ ਬੰਦਾ ਕਹਿ ਰਿਹਾ ਕਿ ਟੋਟਲ ਹੁਣ ਇਹਨਾਂ ਜੱਜਾਂ ਦੇ ਮਨ 'ਚ ਕੀ ਗੱਲਬਾਤ ਆਈ ਆ, ਕਿ ਮੇਰਾ ਖਿਆਲ ਹੈ ਕਿ ਇੱਕ ਬੰਨੇ ਤੁਸੀਂ ਦੇਖ ਲਓ ਕਿ ਸਾਡੇ ਸਿੱਖ ਜਿਹੜੇ ਨੇ ਉਹ ਸਜ਼ਾ ਪੂਰੀ ਦੀ ਪੂਰੀ ਕਰਕੇ ਜੇਲ੍ਹਾਂ 'ਚ ਬੈਠੇ ਨੇ। ਕਿਸੇ ਨੇ ਉਮਰ ਕੈਦ ਵੀ ਭੁਗਤ ਲਈ ਆ, ਕਿਸੇ ਨੂੰ 20 ਸਾਲ ਸਜ਼ਾ ਹੋਈ ਉਹ ਵੀ ਪੂਰੀ ਕਰ ਲਈ ਆ, 15-15 ਸਾਲ ਉੱਤੇ ਹੋ ਗਏ, ਔਰ ਉਹਨਾਂ ਲੋਕਾਂ ਨੂੰ ਤੇ ਛੱਡਣ ਨੂੰ ਤਿਆਰ ਨਹੀਂ। ਔਰ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਉਹਨਾਂ ਨੂੰ ਉਮਰ ਕੈਦ ਹੋਈ ਆ, ਤੇ ਉਹਨਾਂ ਨੂੰ ਕਿੰਨਾ ਲਈਦਾ, ਇਹ ਕਿੰਨਾ ਲਈਦਾ, ਇਹਨਾਂ ਤੇ ਜਿਹੜੀਆਂ ਸਜ਼ਾ, ਇੱਕ ਪ੍ਰਕਾਰ ਦੀ ਸਜ਼ਾ ਮਾਫੀ ਆ। 7 ਸਾਲ ਦਾ ਮਤਲਬ ਆ, ਸੁਪਰੀਮ ਕੋਰਟ ਦਾ ਵੀ ਆਰਡਰ ਆ ਕਿ ਜਿਸ ਕੇਸ ਦੇ ਵਿੱਚ ਵੀ 7 ਸਾਲ ਦੀ ਸਜ਼ਾ ਹੋਈ ਹੋਵੇ, ਉਹ ਤੋਂ ਸਜ਼ਾ ਨੂੰ ਉਹਨੂੰ ਤੁਸੀਂ ਜ਼ਮਾਨਤ ਦੇ ਸਕਦੇ ਹੋ, ਕਹਿ ਦੇਣਾ ਤੇ ਗ੍ਰਿਫਤਾਰ ਵੀ ਨਹੀਂ ਕਰ ਸਕਦੇ। ਤੁਹਾਨੂੰ ਲੱਗਦਾ ਹੈ ਕਿ ਜਿਹੜੇ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਹੋਈ ਹੈ ਕਿ ਜਿਹੜਾ ਵਰਦੀ ਪਾ ਕੇ ਕ੍ਰਾਈਮ ਕਰਨਾ ਉਹ ਹੋਰ ਵੀ ਘਿਨਾਉਣਾ ਹੋ ਜਾਂਦਾ ਹੈ, ਸੋ ਤੁਹਾਨੂੰ ਲੱਗਦਾ ਹੈ ਜੀ, ਕਿ ਇੱਕ ਪਿਰਤ ਪਾਈ ਜਾ ਰਹੀ ਹੈ, ਇੱਕ ਪਿਰਤ ਸੈੱਟ ਕੀਤੀ ਜਾ ਰਹੀ ਹੈ ਕਿ ਵਰਦੀ ਪਾ ਕੇ ਅੱਗੇ ਕੋਈ ਵੀ ਕਿਸੇ ਤਰ੍ਹਾਂ ਦਾ ਫੇਕ ਇਨਕਾਊਂਟਰ ਫਿਊਚਰ ਦੇ ਵਿੱਚ ਹੁੰਦਾ ਹੈ? ਕਿਉਂਕਿ ਯੂਪੀ ਜਾਣਿਆ ਜਾਂਦਾ ਹੈ, ਯੂਪੀ ਦੇ ਵਿੱਚ ਯੋਗੀ ਆਦਿੱਤਿਆਨਾਥ ਜੀ ਦੀ ਸਰਕਾਰ ਦੇ ਵੇਲੇ ਆਪਾਂ ਦੇਖਿਆ, ਸ਼ਾਇਦ ਉਹ ਗੈਂਗਸਟਰ ਦਾ ਨਾਮ ਵਿਕਾਸ ਦੁਬੇ ਸੀਗਾ, ਜਿਹਦਾ ਜੀ, ਜੀ, ਇਨਕਾਊਂਟਰ ਟੀਵੀ ਦੇ ਜੀ, ਉੱਤੇ ਚਲਾਇਆ ਗਿਆ ਸਾਰਾ ਸਿਸਟਮ। ਜੀ, ਔਰ ਜੀ, ਵੈਸੇ ਵੀ ਇੱਕ ਸਾਲ ਦੇ ਵਿੱਚ ਰਿਕਾਰਡ ਹੈ ਕਿ 1000 ਤੋਂ ਵੱਧ ਪੁਲਿਸ ਵੱਲੋਂ ਇਨਕਾਊਂਟਰਸ ਕੀਤੇ ਗਏ, 50 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ। ਸੋ ਐਦਾਂ ਦੇ ਬਹੁਤ ਰਿਕਾਰਡ ਨੇ। ਤੁਹਾਨੂੰ ਲੱਗਦਾ ਹੈ ਕਿ ਪਿਰਤ ਪਾਈ ਜਾ ਰਹੀ ਹੈ ਕਿ ਵਰਦੀ ਵਾਲਿਆਂ ਨੂੰ ਬਚਾਇਆ ਜਾ ਸਕੇ ਫਿਊਚਰ ਦੇ ਵਿੱਚ? ਬਿਲਕੁਲ। ਆ ਤੇ ਇਹਨਾਂ ਨੇ ਤੈਅ ਕਰ ਦਿੱਤਾ ਨਾ, ਅਤੇ ਡਿਸਾਈਡ ਕਰ ਦਿੱਤਾ ਇਹਨਾਂ ਨੇ ਕਿ ਅਸੀਂ 302 ਨੂੰ ਕਿਸੇ ਵੀ 302 ਨੂੰ ਕਨਵਰਟ ਕਰਕੇ ਕਿ ਨਾਲ ਇਹਦਾ 304 ਚ ਲੈ ਆਵਾਂਗੇ। ਇਹ ਤੇ ਇੱਕ ਪ੍ਰਕਾਰ ਦਾ ਗੈਂਗ ਆ ਨਾ, ਬਹੁਤ ਬੜਾ। ਹਿੰਦੁਸਤਾਨ ਦੇ ਵਿੱਚ ਜਿਹੜੀ ਪੁਲਿਸ ਆ, ਇਹ ਇੱਕ ਆਰਗੇਨਾਈਜ਼ ਸਰਕਾਰੀ ਕ੍ਰਾਈਮ ਦਾ ਗੈਂਗ ਆ। ਜਿਹੜੇ ਛੋਟੀ ਘੱਟ ਗਿਣਤੀ ਵਾਲੇ ਲੋਕ ਨੇ ਉਹਨਾਂ ਨੂੰ ਦੱਬਣ ਵਾਸਤੇ, ਉਹਨਾਂ ਨੂੰ ਮਾਰਨ ਵਾਸਤੇ ਸਰਕਾਰਾਂ ਕੋਲ ਇੱਕ ਬਹੁਤ ਵੱਡਾ ਗੈਂਗ ਆ ਕਿ ਜਿਹੜੇ ਆਪਣੇ ਦੂਜੇ ਲੋਕਾਂ ਨੂੰ, ਜਿਹੜੇ ਓਪੋਜੀਸ਼ਨ ਦੇ ਨੇ, ਜਿਹੜੇ ਵਿਰੋਧੀ ਨੇ, ਉਹਨਾਂ ਨੂੰ ਉੱਦਾਂ ਨਹੀਂ ਕਤਲੇਆਮ ਕਰਾਇਆ ਜਾ ਸਕੇ। ਗੱਡੀ ਪਲਟ ਗਈ, ਉਹ ਹੋ ਗਿਆ, ਜੇ ਹੋ ਗਿਆ, ਗੱਡੀ ਪਲਟਦਿਆਂ ਭੱਜ ਗਿਆ, ਅਸੀਂ ਗੋਲੀ ਮਾਰ ਦਿੱਤੀ। ਇਹ ਤਾਂ ਸਾਰਿਆਂ ਨੂੰ ਪਤਾ ਨਾ ਕਿ ਇਹਨਾਂ ਨੇ ਖੁਦ ਇਹ ਲੋਕ ਮਾਰਦੇ ਨੇ। ਔਰ ਇਹਨਾਂ ਦੇ ਕੋਰਟ ਔਰ ਉਤਲੇ ਕੋਰਟ ਤੱਕ ਜਾ ਕੇ ਉਹਨਾਂ ਦੇ ਹੱਕ ਦੇ ਵਿੱਚ ਫੈਸਲੇ ਦਿੰਦੇ ਨੇ, ਜਿਹੜੇ ਇਹਨਾਂ ਦੇ ਜੱਜ ਮੈਂ ਇਹੀ ਬਹਿੰਦੇ ਨੇ ਜਾਣਨਾ ਨਿਆਇਕ ਚਾਹਾਂਗੀ ਆਯੋਗ ਦੇ ਵਿੱਚ। ਮੈਂ ਇਹੀ ਜਾਣਨਾ ਜੀ, ਜੀ। ਚਾਹਾਂਗੀ ਜੀ ਕਿ 47 ਪੁਲਿਸ ਆਫੀਸਰ ਸੀਗੇ, 47 ਵੈਸੇ 57 57 ਨੂੰ ਚਾਰਜ ਸ਼ੀਟ ਕੀਤਾ ਗਿਆ ਸੀ। ਹਾਂਜੀ, 457 ਨੂੰ 57 ਕੀਤਾ ਨੂੰ। ਜੀ। ਮੁਕਦਮੇ ਦੇ ਦੌਰਾਨ ਜਿਹੜਾ ਜਦੋਂ ਇਨਕੁਆਇਰੀ ਚੱਲ ਰਹੀ ਸੀਗੀ, ਇਨਕੁਆਇਰੀ ਦੇ ਦੌਰਾਨ 10 ਲੋਕ ਖਤਮ ਹੋ ਗਏ, ਰਹਿ ਗਏ 47। ਹੁਣ 47 ਜਿਹੜੇ ਇਹਨਾਂ ਨੂੰ ਸਜ਼ਾ ਹੋਈ ਸੀਗੀ, ਇਹ ਹੁਣ ਰਹਿ ਗਏ 43। 4 ਆਦਮੀ ਹੋਰ ਖਤਮ ਹੋ ਗਏ। ਠੀਕ ਹੈ ਜੀ। 43 ਜਿਹੜੇ ਲੋਕ ਪੁਲਿਸ ਆਫੀਸਰਸ ਨੂੰ ਸਜ਼ਾ ਕਰਾਉਣੀ, ਔਰ ਤੁਸੀਂ ਇਹਨਾਂ ਨੂੰ ਇੱਕ ਗੈਂਗ, ਆਪਣੇ ਤਜਰਬੇ ਚੋਂ ਤੁਸੀਂ ਮਹਿਸੂਸ ਕੀਤਾ ਹੈ ਕਿ ਪੁਲਿਸ ਇੱਕ ਆਰਗੇਨਾਈਜ਼ਡ ਗੈਂਗ ਦੀ ਤਰ੍ਹਾਂ ਕੰਮ ਕਰਦੀ ਹੈ, ਸਰਕਾਰੀ ਗੈਂਗ ਦੀ ਤਰ੍ਹਾਂ। ਸੋ ਤੁਹਾਨੂੰ ਜੀ। ਇਹਦੇ ਚੋਂ ਦਬਾਅ ਆਏ, ਤੁਹਾਡੀ ਟੀਮ ਨੂੰ, ਤੁਹਾਨੂੰ ਲੋਕਾਂ ਨੂੰ? ਵੈਸੇ ਜਸਟਿਸ ਨਹੀਂ, ਆਰ ਐਸ ਮੈਂ ਸੋਢੀ ਸਾਹਿਬ ਇਸ ਦੀ ਇਸ ਜਗ੍ਹਾ ਤੇ ਮੈਂ ਕੱਲਾ ਹੀ ਸੀਗਾ ਸ਼ੁਰੂ ਤੋਂ। 91 ਤੋਂ ਮੈਂ ਕੱਲਾ ਚੱਲਿਆ ਇਸ ਕੇਸ ਦੇ ਵਿੱਚ ਲੋਕ ਜੁੜੇ, ਫਿਰ ਹਟ ਗਏ, ਜੁੜੇ, ਹਟ ਗਏ। ਜਦੋਂ ਸ਼ੁਰੂਆਤ ਕੀਤੀ ਸੀ ਕੇਸ ਦੀ, ਉਦੋਂ ਮੈਂ ਮਿਲਿਆ ਸੀਗਾ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਸਾਹਿਬ ਨੂੰ। ਉਹਨਾਂ ਦਾ ਨਾਮ ਸੁਣਿਆ, ਮੈਂ ਉਹਨਾਂ ਕੋਲ ਹੀ ਗਿਆ ਉਦੋਂ, ਜਦੋਂ ਮੈਂ ਇੱਥੋਂ ਘਰੋਂ ਭੱਜ ਕੇ ਗਿਆ ਸੀਗਾ ਪੁਲਿਸ ਤੋਂ ਡਰਦਾ ਹੋਇਆ। ਤੇ ਜਨਰਲ ਜਗਜੀਤ ਸਿੰਘ ਅਰੋੜਾ ਦੀ ਇੱਕ ਅਖਬਾਰ ਦੇ ਵਿੱਚ ਮੈਨੂੰ ਐਡਰੈਸ ਮਿਲ ਗਿਆ ਸੀਗਾ, ਉਹਨਾਂ ਦਾ ਇੰਟਰਵਿਊ ਛਪਿਆ। ਮੈਂ ਜਾਂਦਾ ਹੀ ਨਹੀਂ ਸੀਗਾ ਦਿੱਲੀ,
ਕਿਸੇ ਨੂੰ ਵੀ ਕਿਸੇ ਬੰਦੇ ਨਾਲ ਮੁਲਾਕਾਤ ਨਹੀਂ, ਕਿਸੇ ਬੰਦੇ ਨਾਲ ਨਾਂ ਨਹੀਂ ਸੁਣਿਆ। ਖਾਲੀ ਉਹਨਾਂ ਦਾ ਮੈਂ ਇਹ ਜਿਹੜੇ ਇਹ ਫੌਜੀ ਨੇ, ਫੌਜ ਦੇ ਵੱਡੇ ਅਫਸਰ ਰਹੇ ਨੇ, ਇਹਨਾਂ ਨੂੰ ਹੋ ਸਕਦਾ ਮੈਂ ਇਹਨਾਂ ਕੋਲ ਚਲੇ ਜਾਵਾਂ, ਮੈਂ ਤੇ ਆਪਣੀ ਜਾਨ ਬਚਾ ਕੇ ਭੱਜਾ ਨਾ ਉੱਥੋਂ। ਮੇਰਾ ਕੋਈ ਏਡਾ ਜਦੋਂ ਮੈਂ ਘਰੋਂ ਗਿਆ ਕੋਈ ਮਕਸਦ ਨਹੀਂ ਸੀਗਾ ਕਿ ਮੈਂ 11 ਸਿੱਖਾਂ ਦਾ ਮੁਕੱਦਮਾ ਲੜਨਾ। ਇਹਦੇ ਵਿੱਚ ਤੇ ਮੈਂ ਐਕਸੀਡੈਂਟਲੀ ਹੀ ਇਨਵੋਲਵ ਹੋਇਆ। ਇਸ ਕਰਕੇ ਇਨਵੋਲਵ ਹੋਇਆ ਕਿ ਜਦੋਂ ਮੈਂ ਡਰਦਾ ਇੱਥੋਂ ਅਗਲੇ ਦਿਨ ਮੈਂ ਕਿਨਾਲੀ ਦਾ ਉੱਥੇ ਜਦੋਂ ਜਨਰਲ ਜਗਜੀਤ ਸਿੰਘ ਅਰੋੜਾ ਦੇ ਘਰ ਪਹੁੰਚਿਆ, 15 ਫਰੋਸਾ ਰੋਡ ਸੀਗਾ ਜਾਂ 10 ਫਰੋਸਾ ਰੋਡ ਸੀਗਾ ਉਹਨਾਂ ਦਾ ਘਰ, ਇੰਨਾ ਮੈਂ ਕਨਫਰਮ ਨਹੀਂਗਾ ਮੈਨੂੰ ਹੁਣ ਕਾਫੀ, ਕਿਉਂਕਿ ਪੁਰਾਣੀ ਗੱਲ ਹੋ ਗਈ ਆ। ਤੇ ਉੱਥੇ ਜਿਹੜਾ ਬਾਹਰ ਕੋਈ ਪੁਲਿਸ ਵਾਲਾ ਖੜਾ ਸੀਗਾ, ਉਹਨੂੰ ਮੈਂ ਕਿਹਾ ਮੈਂ ਜਨਰਲ ਸਾਹਿਬ ਨੂੰ ਮਿਲਣਾ ਚਾਹੁੰਦਾ। ਉਹਨਾਂ ਨੇ ਫਿਰ ਮੈਨੂੰ ਅੰਦਰ ਆਫਿਸ ਭੇਜ ਦਿੱਤਾ। ਆਫਿਸ ਮੈਂ ਦੱਸਿਆ ਕਿ ਮੈਂ ਇਦਾਂ ਇਦਾਂ ਕਰਕੇ ਯੂਪੀ ਤੋਂ ਆਇਆ ਤੇ ਮੈਂ ਮੁਲਾਕਾਤ ਕਰਨਾ ਚਾਹੁੰਦਾ। ਉਹ ਜਿਹੜਾ ਅੰਦਰ ਕਲਰਕ ਸੀਗਾ, ਉਹਨੇ ਪਤਾ ਨਹੀਂ ਕਿ ਉਹਦੇ ਮਨ ਚ ਆਇਆ, ਉਹਨੇ ਅੰਦਰ फोन करके अंदर दसिया कि कोई सरदार लड़का है आपसे मिलना चाहता। अद्धे घंटे बाद वो चिट्टी उन्होंने किनाली का सिर ते दस्तार बन्नी गोल जी, घर दे विच कुर्ता पजामा पाया आया, पैरी हथ लाया, काका किद्दां आया। फिर मैं उन्होंने स्टोरी दसी कि इदां इदां करके इन्होंने बस तो ला के ते 11 बंदे साडे चुक के लै गए। ਜਦੋਂ मैं पता करन गया पुलिस मैनू भी मारन वास्ते पिछे पै गई ते मैं उत्थों भज आया। मैनू होर किसी का पता नहीं सीगा ਤੇ ਮੈਂ ਤੁਹਾਡੇ ਕੋਲ ਕਿਨਾਲੀ ਦਾ ਇੱਥੇ ਤੁਹਾਡਾ ਮੈਨੂੰ ਨਾਂ ਦਾ ਪਤਾ ਸੀਗਾ ਤੇ ਤੁਹਾਡਾ ਅਖਬਾਰ ਤੋਂ ਐਡਰੈਸ ਮਿਲਿਆ। ਪੰਜਾਬ ਕੇਸਰੀ ਦਾ ਐਡਰੈਸ ਵੀ ਮੈਂ ਉਦਾਂ ਹੀ ਕਟਿੰਗ ਪਾੜ ਕੇ ਜੇਬ 'ਚ ਪਾਈ, ਉਹਨਾਂ ਨੂੰ ਦਿਖਾਈ। ਤੇ ਅਗਲੇ ਦਿਨ ਇੱਥੇ ਵਿਸ਼ਵਾਮਿੱਤਰ ਟੰਡਨ ਸੀਗਾ ਅਮਰਜਾਲਾ ਦਾ ਅਖਬਾਰ, ਖਾਲੀ ਅਮਰਜਾਲਾ ਹੁੰਦੇ ਸੀਗੇ ਉਸ ਟਾਈਮ ਪੀਲੀਭੀਤ 1994 ਵਿੱਚ। ਇੱਥੇ ਇੰਨਾ ਡਰ ਸੀਗਾ ਅਖਬਾਰ ਵਾਲਿਆਂ ਤੇ ਵੀ ਕਿ ਇਸ ਨਿਊਜ਼ ਨੂੰ ਅਖਬਾਰ ਵਾਲੇ ਵੀ, ਕਿਉਂਕਿ ਲਿਫਾਫਾ ਬੱਸ ਤੇ ਜਾਂਦਾ ਸੀਗਾ, ਬਰੇਲੀ ਪ੍ਰੈਸ ਸੀਗੀ, ਉਹ ਲਿਫਾਫਾ ਪੂਰਾ ਬੱਸ ਤੇ ਦੂਜੇ ਜ਼ਿਲ੍ਹੇ 'ਚ ਜਾਂਦਾ ਸੀਗਾ, ਸਾਰੇ ਲਿਫਾਫੇ ਚੈੱਕ ਹੋ ਰਹੇ ਸੀਗੇ। ਉਹਨੇ ਫਿਰ ਪਹਾੜ ਸਾਈਡ ਨੂੰ ਲਿਫਾਫਾ ਭੇਜਿਆ, ਉਲਟੀ ਦਿਸ਼ਾ ਨੂੰ ਅਲਮੋੜਾ ਲਿਫਾਫਾ ਭੇਜਿਆ। ਅਲਮੋੜਾ ਤੋਂ ਫਿਰ ਪ੍ਰੈਸ 'ਚ ਲਿਫਾਫਾ ਗਿਆ। ਉੱਥੋਂ ਫਿਰ ਇਹ ਨਿਊਜ਼ ਆਈ ਕਿ ਇਹਨਾਂ 11 ਬੰਦੇ ਜਿਹੜੇ ਨੇ ਬੱਸ ਦੇ ਵਿੱਚੋਂ ਲਾ ਕੇ ਉਹਨਾਂ ਦਾ ਕਤਲ ਕਰ ਦਿੱਤਾ ਔਰ ਫਰਜ਼ੀ ਐਨਕਾਊਂਟਰ ਦਿਖਾ ਦਿੱਤਾ। ਫਿਰ ਇਹ ਸਭੀ ਅਗਲੇ ਦਿਨ ਅਖਬਾਰ 'ਚ ਆ ਗਈ। ਮੈਂ ਅਮਰਜਾਲਾ ਲੈ ਕੇ ਤੇ ਮੈਨੂੰ ਪਤਾ ਹੀ ਅਮਰਜਾਲਾ 'ਚ ਆ ਸਕਦੀ ਆ ਖਬਰ। ਟੰਡਨ ਸਾਹਿਬ ਨੇ ਮੇਰੇ ਨਾਲ ਗੱਲ ਹੋਈ, ਟੰਡਨ ਸਾਹਿਬ ਦੇ ਨਾਲ, ਤੇ ਉਹ ਮੈਂ ਅਖਬਾਰ ਦੀ ਮੈਂ ਕਟਿੰਗ ਲੈ ਗਿਆ ਇਹਨਾਂ ਕੋਲ, ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਸਾਹਿਬ। ਉਹਨਾਂ ਪੜ੍ਹੀ, ਉਹਨੇ ਕਿਹਾ ਬੇਟਾ ਇਹ ਤਾਂ ਤੂੰ ਬਿਲਕੁਲ ਸਹੀ ਕਹਿ ਰਿਹਾ ਵਾ, ਤੇਰੀ ਜਾਨ ਨੂੰ ਖਤਰਾ ਹੋ ਸਕਦਾ ਵਾ, ਆ ਤੇ ਬਿਲਕੁਲ ਸਹੀ ਇਹਨਾਂ ਨੇ ਮਾਰ ਦਿੱਤੇ ਨੇ। ਫਿਰ ਉਸੇ ਟਾਈਮ ਉਹਨਾਂ ਨੇ ਸਰਦਾਰ ਖੁਸ਼ਵੰਤ ਸਿੰਘ ਜੀ ਨੂੰ ਫੋਨ ਕੀਤਾ, ਪ੍ਰੋਫੈਸਰ ਮਹੀਪ ਸਿੰਘ ਜੀ ਨੂੰ ਫੋਨ ਕੀਤਾ, ਔਰ ਰਾਮ ਜੇਠਮਲਾਨੀ ਸਾਹਿਬ ਨੂੰ ਫੋਨ ਕੀਤਾ, ਸਰਦਾਰ ਅਵਤਾਰ ਸਿੰਘ ਹਿੱਤ ਸੀਗੇ ਦਿੱਲੀ ਅਕਾਲੀ ਦਲ ਦੇ, ਉਹਨਾਂ ਨੂੰ ਫੋਨ ਕੀਤਾ, ਇੱਕ ਪ੍ਰੋਫੈਸਰ ਜਸਪਾਲ ਸਿੰਘ ਜੀ ਦਿੱਲੀ ਦੇ ਕੋਈ ਵੱਡੇ ਪ੍ਰੋਫੈਸਰ ਸੀਗੇ, ਅੱਜ ਪੰਜਾਬ 'ਚ ਵੀ ਵੀਸੀ ਰਹੇ, ਉਹਨਾਂ ਨੂੰ ਫੋਨ ਕੀਤਾ, HS ਫੋਲਕਾ ਸਾਹਿਬ ਨੂੰ ਫੋਨ ਕੀਤਾ, ਔਰ ਉਹਨਾਂ ਨੇ ਹੋਰ ਵੀ ਕਈ ਉੱਥੇ ਜਿਹੜੇ ਨੇ ਬੰਦਿਆਂ ਨੂੰ ਫੋਨ ਕਰਕੇ ਜਸਟਿਸ ਸੋਢੀ ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੂੰ ਟੈਲੀਫੋਨ ਕੀਤਾ, ਸਾਰਿਆਂ ਨੂੰ ਆਪਣੀ ਕੋਠੀ ਤੇ ਬੁਲਾ ਲਿਆ। ਔਰ ਉੱਥੇ ਮੀਟਿੰਗ ਹੋਈ ਕਿ ਆਪਾਂ ਇਸ ਕੇਸ ਦੇ ਵਿੱਚ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ। ਆਹੋ ਇਹਨਾਂ ਨੇ ਕਾਊਂਟਰ ਤੇ ਕਰ ਦਿੱਤਾ, ਮਾਰ ਦਿੱਤੇ ਨੇ, ਬੱਸ ਤੋਂ ਲਾਏ ਨੇ ਤੇ ਕਨਫਰਮ ਹੋ ਗਿਆ। ਫਿਰ ਇਹ ਹੋਇਆ ਕਿ ਅਸੀਂ ਸੁਪਰੀਮ ਕੋਰਟ ਜਾਈਏ CBI ਵਾਸਤੇ। ਫਿਰ ਮੈਨੂੰ ਇਹਨਾਂ ਨੇ ਕਿਹਾ, ਜਨਰਲ ਸਾਹਿਬ ਨੇ, ਸੋਢੀ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਇਦਾਂ ਕਿ ਆਪਾਂ ਕੋਈ ਜਿਹੜੇ ਬੱਸ ਦੇ ਵਿੱਚ ਲੋਕ ਬੈਠੇ ਸੀਗੇ ਉਹਨਾਂ ਵਿੱਚ ਕੋਈ ਇਹੋ ਜਿਹਾ ਆਪਾਂ ਨੂੰ ਵਿਟਨੈਸ ਮਿਲ ਜਾਵੇ, ਗਵਾਹ ਮਿਲ ਜਾਏ ਕਿ ਜਿਹੜਾ ਬੱਸ ਦੇ ਜਿਹੜਾ ਦੱਸੇ ਕਿ ਮੈਂ ਉਸ ਬੱਸ ਦੇ ਵਿੱਚ ਸੀਗਾ, ਮੇਰੇ ਸਾਹਮਣੇ ਲਾਏ। ਤੇ ਮੈਂ ਜਿਹੜੇ ਸਾਡੇ ਮਾਤਾ ਜੀ ਦੇ ਜਿਹੜੇ ਮਾਸੜ ਜੀ ਨੇ, ਉਹਨਾਂ ਦੀ ਮਾਤਾ ਜੀ ਨਾਲ ਸੀਗੇ, ਮੈਂ ਉਹਨਾਂ ਦੀ ਕੋਸ਼ਿਸ਼ ਕਰਦਾ। ਤੇ ਕਹਿੰਦਾ ਬੇਟਾ ਜਾ, ਅਗਰ ਤੂੰ ਲਿਆ ਸਕਦਾ ਤੇ ਲੈ ਕੇ ਆ। ਉਹਨਾਂ ਮੈਨੂੰ ਖਰਚਾ ਦਿੱਤਾ, ਬੱਸ ਦਾ ਕਿਰਾਇਆ ਕਰੋਇਆ ਦਿੱਤਾ, 3000 ਰੁਪਏ ਮੈਨੂੰ ਫੋਲਕਾ ਸਾਹਿਬ ਨੇ ਦਿੱਤੇ ਖਰਚੇ ਦੇ, ਤੇ ਮੇਰੇ ਕੋਲ ਤਾਂ 150 ਰੁਪਈਆ ਸੀਗਾ, ਉਹਨਾਂ ਨੇ ਦਿੱਤੇ। ਤੇ ਮੈਨੂੰ ਕਹਿੰਦੇ ਬੇਟਾ ਤੂੰ ਕਿਸੇ ਤਰੀਕੇ ਨਾਲ ਲੈ ਕੇ ਆ। ਮੈਂ ਫਿਰ ਉੱਥੋਂ ਬੱਸ ਤੇ ਆਇਆ ਔਰ ਅਮਰੀਆ ਉਹਨਾਂ ਦੇ ਪਿੰਡ ਪਹੁੰਚਾ ਪਸਤੌਰ। ਉੱਥੇ ਘਰ 'ਚ ਬੜਾ ਰੋਣਾ ਪਿੱਟਣਾ ਮੱਚਿਆ ਪਿਆ ਸੀਗਾ, ਲੋਕ ਆ ਰਹੇ ਸੀਗੇ, ਜਾ ਰਹੇ ਸੀਗੇ। ਮੈਂ ਮੁਸਲਮਾਨੀ ਭੇਸ ਸੇ ਕਦਮ ਗਿਆ, ਉਹਨਾਂ ਦੇ ਅੰਦਰ ਵੜ ਗਿਆ ਜਾ ਕੇ, ਕੋਈ ਪਹਿਚਾਣ ਨਾ ਲਵੇ ਤੇ ਮੈਨੂੰ। ਅੰਦਰੋਂ ਮੈਂ ਹੌਲੀ ਜਿਹੀ ਸਰਾਂ ਘੱਲਿਆ, ਮਾਤਾ ਜੀ ਨੂੰ ਸੱਦਿਆ। ਮਾਤਾ ਜੀ ਬੜੇ ਰੋਣ ਡੈਣ, ਬਹੁਤ ਬੁਰਾ ਹਾਲ ਸੀਗਾ ਉਹਨਾਂ ਦੇ। ਮੈਂ ਮਾਤਾ ਜੀ ਤੁਹਾਨੂੰ ਦਿੱਲੀ ਸੱਦਿਆ। ਕਹਿੰਦੇ ਬੇਟਾ ਮੇਰਾ ਪੁੱਤ ਤੇ ਮਰ ਗਿਆ, ਮੈਂ ਦਿੱਲੀ ਜਾ ਕੇ ਕੀ ਕਰੂੰਗੀ। ਮੈਂ ਇਦਾਂ ਇਦਾਂ ਕਰਕੇ ਬੜੇ ਚੰਗੇ ਬੰਦੇ ਸਾਨੂੰ ਮਿਲ ਗਏ ਨੇ, ਬੜੇ ਮਜ਼ਬੂਤ ਲੋਕ ਨੇ, ਵੱਡੇ ਲੋਕ ਨੇ, ਉਹ ਆਪਣੀ ਮਦਦ ਕਰਨਗੇ। ਉਹ ਕਹਿੰਦੇ ਕਿ ਅਸੀਂ ਇਹਨਾਂ ਪੁਲਿਸ ਵਾਲਿਆਂ ਨੂੰ ਬੰਦ ਕਰਾਵਾਂਗੇ ਤੇ ਇਹਨਾਂ ਦੇ ਉੱਤੇ ਮੁਕੱਦਮਾ ਚਲਾਵਾਂਗੇ ਆਪਾਂ, ਤਾਂ ਤੁਸੀਂ ਚੱਲੋ, ਤੁਹਾਡੇ ਦਸਖਤ ਹੋਣੇ ਨੇ। ਪਹਿਲਾਂ ਤਾਂ ਉਹਨਾਂ ਮਨਾ ਕਰ ਦਿੱਤਾ। ਮੈਂ ਕਾਫੀ ਕਿਹਾ, ਬਾਅਦ ਵਿੱਚ ਪਤਾ ਨਹੀਂ ਕੀ ਹੋਇਆ, ਉਹਨਾਂ ਕਾ ਪੁੱਤ ਚੱਲ, ਮੈਂ ਤੇਰੇ ਨਾਲ ਚੱਲਦੀ ਹਾਂ।
ਫਿਰ ਉਹ ਸਾਈਕਲ ਤੇ ਮੈਂ ਮਾਤਾ ਜੀ ਨੂੰ, ਉਹਨਾਂ ਨੇ ਇੱਕ ਸਾਈਕਲ ਦਿੱਤਾ, ਸਾਈਕਲ ਤੇ ਮਾਤਾ ਜੀ ਨੂੰ ਪਿੱਛੇ ਬਿਠਾਇਆ ਮੈਂ। ਕਰੀਬ 25-30 ਕਿਲੋਮੀਟਰ ਜਾ ਕੇ ਇੱਕ ਬੇਹੜੀ ਜਗ੍ਹਾ ਪੈਂਦੀ ਆ, ਬੇਹੜੀ, ਉੱਥੇ ਕਿਤੇ ਸਾਈਕਲ ਖੜੀ ਕੀਤੀ, ਸਾਈਕਲ ਖੜੇ ਕਰਕੇ ਤੇ ਬੱਸ ਲਈ, ਬੱਸ ਲੈ ਕੇ ਰਾਮਪੁਰ, ਮੁਰਾਦਾਬਾਦ, ਫਿਰ ਗਾਜ਼ੀਆਬਾਦ ਹੁੰਦੇ ਹੋਏ ਮੈਂ ਅਗਲੇ ਦਿਨ ਉੱਥੇ ਮੈਂ ਲੈ ਕੇ ਜਨਰਲ ਸਾਹਿਬ ਦੇ ਘਰ ਮੈਂ ਪਹੁੰਚ ਗਿਆ। ਉਹ ਫਿਰ ਮਾਤਾ ਜੀ ਜਦੋਂ ਉੱਥੋਂ ਲੈ ਕੇ ਪਹੁੰਚੇ, ਫਿਰ ਸੋਢੀ ਸਾਹਿਬ ਨੇ ਐਫੀਡੇਵਿਟ ਬਣਵਾਇਆ ਉਹਨਾਂ ਦਾ, ਮਾਤਾ ਜੀ ਦਾ ਕੇਸ ਤਿਆਰ ਕੀਤਾ, ਜਿਹੜੀਆਂ ਅਖਬਾਰਾਂ ਦੀਆਂ ਕੱਟੀਆਂ ਸੀ। ਅਗਲੇ ਦਿਨ ਫਿਰ ਹੋਰ ਅਖਬਾਰਾਂ 'ਚ ਆ ਗਈ, ਟਾਈਮਸ ਆਫ ਇੰਡੀਆ 'ਚ ਵੀ ਆ ਗਿਆ। ਔਰ ਕਿਉਂਕਿ ਅਸੀਂ ਫੋਟੋ ਸਟੇਟ ਜਾਂਦੇ ਹਾਂ ਘਰੋਂ ਬਾਹਰੋਂ, ਤੇ ਫੋਲਕਾ ਜੀ ਸਾਹਿਬ ਕੋਲ ਉਦੋਂ ਸਕੂਟਰ ਹੁੰਦਾ ਸੀਗਾ ਵੈਸਪਾ, HS ਫੋਲਕਾ ਸਾਹਿਬ ਕੋਲ। ਇਹ ਜੀ ਇਹਨਾਂ ਨੇ ਮੈਨੂੰ ਪਿੱਛੇ ਬਿਠਾਇਆ ਹੁਣ ਆਪਣੇ ਸਕੂਟਰ ਤੇ ਸਕੂਟਰ ਤੇ ਜਾ ਕੇ ਤੇ ਉਹ ਫੋਟੋ ਸਟੇਟ ਦੀਆਂ ਦੁਕਾਨਾਂ ਤੋਂ ਸਾਰੀਆਂ ਫੋਟੋ ਸਟੇਟ ਕਰਾਉਣੀਆਂ। ਫਿਰ ਕਿਉਂਕਿ ਉੱਥੇ ਅੰਗਰੇਜ਼ੀ 'ਚ ਕੰਮ ਹੁੰਦਾ ਵਾ, ਹਿੰਦੀ ਦੀਆਂ ਸਾਰੀਆਂ ਫਿਰ ਉਹਨਾਂ ਨੇ ਟਰਾਂਸਫਰ ਕਰਨੀਆਂ ਇਹਨਾਂ ਸਾਰੇ ਆਪਣੇ ਅੰਗਰੇਜ਼ੀ ਦੇ ਵਿੱਚ ਟਰਾਂਸਫਰ ਕਰਕੇ, ਫਿਰ ਠੀਕ ਹੈ ਉਹਦੀ ਜੀ। ਰਿਟ ਜਿਹੜੀ ਆ ਸੀ ਸੁਪਰੀਮ ਕੋਰਟ 'ਚ ਲਾਈ। ਸੁਪਰੀਮ ਕੋਰਟ 'ਚ 1992 'ਚ ਜਾ ਕੇ ਫਿਰ 91 'ਚ ਲਾਈ। ਇਹ ਜੁਲਾਈ ਲਾਸਟ ਤੱਕ ਅਸੀਂ ਰਿਟ ਲਾ ਦਿੱਤੀ ਸੀ। 92 'ਚ ਜਾ ਕੇ ਫਿਰ 92 ਦੇ ਵਿੱਚ ਜਾ ਕੇ ਫਿਰ ਇਹਦੇ ਵਿੱਚ CBI ਨੇ ਜਸਟਿਸ ਕੁਲਦੀਪ ਸਿੰਘ ਜੀ ਦੀ ਬੈਂਚ ਦੇ ਵਿੱਚ ਲੱਗ ਗਿਆ ਸਾਡਾ ਕੇਸ। ਸੁਪਰੀਮ ਕੋਰਟ ਜਸਟਿਸ ਕੁਲਦੀਪ ਸਿੰਘ ਸੀਗੇ, ਸਿੱਖ ਜੱਜ ਸੀਗੇ, ਉਹਨਾਂ ਦੇ ਲੱਗ ਗਿਆ। ਉਹਨਾਂ ਨੇ ਫਿਰ CBI ਦੇ ਆਰਡਰ ਕਰ ਦਿੱਤੇ 92 ਦੇ ਵਿੱਚ, 92 'ਚ ਜਾ ਕੇ। ਫਿਰ ਇਹਨਾਂ ਨੇ ਮੈਨੂੰ ਵੀ ਟਾਟਾ ਦਾ ਨੋਟਿਸ ਭੇਜ ਦਿੱਤਾ ਸੀਗਾ, ਪਰ ਉਹਦੇ ਖਿਲਾਫ ਵੀ ਮੈਂ ਸੁਪਰੀਮ ਕੋਰਟ ਗਿਆ ਕਿ ਮੇਰੇ ਤੇ ਕਿਸੇ ਦੇ ਉਗਰਵਾਦੀ ਨਾਲ ਸੰਬੰਧ ਨਹੀਂ, ਅਗਰ ਮੇਰੇ ਸੰਬੰਧ ਆ ਤੇ ਮੈਨੂੰ ਸਜ਼ਾ ਦਿੱਤੀ ਜਾਵੇ, ਉਹ ਨਹੀਂ ਤੇ ਜਿਨ੍ਹਾਂ ਨੇ ਮੈਨੂੰ ਨੋਟਿਸ ਭੇਜਿਆ ਵਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਉਹਦੇ ਸੁਪਰੀਮ ਕੋਰਟ ਨੇ ਕਾਲ ਕਰ ਲਿਆ, ਪ੍ਰਿੰਸੀਪਲ ਸੈਕਟਰੀ ਹੋਮ UP ਦਾ ਤੇ DGP, ਖੈਰ ਉਹ ਵੀ ਬਾਅਦ ਵਿੱਚ ਮਾਫੀ ਮੰਗ ਕੇ ਛੁੱਟੇ। ਪਰ ਉਦੋਂ ਅਦਾਲਤਾਂ ਥੋੜੀਆਂ, ਲੱਗਦਾ ਸੀਗਾ ਅਦਾਲਤਾਂ ਸਾਨੂੰ, ਕਿਉਂਕਿ ਪਹਿਲਾ ਕੇਸ ਸੀਗਾ ਜਿਹੜਾ ਹਿੰਦੁਸਤਾਨ ਦੇ ਵਿੱਚ ਜਿੱਥੇ 47 ਪੁਲਿਸ ਵਾਲਿਆਂ ਨੂੰ ਉਮਰ ਕੈਦ ਹੋਈ ਸੀਗੀ, ਏਡੀ ਵੱਡੀ ਤਾਦਾਦ 'ਚ ਨਹੀਂ ਕੋਈ। ਔਰ ਸਾਨੂੰ ਲੱਗਦਾ ਸੀਗਾ ਕਿਤੇ ਨਾ ਕਿਤੇ ਅਸੀਂ ਲੜਾਈ ਲੜਾਂਗੇ ਤੇ ਸਾਨੂੰ ਨਿਆਂ ਮਿਲੇਗਾ। ਫਿਰ ਇਹ ਤੇ 1991 ਦੀ ਘਟਨਾ ਦੀ ਗੱਲ ਹੈ, ਜਦੋਂ ਇੱਥੇ ਕਲਿਆਣ ਸਿੰਘ ਮੁੱਖ ਮੰਤਰੀ ਸੀਗਾ UP ਦਾ, BJP ਦਾ ਮੁੱਖ ਮੰਤਰੀ ਸੀਗਾ। ਪਰ ਦੂਜਾ ਇੱਕ ਕੇਸ ਹੋਰ ਹੋ ਗਿਆ ਸਾਡੇ ਨਾਲ 1994 'ਚ, ਜਿਹੜੇ ਨਜਾਇਜ਼ ਸਿੱਖ ਬੰਦ ਕੀਤੇ ਸੀਗੇ ਫਿਲੀਪੀਨ ਦੀ ਜੇਲ੍ਹਾਂ 'ਚ। 8 ਸਿੱਖ ਇਹਨਾਂ ਨੇ ਜੇਲ੍ਹ 'ਚੋਂ ਕੱਢ ਕੇ, ਇਹਨਾਂ ਨੇ ਜੇਲ੍ਹ 'ਚੋਂ ਕੱਢੇ, ਦਿਖਾਏ ਕਿ ਇਹ ਲੋਕ ਜੇਲ੍ਹ ਤੋੜ ਕੇ ਭੱਜ ਰਹੇ ਸੀਗੇ, ਹਾਲਾਂਕਿ ਉਹ ਭੱਜ ਨਹੀਂ ਸੀਗੇ ਰਹੇ। ਇਹਨਾਂ ਨੇ ਇੱਕ ਫਰਜ਼ੀ ਪ੍ਰੋਗਰਾਮ ਬਣਾ ਲਿਆ, ਜੇਲ੍ਹ ਦੇ ਵਿੱਚੋਂ ਕੱਢ ਕੇ ਉਹ ਜਿਉਂਦੇ ਜਿਹੜੇ ਸਿੱਖ ਸੀਗੇ ਸਰੀਏ ਜੇਲ੍ਹ ਦੇ, ਇਹਨਾਂ ਨੇ ਕੱਟ ਕੇ ਜਿਉਂਦਾ ਆਦਮੀ ਜਿਹੜਾ ਇਹ ਕੰਨ ਦੇ ਵਿੱਚੋਂ ਸਰੀਆ ਇੱਕ ਕੰਨ ਦੇ ਵਿੱਚ ਰੱਖ ਕੇ ਔਰ ਹਥੌੜੇ ਨਾਲ ਜ਼ੋਰ ਦੀ ਸਰੀਆ ਮਾਰ ਕੇ ਤੇ ਦੂਜੇ ਕੰਨ ਚੋਂ ਕੱਢ ਦੇਣਾ। ਜਿਉਂਦੇ ਬੰਦਿਆਂ ਨੂੰ ਇਦਾਂ ਟਾਰਚਰ ਕਰਕੇ ਇਹਨਾਂ ਨੇ ਮਾਰਿਆ। ਉਹਦਾ ਕੇਸ ਵੀ ਮੈਂ ਹਰਿਆਣਾ ਜਿਹੜਾ ਵਾ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਮੈਂ ਪਟੀਸ਼ਨਰ ਰਿਹਾ ਉਸ ਕੇਸ ਦੇ ਵਿੱਚ। ਉਹ ਵੀ ਕੇਸ ਮੈਂ ਇਸ ਟਾਈਮ ਲੜ ਰਿਹਾ। ਉਹਦੇ 'ਚ ਇਹਨਾਂ ਨੇ ਕੀ ਹਰਕਤ ਕੀਤੀ 2007 'ਚ, ਉਹ ਕੇਸ ਚਾਰਜਸ਼ੀਟ ਹੋ ਗਿਆ, ਕੇਸ ਸਾਬਿਤ ਹੋ ਗਿਆ ਸੀ ਵੀ CID ਨੇ 42 ਬੰਦਿਆਂ ਦੇ ਉੱਤੇ ਕੇਸ ਚਾਰਜਸ਼ੀਟ ਕਰ ਦਿੱਤਾ। ਚਾਰਜ ਤੋਂ ਬਾਅਦ ਜਦ ਚਾਰਜਸ਼ੀਟ ਲੱਗੀ, ਕੋਰਟ ਨੇ ਗ੍ਰਿਫਤਾਰੀ ਦਾ ਆਰਡਰ ਕੀਤਾ ਕਿ ਇਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਾਵੇ। 2007 'ਚ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਸੀਗੀ, ਉਹ ਕੇਸ ਜਿਹੜਾ ਉਹ ਵਾਪਸ ਲੈ ਲਿਆ ਜਨਹਿਤ ਦੇ ਵਿੱਚ। ਰਾਜ ਸਰਕਾਰ ਨੇ ਉਹ ਚਾਰਜਸ਼ੀਟ ਨੂੰ ਵਾਪਸ ਲੈ ਲਿਆ ਕਿ ਜਿਹੜਾ ਵਾ ਜਨਹਿਤ ਦੇ ਵਿੱਚ ਇਸ ਕੇਸ ਨੂੰ ਵਾਪਸ ਲੈਂਦੇ ਆ, ਇਹਦੇ ਨਾਲ ਮਾਹੌਲ ਖਰਾਬ ਹੁੰਦਾ ਡਰ ਆ। ਉਹਨਾਂ ਕੇਸ ਵਾਪਸ ਲੈ ਲਿਆ। ਉਸ ਵਾਪਸੀ ਦੇ ਖਿਲਾਫ ਅਜੇ ਵੀ ਮੈਂ ਉਹਦੇ 'ਚ ਵੀ ਜਸਟਿਸ RS ਤੁਹਾਡੇ ਐਡਵੋਕੇਟ ਨੇ ਸਾਡੇ, ਉਹ ਲੜ ਰਹੇ ਨੇ ਇਲਾਹਾਬਾਦ ਹਾਈ ਕੋਰਟ, ਅਜੇ ਵੀ ਉਹ ਕੇਸ ਲੜ ਰਹੇ ਆ। ਖਾਲੀ ਉਹਦੇ 'ਚ ਇਹ ਤਰੀਕਾ ਹੀ ਪਾ ਦਿੰਦੇ ਨੇ, ਬੜੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਦੇ 'ਚ ਵੀ ਜਜਮੈਂਟ ਆ ਜਾਵੇ। ਤੇ ਇਹ 2 ਕੇਸ ਹੋਏ ਨੇ ਫਿਲੀਪੀਨ ਦੇ। ਹਾਂਜੀ, ਇਹ ਦੋਨੋਂ ਕੇਸ ਜਿਹੜੇ ਨੇ, ਇਹਨਾਂ ਦੇ ਵਿੱਚ ਇੱਕ ਦੇ ਵਿੱਚ ਇਨਸਾਫ ਦੀ ਤਾਂ ਤੁਹਾਨੂੰ ਲੱਗਦਾ ਕਿ ਉਮੀਦ ਹੀ ਬਹੁਤ ਇਸ ਸਮੇਂ ਬਹੁਤ ਜ਼ਿਆਦਾ ਡਿਲੇ ਹੋ ਚੁੱਕਾ ਹੈ। ਔਰ ਮੈਂ ਇਸੇ ਕਰਕੇ ਪੁੱਛਣਾ ਚਾਹੁੰਦੀ ਹਾਂ ਕਿ ਜਿਹੜਾ ਪੋਲੀਟੀਕਲ ਤੰਤਰ ਹੈ ਤੁਹਾਡਾ, ਇੱਥੋਂ ਦੀ ਮੌਕੇ ਦੀ ਸਰਕਾਰ ਹੈ, ਚਾਹੇ ਉਹ ਪੀਲੀਭੀਤ ਵਾਲਾ ਜਿਹੜੇ ਸਿੱਖ ਯਾਤਰੀ ਸੀਗੇ ਉਹਨਾਂ ਦੇ ਕੇਸ ਦੇ ਵਿੱਚ ਉਸ ਸਮੇਂ ਦਾ ਜੋ ਕਲਿਆਣ ਸਿੰਘ ਜੀ ਦੀ ਸਰਕਾਰ ਸੀ, ਔਰ ਜਾਂ ਬਾਅਦ ਵਿੱਚ ਇਹ ਜੇਲ੍ਹ ਬ੍ਰੇਕ ਵਾਲੇ ਦੇ ਵਿੱਚ ਜਿਹਦੇ ਵਿੱਚ ਉਹ ਨਕਲੀ ਦਿਖਾਇਆ ਗਿਆ ਸਾਰਾ ਕੁਝ, ਔਰ ਫਿਰ ਇਹਦੇ ਵਿੱਚ ਪੋਲੀਟੀਕਲ ਸਿਆਸਤਦਾਨ ਜਾਂ ਆਪਾਂ ਕਹਿ ਲਈਏ ਪੋਲੀਟੀਕਲ ਸਰਪ੍ਰਸਤੀ, ਇਹਦਾ ਕਿੱਡਾ ਕੁ ਵੱਡਾ ਯੋਗਦਾਨ ਸੀ? ਕਿਵੇਂ? ਕਿਉਂਕਿ ਮੇਰੇ ਪੜ੍ਹਦੇ ਹੋਏ ਇਹ ਵੀ ਸਾਹਮਣੇ ਆਇਆ ਕਿ ਜਿਹੜੇ ਪੁਲਿਸ ਵਾਲਿਆਂ ਵੱਲੋਂ ਇਹ ਫੇਕ ਇਨਕਾਊਂਟਰ ਕੀਤਾ ਗਿਆ ਸੀ,
ਉਹਨਾਂ ਲਈ ਬਕਾਇਦਾ ਤੌਰ ਤੇ ਮੁੱਖ ਮੰਤਰੀ ਸਾਹਿਬ ਬਹੁਤ ਖੁਸ਼ ਸੀ ਉਸ ਸਮੇਂ ਦੇ ਕਿ ਬਹੁਤ ਸ਼ਾਨਦਾਰ ਕੰਮ ਕੀਤਾ ਗਿਆ ਹੈ, ਉਹਨਾਂ ਨੂੰ ਨਕਦੀ ਇਨਾਮ ਵੀ ਦਿੱਤੇ ਗਏ। ਉਵੇਂ ਦੇ ਉਸ ਪੋਲੀਟੀਕਲ ਸਟਰਕਚਰ ਨੇ ਕੀ ਯੋਗਦਾਨ ਪਾਇਆ ਇਹਦੇ ਵਿੱਚ? ਮੈਨੂੰ ਤੇ ਇਦਾਂ ਲੱਗਦਾ ਸਾਰੇ ਕੇਸ ਅੱਜ ਮੈਨੂੰ ਲਗਭਗ 30 ਸਾਲ ਹੋ ਗਏ ਨੇ ਇਹਨਾਂ ਮੁਕੱਦਮਿਆਂ ਲੜਨ ਦੇ ਵਿੱਚ। ਇੱਕ ਤੇ ਕੀ ਹੁੰਦਾ ਕਿ ਜਦੋਂ ਇਹ ਪਾਰਟੀਆਂ ਹੁੰਦੀਆਂ ਨੇ, ਜਿੱਦਾਂ ਜਿਸ ਟਾਈਮ ਸਰਕਾਰ 'ਚ ਨਹੀਂ ਹੁੰਦੀਆਂ, ਉਦੋਂ ਤੇ ਇਹਨਾਂ ਦਾ ਸੁਭਾਅ ਹੋਰ ਹੁੰਦਾ ਵਾ, ਬਹੁਤ ਹੀ ਨੇਚਰ ਬਹੁਤ ਚੰਗਾ ਹੁੰਦਾ ਵਾ। ਉਦੋਂ ਇਹ ਲੱਗਦਾ ਕਿ ਜਿੱਦਾਂ ਇਹ ਸਾਡੇ ਬਹੁਤ ਵੱਡੇ ਹਮਦਰਦ ਨੇ। ਜਿੱਦਾਂ ਇਹ ਸਰਕਾਰ 'ਚ ਆਉਂਦੇ ਨੇ ਚੇਂਜ ਹੋ ਜਾਂਦੇ ਨੇ, ਇਹਨਾਂ ਦੀ ਅੱਖ ਬਦਲ ਜਾਂਦੀ ਆ। ਮਤਲਬ ਫਿਰ ਇਹ ਖਾਲੀ ਪੋਲੀਟੀਕਲ ਬੰਦੇ, ਏਜੰਸੀਆਂ, ਸਰਕਾਰ, ਇਹ ਤਿੰਨੇ ਚਾਰ ਦਾ ਇੱਕ ਗੱਠਜੋੜ ਹੋ ਜਾਂਦਾ ਵਾ। ਔਰ ਗੱਠਜੋੜ ਦਾ ਨਿਸ਼ਾਨਾ ਹੀ ਘੱਟ ਗਿਣਤੀਆਂ ਰਹਿੰਦੀਆਂ ਨੇ। ਔਰ ਇੱਕ ਬੰਨੂ ਇਹ ਸਿਰ ਤੇ ਹੱਥ ਫੇਰਦੇ ਨੇ, ਇੱਕ ਹੱਥ ਇਹਨਾਂ ਦਾ ਸਿਰ ਤੇ ਹੁੰਦਾ, ਬੜੇ ਪਿਆਰ ਦੇ ਨਾਲ ਫੇਰਦੇ ਨੇ, ਔਰ ਦੂਜੇ ਹੱਥ ਦੇ ਨਾਲ ਇਹ ਢਿੱਡ 'ਚ ਸੁਰਾ ਮਾਰਦੇ ਨੇ। ਆ ਇਹਨਾਂ ਦਾ ਸਿਸਟਮ ਆ, ਮਤਲਬ ਪਿਆਰ ਦੇ ਨਾਲ ਸੁਰਾ ਮਾਰਦੇ ਨੇ ਕਿ ਤੁਹਾਨੂੰ ਮਾਰ ਵੀ ਦੇਣਾ ਵਾ। ਔਰ ਇੱਕ ਹੱਥ ਦੇ ਨਾਲ ਜਿੱਦਾਂ ਇੱਕ ਬੱਚੇ ਦੇ ਉੱਤੇ ਇੰਜੈਕਸ਼ਨ ਲੱਗਣਾ ਨਾ, ਤੇ ਮਾਤਾ ਉਹ ਬੱਚੇ ਨੂੰ ਗੋਦ 'ਚ ਲੈ ਲੈਂਦੀ ਆ, ਗੋਦ 'ਚ ਲੈ ਲੈਂਦੀ, ਤਦ ਵੀ ਇੰਜੈਕਸ਼ਨ ਲੱਗਣਾ ਵਾ। ਇੰਜੈਕਸ਼ਨ ਤਦ ਵੀ ਲੱਗਦਾ, ਤੁਸੀਂ ਬਚ ਨਹੀਂ ਸਕਦੇ ਕਿ ਇਹਨੂੰ ਦਰਦ ਨਾ ਹੋਵੇ। ਇਦਾਂ ਦਾ ਇਹਨਾਂ ਨੇ ਇੱਕ ਸਿਸਟਮ ਬਣਾਇਆ ਹੋਇਆ ਕਿ ਗੋਦ 'ਚ ਲੈ ਕੇ ਇੰਜੈਕਸ਼ਨ ਘੋਪ ਦੋ। ਤੁਸੀਂ ਦੇਖ ਲਓ ਹੁਣ ਬਾਦਲ ਸਾਹਿਬ ਇੱਥੇ, ਸੁਖਬੀਰ ਬਾਦਲ ਸਿੱਖਾਂ ਦੀ ਹਮਦਰਦੀ ਵਾਸਤੇ ਪਰਸੋਂ ਮਿਲ ਕੇ ਗਏ ਨੇ ਇੱਥੋਂ ਦੇ ਮੁੱਖ ਮੰਤਰੀ ਨੂੰ, ਯੋਗੀ ਆਦਿੱਤਿਆਨਾਥ ਨੂੰ, ਕਿ ਰਾਜ ਸਰਕਾਰ ਇਹਦੇ ਖਿਲਾਫ ਜਾਵੇ। ਹਾਲਾਂਕਿ ਇਹਦੇ 'ਚ CBI ਹੈ, CBI ਜਾ ਸਕਦੀ ਆ। ਔਰ ਰਾਜ ਸਰਕਾਰ ਦਾ ਮੈਨੂੰ ਨਹੀਂ ਸਮਝ ਆਉਂਦਾ ਕੀ ਰੋਲ ਹੋਏਗਾ। ਅਗਰ ਰਾਜ ਸਰਕਾਰ ਦਾ ਚੰਗਾ ਰੋਲ ਹੁੰਦਾ ਤੇ 7 ਸਾਲ ਸਜ਼ਾ ਨਹੀਂ ਕੀਤੀ ਜਾ ਸਕਦੀ ਸੀਗੀ। ਰਾਜ ਜੀ ਸਰਕਾਰ ਸੀਬੀਆਈ ਆਪਣੇ ਵੱਲੋਂ ਤਾਂ ਐਡਵੋਕੇਟ ਸਾਫ਼ ਸੀਬੀਆਈ ਨੇ ਤਾਂ ਸਾਫ਼ ਕਿਹਾ ਹੋਇਆ ਹੈ ਕਿ ਇਹ ਸਿਰਫ ਔਰ ਸਿਰਫ ਆਪਣੀਆਂ ਪ੍ਰਮੋਸ਼ਨਸ ਲੈਣ ਲਈ, ਅਵਾਰਡ ਲੈਣ ਲਈ, ਰੈਕੋਗਨੀਸ਼ਨ ਲੈਣ ਦੇ ਲਈ ਪੁਲਿਸ ਵਾਲਿਆਂ ਵੱਲੋਂ ਨਕਲੀ ਟੈਗ ਲਗਾ ਕੇ ਟੈਰਰਿਸਟ ਕਰਾਰ ਦੇ ਕੇ ਇਹ ਗਲਤ ਇਨਕਾਊਂਟਰ ਕੀਤਾ ਗਿਆ। ਪਰ ਇਹਦਾ 302 ਦਾ ਮੁਕੱਦਮਾ ਚੇਂਜ ਕਰਕੇ ਹੁਣ ਇਹਨੂੰ 304 ਧਾਰਾ ਦੇ ਵਿੱਚ ਆ ਕੇ ਉਮਰ ਕੈਦ ਨੂੰ ਘਟਾ ਕੇ 7 ਸਾਲ ਦੀ ਸਜ਼ਾ ਔਰ ਨਾਲ ਫਾਈਨ ਵੀ ਘਟਾ ਦਿੱਤਾ ਗਿਆ, ਜਿਹਦੇ ਨਾਲ ਤੁਹਾਨੂੰ ਆਸ਼ੰਕਾ ਇਹ ਹੈ ਕਿ ਇਸ ਜੱਜਮੈਂਟ ਨੂੰ ਫਰਦਰ ਔਨ ਬਾਕੀ ਜਿਹੜੇ ਹੋਰ ਮੁਕਾਬਲਿਆਂ ਦੇ ਜਾਲੀ ਮੁਕਾਬਲਿਆਂ ਦੀ ਜਿਹੜੀ ਜਜਮੈਂਟ ਆਊਗੀ ਉਹਦੇ ਵਿੱਚ ਦਰਸਾਇਆ ਜਾਏਗਾ ਕਿ ਜੇਕਰ ਉਹ ਕੋਰਟ ਕਰ ਸਕਦੀ ਹੈ ਤਾਂ ਇਹ ਕੋਰਟ ਵੀ ਕਰ ਸਕਦੀ ਹੈ। ਕਿਉਂਕਿ ਆਪਣਾ ਕਾਨੂੰਨ ਦੀ ਜਿਹੜੀ ਵਿਆਖਿਆ ਆ ਉਹ ਵਿਆਖਿਆ ਨਾ ਕਰਕੇ ਸਿਰਫ ਰੈਫਰੈਂਸ ਦਿੱਤੀ ਜਾਂਦੀ ਆ ਪੁਰਾਣੇ ਕੇਸਿਸ ਦੀ। ਮੈਂ ਤੁਹਾਡੇ ਤੋਂ ਇੱਕ ਹੋਰ ਇੰਪੋਰਟੈਂਟ ਸਵਾਲ ਇੱਕ ਤੁਹਾਡੇ ਵੱਲ ਲੈ ਕੇ ਆਉਣਾ ਚਾਹਨੀ ਆ ਜੀ। ਤੁਸੀਂ ਤਰਾਈ ਦੇ ਇਲਾਕੇ ਤੋਂ ਹੋ, ਯੂਪੀ ਤੋਂ ਹੋ। ਇੱਕ ਮੇਰੇ ਨਾਲ ਮੈਨੂੰ ਪਰਸਨਲੀ ਤੌਰ ਤੇ ਆਈ ਹੈਵ ਰਿਸੀਵਡ, ਮੈਨੂੰ ਕਈ ਈਮੇਲਸ ਮੈਸੇजेस ਇਦਾਂ ਦੇ ਆਏ ਨੇ ਜਿਹਦੇ ਵਿੱਚ ਯੂਪੀ 'ਚ ਬੈਠੇ ਸਿੱਖਾਂ ਨੇ ਗੱਲ ਕਹੀ ਕਿ ਤੁਸੀਂ ਸਾਡੇ ਬਾਰੇ ਗੱਲ ਨਹੀਂ ਕਰਦੇ, ਤੁਸੀਂ ਸਾਨੂੰ ਕਿਉਂ ਨਹੀਂ ਵਿੱਚ ਇਨਵੋਲਵ ਕਰਦੇ, ਸਾਡੀਆਂ ਪ੍ਰੋਬਲਮਸ ਅਲੱਗ ਨੇ। ਤੁਸੀਂ ਪੰਜਾਬ ਦੇ ਸਿੱਖਾਂ ਨੂੰ ਹੀ ਸਿੱਖ ਮੰਨਦੇ ਹੋ, ਜਿਹੜੇ ਯੂਪੀ ਦੇ ਵਿੱਚ ਜਾਂ ਬਾਹਰਲੇ ਸੂਬਿਆਂ 'ਚ ਬੈਠੇ ਸਿੱਖ ਨੇ ਉਹਨਾਂ ਦੀਆਂ ਪ੍ਰੋਬਲਮਸ ਬਹੁਤ ਜ਼ਿਆਦੀਆਂ ਨੇ। ਸੋ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹਾਂਗੀ ਕਿ ਪੰਜਾਬ 'ਚ ਜਦੋਂ ਕੁਝ ਵੀ ਹੁੰਦਾ, ਜਿਵੇਂ ਝੂਠਾ ਖਾਲਿਸਤਾਨੀ ਅੱਤਵਾਦ ਦਾ ਟੈਗ ਲਗਾ ਕੇ ਇਹ ਯਾਤਰੀਆਂ ਨੂੰ ਜਿਹੜੇ ਹਜੂਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸੀ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮੈਨੂੰ ਲੱਗਦਾ ਮਿਲੀਆਂ, ਕੋਈ ਸੰਸਕਾਰ ਕਰਨ ਵਾਸਤੇ ਨਹੀਂ ਦਿੱਤੀਆਂ, ਨਹੀਂ ਜੀ। ਸੋ ਇੱਕ ਤਰ੍ਹਾਂ ਦੇ ਨਾਲ ਨੁਕਸਾਨ ਉਠਾਉਣਾ ਪਿਆ ਜੀ ਤੁਹਾਨੂੰ ਕਿ ਪੁਲਿਸ ਨੇ ਸੋਚਿਆ ਕਿ ਪੰਜਾਬ ਦੀ ਪੁਲਿਸ ਵੀ ਫੇਕ ਇਨਕਾਊਂਟਰ ਕਰਕੇ ਆਪਣੀਆਂ ਤਰੱਕੀਆਂ ਲੈ ਰਹੀ ਹੈ ਤੇ ਯੂਪੀ ਵਾਲਿਆਂ ਨੇ ਸੋਚਿਆ ਕਿਉਂ ਨਾ ਅਸੀਂ ਇਸ ਮੌਕੇ ਨੂੰ ਵਰਤੀਏ ਤੇ ਕੁਝ ਸਰਦਾਰ ਲੱਭੀਏ ਔਰ ਆਪਣੀ ਵਰਦੀ ਨੂੰ ਸ਼ਰਮਸਾਰ ਕਰੀਏ। ਖਾਲੀ ਪੁਲਿਸ ਦੀ ਇੰਨੀ ਹਿੰਮਤ ਨਹੀਂ ਹੋ ਸਕਦੀ। ਖਾਲੀ ਪੁਲਿਸ ਅਗਰ ਚਾਹੇ ਕਿ ਮਤਲਬ ਬਗੈਰ ਪੋਲੀਟੀਕਲ ਸਰਪ੍ਰਸਤੀ ਤੋਂ ਬਗੈਰ CM ਦੀ ਸਰਪ੍ਰਸਤੀ, DGP ਦੀ ਸਰਪ੍ਰਸਤੀ ਤੋਂ ਬਗੈਰ ਪੁਲਿਸ ਚਾਹੇ ਤੇ ਮੇਰਾ ਖਿਆਲ ਹੈ ਕਿ ਮੇਰੇ ਉੱਤੇ ਵੀ ਕਈ ਵਾਰ ਬੜੀ ਪਰੇਸ਼ਾਨੀਆਂ ਆਈਆਂ ਇਸ ਕੇਸ ਤੋਂ ਹਟਾਉਣ ਵਾਸਤੇ। ਮੇਰੇ ਉੱਤੇ ਇਨਾਮ ਘੋਸ਼ਿਤ ਹੋਇਆ, ਮੈਨੂੰ ਕਤਲ ਦੇ ਫਰਜ਼ੀ ਮੁਕੱਦਮੇ 'ਚ ਫਸਾਇਆ ਗਿਆ, ਮੇਰਾ ਐਕਸੀਡੈਂਟ ਕਰਾਇਆ ਗਿਆ, ਮੈਨੂੰ ਇੱਥੋਂ ATS ਨੇ ਚੁੱਕ ਕੇ ਪੰਜਾਬ ATS ਨੂੰ ਦੇ ਦਿੱਤਾ। ਉੱਥੇ 15-16 ਮੇਰੇ ਉੱਤੇ ਧਾਰਾ ਲਾ ਕੇ ਮੈਨੂੰ ਅੰਮ੍ਰਿਤਸਰ ਜੇਲ੍ਹ 'ਚ 6 ਮਹੀਨੇ ਰੱਖਿਆ। ਇਹਨਾਂ ਕੇਸਾਂ ਤੋਂ ਮੇਰੇ ਤੇ ਫਰਜ਼ੀ ਕੇਸ ਪਾਏ ਗਏ ਔਰ ਮਤਲਬ ਪਿਲੀਪੀ ਦਾ ਮੇਰੇ ਤੇ ਫਰਜ਼ੀ ਮਰਡਰ ਦਾ ਕੇਸ ਪਾ ਕੇ ਮੇਰੇ ਤੇ ਨਾਮ ਕੋ ਜਿਉਂਦਾ ਜਾਂ ਮੁਰਦਾ ਮੈਨੂੰ ਗੋਲੀ ਮਾਰਨ ਦਾ ਹੁਕਮ ਵੀ ਇਹਨਾਂ ਨੇ ਕਰ ਦਿੱਤਾ। ਔਰ ਇਹ ਮੈਂ ਜ਼ਰੂਰ ਮੰਨਦਾ ਹਾਂ ਕਿ ਸਾਰੇ ਪੁਲਿਸ ਦੇ ਅਫਸਰ ਗਲਤ ਨਹੀਂ ਹੁੰਦੇ। 50% ਪੁਲਿਸ ਦੇ ਅਫਸਰ ਅਜੇ ਵੀ ਇੱਦਾਂ ਦੇ ਨੇ ਕਿ ਜਿਹੜੇ ਇਸ ਗੱਲ ਨੂੰ ਲੈ ਕੇ ਚੱਲਦੇ ਨੇ ਕਿ ਗੱਲ ਗਲਤ ਹੋ ਰਹੀ ਆ ਔਰ ਉਹ ਲੋਕ ਮਦਦ ਵੀ ਕਰਦੇ ਨੇ। ਜਿੱਦਾਂ
ਆਪਾਂ ਇਹ ਮੰਨ ਕੇ ਚੱਲੀਏ ਕਿ ਜਿਹੜਾ ਜਸਟਿਸ ਲੱਲੂ ਸਿੰਘ ਸੀਗਾ ਉਹ ਵੀ ਹਿੰਦੂ ਜੱਜ ਸੀਗਾ, ਉਹਨੇ ਉਮਰ ਕੈਦ ਦੀ ਸਜ਼ਾ ਦਿੱਤੀ। ਇਹ ਵੀ ਹਿੰਦੂ ਜੱਜ ਨੇ, ਇੱਥੋਂ ਦੇ ਬਹੁ ਗਿਣਤੀ ਲੋਕ ਨੇ ਜਿਹਨੇ 7 ਸਾਲ ਦੀ ਸਜ਼ਾ ਕਰ ਦਿੱਤੀ। ਇਦਾਂ ਹੀ ਪੁਲਿਸ ਦੇ ਕਈ ਲੋਕ ਨੇ ਜਿਨ੍ਹਾਂ ਨੂੰ ਉਹਨਾਂ ਨੇ ਇਹਦੀ ਮਤਲਬ ਖੰਡਨ ਵੀ ਕੀਤਾ ਕਿ ਘਟਨਾ ਬਹੁਤ ਗਲਤ ਹੋਈ। ਕਈ ਡੀਜੀਪੀ ਇਹੋ ਜਿਹੇ ਹੋਏ ਕਿ ਜਿਨ੍ਹਾਂ ਨੇ ਮੈਨੂੰ ਵੀ ਕਈ ਕੇਸ ਫਸਾਉਂਦੇ ਰਹੇ, ਕਈ ਪੁਲਿਸ ਵਾਲੇ ਆਹੋ ਰਹੇ ਜਿਹੜੇ ਮੈਨੂੰ ਬਚਾਉਂਦੇ ਵੀ ਰਹੇ। ਤੇ ਸਾਰੇ ਲੋਕ ਤੇ ਨਹੀਂ ਖਰਾ, ਪਰ ਇਹ ਗੱਲ ਜ਼ਰੂਰ ਹੈ ਸਰਕਾਰੀ ਏਜੰਸੀਆਂ ਪੁਲਿਸ ਦੇ ਇਹ ਇੱਕ ਇਹਨਾਂ ਦਾ ਗਠਜੋੜ ਆ। ਕੱਲੇ ਕਿਸੇ ਦੀ ਹਿੰਮਤ ਨਹੀਂ ਕਿ ਕੱਲਾ ਕੋਈ ਹੱਥ ਪਾ ਲਵੇ। ਔਰ ਸਾਡੇ ਉੱਤੇ ਖਾਲੀ ਇੰਨਾ ਹੀ ਥੋੜੀ ਹੋਇਆ, ਮੇਰੀਆਂ ਜ਼ਮੀਨਾਂ ਦੀਆਂ ਵਿਰਾਸਤਾਂ ਅੱਜ ਵੀ ਖਾਰਜ ਚੱਲ ਰਹੀਆਂ ਨੇ। 50-60 ਏਕੜ ਜ਼ਮੀਨ ਦੀਆਂ ਵਿਰਾਸਤ ਅੱਜ ਵੀ ਅਸੀਂ ਮੁਕੱਦਮੇ ਲੜ ਰਹੇ ਹਾਂ ਪ੍ਰੈਸਰ ਬਣਾਉਣ ਵਾਸਤੇ। ਉਹ ਵੀ ਮੁਕੱਦਮੇ ਇੱਕ ਬੰਨਿਓ ਥੋੜੀ ਲੋਕ ਲੜਦੇ ਨੇ। ਤੁਹਾਡਾ ਐਕਸੀਡੈਂਟ ਵੀ ਕਰਾਇਆ ਜਾਏਗਾ, ਤੁਹਾਡੇ ਉੱਤੇ ਫਰਜ਼ੀ ਫੇਕ ਕੇਸ ਵੀ ਲਾਇਆ ਜਾਏਗਾ, ਤੁਹਾਡੀਆਂ ਜ਼ਮੀਨਾਂ ਦੇ ਮੁਕੱਦਮੇ ਵੀ ਚਲਾਏ ਜਾਣਗੇ, ਤੁਹਾਡੇ ਘਰ ਵੀ ਤੋੜੇ ਜਾਣਗੇ। 4 ਸਫੇਰਿਓਂ ਅਟੈਕ ਕਰਦੇ ਨੇ। ਮੇਰਾ ਜਿੰਨਾ ਇਹਨਾਂ ਮੈਨੂੰ ਬਰਬਾਦ ਕੀਤਾ ਵਾ, ਉਜਾੜਿਆ ਵਾ, ਇਹ ਤੇ ਮੈਂ ਹੀ ਦੱਸ ਸਕਦਾ, ਜਿਉਂਦਾ ਇੱਕ ਵਾਹਿਗੁਰੂ ਦੀ ਕਿਰਪਾ ਦੇ ਨਾਲ ਆ। ਹਾਂ, ਦੂਜਾ ਇਹ ਜ਼ਰੂਰ ਹੈ ਕਿ ਜਿੱਦਾਂ ਅਸੀਂ ਬਹੁਤ ਸਾਰਾ ਜਿੱਦਾਂ ਸੁਣਦੇ ਹਾਂ ਕਿ ਪੰਜਾਬ 'ਚ ਬਾਹਰ ਦੇ ਲੋਕ ਨੇ ਜਿਹੜੀ ਬੜੀ ਮਦਦ ਕਰਦੇ ਨੇ, ਪੈਸੇ ਨਾਲ ਮਦਦ ਕਰਦੇ ਨੇ, ਇਦਾਂ ਦੀ ਮਦਦ ਹੁੰਦੀ ਆ। ਮੇਰੇ ਕੋਲ ਤੇ ਕਦੀ ਅੱਜ ਤੱਕ ਮੈਨੂੰ ਤੇ ਨਹੀਂ ਲੱਗਦਾ ਕੋਈ ਮਦਦ ਕਦੀ ਕਿਤੋਂ ਮਿਲੀ ਹੋਵੇ, ਜਾਂ ਕੋਈ ਤੁਹਾਨੂੰ ਮਦਦ ਹੈ ਕਿ ਪੰਜਾਬੀ ਜਸਟਿਸ। ਭਾਈਚਾਰੇ ਚੋਂ ਜਾਂ ਸਾਡੇ ਗੁਰਦੁਆਰਾ ਕਮੇਟੀਆਂ ਵੱਲੋਂ, ਸ਼੍ਰੋਮਣੀ ਨਹੀਂ, ਗੁਰਦੁਆਰਾ ਗੁਰਦੁਆਰੇ ਵਾਲੇ ਪ੍ਰਬੰਧਕ ਕਮੇਟੀਆਂ ਕਮੇਟੀ, ਵਾਲੇ ਤਾਂ ਕਿਉਂਕਿ ਮਦਦ ਹੀ ਨਹੀਂ ਕਰਦੇ ਕਿਸੇ ਦੀ, ਕਰਦੇ ਹੀ ਨਹੀਂ ਕਿਸੇ ਕਿਉਂਕਿ ਉਹ ਦੀ ਬੰਦੀ ਮਦਦ। ਸਿੰਘਾਂ ਲਈ ਇੱਕ ਲਹਿਰ ਚਲਾ ਰਹੇ ਨੇ, ਉਹਨਾਂ ਦੀ ਲਗਾਤਾਰ ਇੱਕ ਲਹਿਰ ਚੱਲ ਰਹੀ ਹੈ ਬੰਦੀ ਸਿੰਘਾਂ ਦੇ ਨਾਮ ਤੇ। ਨਹੀਂ, ਉਹ ਤੇ ਇਸ ਕਰਕੇ ਚੱਲ ਰਹੀ ਹੈ ਨਾ, ਅਗਰ ਇਹ ਸਰਕਾਰ 'ਚ ਹੁੰਦੇ ਤੇ ਉਹ ਵੀ ਲਹਿਰ ਨਹੀਂ ਚੱਲਣੀ। ਲਹਿਰ ਤੇ ਇਸ ਕਰਕੇ ਚਲਾ ਰਿਹਾ ਨਾ ਕਿ ਹੁਣ ਦੁਬਾਰਾ ਕਿੱਦਾਂ ਇਹਦੇ ਵਿੱਚ ਇਸ ਰਾਜ ਪਾਟ ਜਿਹੜਾ ਸਾਡਾ ਚਲਾ ਗਿਆ ਕਿੱਦਾਂ ਖੋਇਆ ਜਾਵੇ। ਕਿਉਂਕਿ ਮੈਂ ਕਈ ਵਾਰ ਇਹਨਾਂ ਨੂੰ ਗੁਰਦੁਆਰਾ ਕਮੇਟੀਆਂ ਨੂੰ ਦਿੱਲੀ ਵੀ ਮਿਲਿਆ, ਇੱਥੇ ਵੀ ਮਿਲਿਆ, ਅੰਮ੍ਰਿਤਸਰ ਵੀ ਮੈਂ ਕੋਸ਼ਿਸ਼ ਕੀਤੀ ਮਿਲਦੀ। ਮੈਨੂੰ ਨਹੀਂ ਲੱਗਦਾ ਕਿ ਜਿੰਨੀਆਂ ਵੀ ਗੁਰਦੁਆਰਾ ਕਮੇਟੀਆਂ ਨੇ ਕੋਈ ਮਦਦ ਕਰਦੀਆਂ ਹੋਣ, ਕਦੇ ਨਹੀਂ ਮਦਦ ਕਰਦੀਆਂ। ਤੁਹਾਡੇ ਤੱਕ ਔਰ ਕਦੀ ਨਹੀਂ ਇਹ ਪਹੁੰਚੀ ਲੋਕ ਉਹ ਮਦਦ? ਨਹੀਂ ਨਹੀਂ ਮਦਦ ਹੀ ਨਹੀਂ ਕਰਦੇ। ਇਹਨਾਂ ਕੋਲ ਪਹੁੰਚੋ ਤੇ ਮਿਸਬਿਹੇਵ ਬਹੁਤ ਕਰਦੇ ਨੇ। ਅੱਜ ਅਗਰ ਮੈਂ ਉੱਥੇ ਬਾਦਲ ਦਿੱਲੀ ਸਾਹਿਬ ਦੀ ਮੈਂ ਸਰਕਾਰ ਰਹੀ, ਜੀ ਪੰਜਾਬ ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਰਹੀ। ਤੁਸੀਂ ਕਿਹਾ ਵੀ ਸੁਖਬੀਰ ਸਿੰਘ ਬਾਦਲ ਯੋਗੀ ਆਦਿੱਤਿਆਨਾਥ ਜੀ ਨੂੰ ਮਿਲ ਕੇ ਗਏ ਨੇ, ਜਦਕਿ ਯੋਗੀ ਜੀ ਆਦਿੱਤਿਆਨਾਥ ਸਟੇਟ ਦਾ, ਸੂਬੇ ਦਾ ਇਹਦੇ ਵਿੱਚ ਕੋਈ ਵੀ ਯੋਗਦਾਨ ਨਹੀਂ ਹੈ, ਕਿਉਂਕਿ ਇਹ ਸੀਬੀਆਈ ਦੀ ਇਨਕੁਆਇਰੀ ਸਾਰੀ ਹੋਈ ਹੈ। ਸੋ ਇਟ ਜੀ ਸੀਬੀਆਈ ਜੀ ਦੀ ਪੂਰੀ ਵਰਸਸ ਹਾਈ ਕੋਰਟ ਹੈ ਨਾ ਜੀ। ਮੈਂ ਜੀ ਤੁਹਾਡੇ ਜੀ ਤੋਂ ਜੀ ਪੁੱਛਣਾ ਚਾਹਾਂਗੀ, ਜਦੋਂ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਕਿਉਂਕਿ ਅਕਾਲੀ ਦਲ ਸਿੱਖਾਂ ਦੀ ਪਾਰਟੀ ਜੀ ਕਹੀ ਜਾਂਦੀ ਹੈ, ਕੀ ਤੁਸੀਂ ਕਦੀ ਉਹਨਾਂ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਮੈਂ ਕੀਤੀ ਸੀ? ਮੈਂ ਕਿਉਂਕਿ ਤੁਹਾਡੇ ਤੇ ਜੀ ਬਹੁਤ ਜੀ ਜ਼ਿਆਦਾ ਜਦੋਂ ਮੇਰੇ ਤੇ ਪ੍ਰੈਸ਼ਰ ਸੀਗਾ, ਮੈਨੂੰ ਇਦਾਂ ਲੱਗ ਰਿਹਾ ਸੀਗਾ ਕਿਉਂਕਿ ਪੁਲਿਸ ਵਾਲੇ ਮੈਨੂੰ ਮਿਲਣ ਆਏ ਸੀਗੇ, ਕਾਫੀ ਲੋਕ ਮੇਰੇ ਤੇ ਠੀਕ ਹੈ ਪ੍ਰੈਸ਼ਰ ਜੀ। ਪਾ ਰਹੇ ਸੀਗੇ। 2 ਗਵਾਹ ਸੀਗੇ ਮੇਰੇ ਕੋਲ, ਰਾਮ ਕੁਮਾਰ ਤੇ ਮਨੋਹਰ ਲਾਲ। ਉਹਨਾਂ ਗਵਾਹ, ਕਿਉਂਕਿ ਮੌਕੇ ਦੇ ਗਵਾਹ ਸੀਗੇ, ਉਹ ਮੇਰੇ ਖੇਤਾਂ 'ਚ ਕੰਮ ਕਰ ਰਹੇ ਸੀਗੇ। ਪੁਲਿਸ ਜਦੋਂ ਉਹਨਾਂ ਨੂੰ ਇਨਕਾਊਂਟਰ ਕਰਨ ਵਾਸਤੇ ਲੈ ਗਈ, ਉਸ ਗੱਡੀ ਤੇ ਉਹ ਗਵਾਹਾਂ ਮੈਨੂੰ ਵੀ ਨਾਲ ਹੀ ਲੱਦ ਲਿਆ। ਦਿਖਾਉਣਾ ਇਹ ਸੀਗਾ ਕਿ ਜੰਗਲਾਂ 'ਚ, ਇਹ ਜੰਗਲ ਦੇ ਜਿਹੜੇ ਪਿੰਡ ਦੇ ਭਈਏ ਨੇ ਲਾਗੇ ਰਹਿੰਦੇ ਨੇ, ਲੱਕੜਾਂ ਵੱਢ ਰਹੇ ਸੀਗੇ। ਉਹ ਲੱਕੜਾਂ ਵੱਢ ਰਹੇ ਉੱਥੇ ਕਿਨਾਲੀ ਦਾ ਉਗਰਵਾਦੀ ਮਤਲਬ ਲੁਕੇ ਹੋਏ ਸੀਗੇ। ਪੁਲਿਸ ਦੀ ਗੱਡੀ ਜਾ ਰਹੀ, ਪੁਲਿਸ ਵੇਖ ਕੇ ਉਗਰਵਾਦੀਆਂ ਨੇ ਗੋਲੀ ਚਲਾਈ, ਪੁਲਿਸ ਨੇ ਚਲਾਈ, ਇਹ ਮਾਰੇ ਗਏ। ਉਹਨਾਂ ਨੂੰ ਇਸ ਕਰਕੇ ਲੈ ਗਏ ਸੀਗੇ, ਇਹ ਇਹਨਾਂ ਤੋਂ ਦਸਤਖਤ ਕਰਾਏ ਸੀਗੇ। ਹੋਇਆ ਕਿ ਉਹਨਾਂ ਨੇ ਸੀਬੀਆਈ ਨੂੰ ਸੱਚਾਈ ਦੱਸ ਦਿੱਤੀ ਤੇ ਅਸੀਂ ਦੇ ਖੇਤਾਂ 'ਚ ਕੰਮ ਕਰ ਰਹੇ ਸੀਗੇ। ਉਹਨਾਂ ਦੀ ਗਵਾਹੀ ਨਾ ਹੋਵੇ, ਕਿਉਂਕਿ ਗਵਾਹ ਮੇਰੇ ਕੋਲ ਸੀਗੇ, 20-25 ਸਾਲ ਤੋਂ ਗਵਾਹ ਮੈਂ ਆਪਣੇ ਕੋਲ ਰੱਖੇ ਸੀਗੇ। ਕਿਉਂਕਿ ਮੌਕੇ ਦੇ ਗਵਾਹ 2 ਹੀ ਸੀਗੇ, ਹੋਰ ਤਾਂ ਕੋਈ ਗਵਾਹ ਨਹੀਂ ਸੀਗਾ। ਬੱਸ ਤੋਂ ਲੱਥੇ ਉਦਾਂ ਦੇ 260 ਗਵਾਹ ਸੀਗੇ, ਪਰ ਕਿਸੇ ਨੇ ਦੱਸਿਆ ਇੱਧਰ ਨੂੰ ਗੱਡੀ ਲੈ ਕੇ ਗਏ, ਕਿਸੇ ਨੇ ਦੇਖਿਆ ਚੌਂਕੀ ਤੇ ਗੱਡੀ ਖੜੀ ਸੀਗੀ, ਕਿਸੇ ਨੇ ਕਿਹਾ ਕੋਤਵਾਲੀ ਬੱਸ ਆਈ ਸੀਗੀ, ਕਿਸੇ ਨੇ ਕਿਹਾ, ਪਰ ਮੌਕੇ ਦੇ ਗਵਾਹ ਨਹੀਂ ਸੀਗੇ। ਉਸ ਕਰਕੇ ਮੇਰੇ ਉੱਤੇ ਪ੍ਰੈਸ਼ਰ ਬਹੁਤ ਸੀਗਾ ਕਿ ਮੈਂ ਗਵਾਹ ਦੇ ਦਾਂ। ਤੇ ਉਸ ਸਮੇਂ ਮੈਂ ਇੱਥੋਂ ਭੱਜ ਕੇ ਪੰਜਾਬ ਗਿਆ ਤੇ ਪੰਜਾਬ ਯੂਨਾਈਟਿਡ ਅਕਾਲੀ ਦਲ ਦੇ ਨੇ ਸਰਦਾਰ ਗੁਰਨਾਮ ਸਿੰਘ ਜੀ, ਤੇ ਇਹਨਾਂ ਲੋਕਾਂ ਨੂੰ ਮੈਂ ਜਾ ਕੇ ਉੱਥੇ ਮਿਲਿਆ। ਇਹਨਾਂ ਮੇਰੀ ਪ੍ਰੈਸ ਵੀ ਕਰਾਈ ਚੰਡੀਗੜ੍ਹ। ਮੈਂ ਦੱਸਿਆ ਕਿ ਮੇਰੀ ਜਾਨ ਨੂੰ ਬਹੁਤ ਤਗੜਾ ਖਤਰਾ ਵਾ, ਔਰ ਬਹੁਤ ਪੁਲਿਸ ਪਿੱਛੇ ਲੱਗੀ ਹੋਈ ਆ, ਮੇਰੀ ਹੱਤਿਆ ਹੋ ਸਕਦੀ ਆ ਜਾਂ ਕੋਈ ਮੁਕੱਦਮਾ ਮੇਰੇ ਤੇ ਹੋ ਸਕਦਾ। ਫਿਰ ਪ੍ਰਕਾਸ਼ ਸਿੰਘ ਬਾਦਲ ਕਿਸੇ ਜ਼ਿਲ੍ਹੇ 'ਚ ਗਏ ਸੀਗੇ, ਉੱਥੇ ਜਨਤਾ ਦਰਬਾਰ ਲਾਇਆ ਸੀਗਾ। ਉਹਨਾਂ ਨੇ ਮਿਲਵਾਉਣ ਦੀ ਬੜੀ ਕੋਸ਼ਿਸ਼ ਕੀਤੀ, ਔਰ ਮੈਂ ਅੰਦਰ ਵੀ, ਮੈਨੂੰ ਜਿੱਥੇ ਪ੍ਰਕਾਸ਼ ਸਿੰਘ ਬਾਦਲ ਅੰਦਰ ਮੈਸੇਜ ਭੇਜਿਆ, ਪ੍ਰਕਾਸ਼ ਸਿੰਘ ਬਾਦਲ ਮੈਂ ਉੱਥੇ ਬੈਠਾ ਰਹਿ ਗਿਆ, ਪਿਛਲੇ ਰਸਤੇ ਤੋਂ ਨਿਕਲ ਗਏ। ਉਹਨਾਂ ਨੇ ਮੇਰੇ ਨਾਲ ਮੁਲਾਕਾਤ ਕਰਨ ਤੋਂ ਮਨਾ ਕਰ ਦਿੱਤਾ ਪ੍ਰਕਾਸ਼ ਸਿੰਘ ਬਾਦਲ ਜੀ ਨੇ। ਮੈਂ ਬੜੀ ਕੋਸ਼ਿਸ਼ ਕੀਤੀ ਮੁਲਾਕਾਤ ਕਰਨ ਨੂੰ, ਅਜੇ ਵੀ ਮੇਰੇ ਕੋਲ ਚਿੱਠੀਆਂ ਨੇ ਜਿਹੜੇ ਮੈਂ ਲੈਟਰ ਦਿੱਤੇ ਉਹਨਾਂ ਨੂੰ
ਤੇ ਮੇਰੀ ਜਾਨ ਨੂੰ ਖਤਰਾ, ਜਾਂ ਤੇ ਮੈਨੂੰ ਇੱਥੇ ਪੰਜਾਬ ਤੋਂ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ ਔਰ ਮੈਨੂੰ ਇੱਥੋਂ ਮਦਦ ਦਿੱਤੀ ਜਾਵੇ ਜਿਹੜੀ ਮੇਰੀ। ਉਸ ਤੋਂ ਬਾਅਦ ਵੀ ਉਹ ਜਿਹੜਾ ਮੈਨੂੰ ਜਾਨ ਨੂੰ ਖਤਰਾ ਸੀਗਾ, ਇਹਨਾਂ ਨੇ ਏਟੀਐਸ ਯੂਪੀ ਨੇ ਪੰਜਾਬ ਏਟੀਐਸ ਨਾਲ ਮਿਲ ਕੇ ਮੈਨੂੰ ਚੁੱਕ ਲਿਆ ਤੇ ਆਰਮਸ ਐਕਟ, ਐਨਡੀਪੀਐਕਸ ਐਕਟ, ਕਈ ਫਰਜੀ ਕੇਸ ਮੇਰੇ ਉੱਤੇ ਪਾ ਕੇ ਅੰਮ੍ਰਿਤਸਰ ਜੇਲ੍ਹ ਭੇਜ ਦਿੱਤਾ। 6 ਮਹੀਨੇ ਬਾਅਦ ਆਰ ਐਸ ਬੈਂਸ ਸਾਹਿਬ ਨੇ ਉੱਥੇ, ਜਸਟਿਸ ਅਜੀਤ ਸਿੰਘ ਬੈਂਸ ਦੇ ਬੇਟੇ, ਉਹਨਾਂ ਨੇ ਮੇਰੀ 6 ਮਹੀਨੇ ਬਾਅਦ ਜਿਹੜੀ ਆ ਜ਼ਮਾਨਤ ਕਰਾਈ, ਕਿਉਂਕਿ ਪ੍ਰੂਫ ਕੋਈ ਨਹੀਂ, ਅਦਾਲਤ ਦੇ ਵਿੱਚ ਪ੍ਰੂਫ ਕੋਈ ਨਹੀਂ ਦੇ ਪਾਏ, ਕਿਉਂਕਿ ਜੇਲ੍ਹ ਕਾਂਡ ਵਾਲਾ ਮੈਂ ਕੇਸ ਲੜ ਰਿਹਾ ਸੀਗਾ ਬੜੀ ਤੇਜ਼ੀ ਦੇ ਨਾਲ। ਆਰਡਰ ਹੁੰਦਾ ਵੀ ਉਹਦਾ ਬੜਾ ਇਹ ਸੀਗਾ ਕਿ ਆਰਡਰ ਹੋ ਜਾਣਾ ਬਹੁਤ ਜਲਦੀ, ਪਰ ਉਹਦੇ 'ਚ ਜਿਹੜੀ ਆ ਦਿੱਲੀ ਕਮੇਟੀ ਇਨਵਾਲਵ ਹੋ ਗਈ। ਇਹਨਾਂ ਨੇ ਆਪਣਾ ਵਕੀਲ ਖੜਾ ਕਰ ਦਿੱਤਾ, ਵਕੀਲ ਖੜ ਕੇ ਇਹਨਾਂ ਨੇ ਪਤਾ ਨਹੀਂ, ਇਹਨਾਂ ਨੇ ਪਹਿਲਾਂ ਹੀ ਡੇਟਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ, ਲੰਬੀ ਡੇਟ ਲੈਣੀ ਸ਼ੁਰੂ ਕਰ ਦਿੱਤੀ। ਇਹ ਲੋਕ ਵੀ ਇਨਵਾਲਵ ਹੋ ਗਏ ਸਰਕਾਰ ਦੇ ਨਾਲ, ਬੀਜੇਪੀ ਦੀ ਸਰਕਾਰ ਹੀ ਉੱਤੇ ਜੋ ਵੀ ਇਹਨਾਂ ਨੇ ਕੀਤਾ ਹੋਵੇ ਉਸ ਕੇਸ ਨੂੰ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਨ ਹੀ ਅਸੀਂ ਉਸ ਕੇਸ ਦੇ ਵਿੱਚ ਬਹੁਤ ਪਿੱਛੇ ਚਲੇ ਗਏ, ਨਹੀਂ ਤਾਂ ਉਸ ਕੇਸ ਦੇ ਵਿੱਚ ਵੀ ਆਰਡਰ ਹੋ ਜਾਣਾ ਸੀਗਾ। ਇਹਨਾਂ ਕਮੇਟੀਆਂ ਨੇ ਸਾਨੂੰ ਇਹ ਲੁੱਟਦੇ ਨੇ ਔਰ ਸਾਡੇ ਖਿਲਾਫ ਇਹ ਕੰਮ ਕਰਦੇ ਨੇ। ਇਹਨਾਂ ਕਦੀ ਕੋਈ ਮਦਦ ਨਹੀਂ ਕੀਤੀ ਪੰਜਾਬ ਦਾ, ਮੈਨੂੰ ਨਹੀਂ ਪਤਾ, ਪਰ ਸਾਡੇ ਜਿਹੜੇ ਬਾਹਰ ਦੇ ਸਟੇਟ ਨੇ ਉੱਥੇ ਕਦੀ ਇਹਨਾਂ ਨੇ ਕੋਈ ਮਦਦ ਨਹੀਂ ਕੀਤੀ, ਸਾਡੀ ਕੋਈ ਕਮੇਟੀ ਮਦਦ ਨਹੀਂ ਕਰਦੀ। ਜਿਹੜੀ ਜੇਲ੍ਹ ਦੇ ਵਿੱਚ ਤੁਸੀਂ ਇਨਕੁਆਇਰੀ, ਜਿਹਦੀ ਚਾਰਜ ਸ਼ੀਟ ਯੂਪੀ ਸਰਕਾਰ ਨੇ ਕਿਹਾ ਕਿ ਵਾਪਿਸ ਲੈ ਲਈ ਹੈ, ਉਹਦੀ ਜਿਹੜੀ ਇਨਕੁਆਇਰੀ ਹੈ ਉਹ ਤਾਂ ਸਾਰੀ ਸਟੇਟ ਦੇ ਕੋਲ ਹੈ ਜੀ। ਸੀਆਈਡੀ ਦਾ ਨਾਮ ਲਿਆ ਤੁਸੀਂ ਕਿ ਸੀਆਈਡੀ ਨੇ, ਸੀਬੀਸੀਆਈਡੀ ਨੇ, ਉਹਨੇ ਵੀ ਚਾਰਜ ਸ਼ੀਟ ਕੀਤਾ, ਉਹਨੇ ਕੇਸ ਚਾਰਜ ਸ਼ੀਟ ਕੀਤਾ, ਕਲੀਅਰ ਕੇਸ ਸੀਗਾ। ਇਹ ਲੋਕ ਜੇਲ੍ਹ ਤੋੜ ਕੇ ਨਹੀਂ ਸੀਗੇ ਭੱਜ ਰਹੇ, ਉਹਦੇ 'ਚ ਰਿਪੋਰਟਾਂ ਨੇ ਸਾਰੀਆਂ, ਕਿ ਮੇਰੇ ਕੋਲ ਅੱਜ ਵੀ ਅਗਰ ਤੁਹਾਡੇ ਨਾਲ ਕਦੀ ਮੇਰੇ ਕੋਲ ਹੈ ਨੇ ਸਾਰੀਆਂ ਉਹਦੇ ਡਾਕਟਰੀ ਰਿਪੋਰਟਾਂ, ਕਿ ਜਿਉਂਦੇ ਬੰਦਿਆਂ ਦੇ ਸਰੀਆ ਕੰਨ 'ਚ ਪਾ ਕੇ, ਜਿਉਂਦਿਆਂ ਦੇ ਦੂਜੇ ਕੰਨ ਦੇ ਵਿੱਚੋਂ ਥੋੜਾ ਮਾਰ ਕੇ ਸਰੀਆ ਕੱਢ ਦਿੰਦੇ ਰਹੇ ਏਡੀ ਬੁਰੀ ਤਰੀਕੇ ਦੇ ਨਾਲ। ਤੇ ਮੈਨੂੰ ਨਹੀਂ ਲੱਗਦਾ ਕਿ ਹੋ ਸਕਦਾ ਕਿ ਉਸ ਟਾਈਮ ਇਦਾਂ ਦੀ ਹੱਤਿਆ ਹੁੰਦੀਆਂ ਹੋਣ ਆਪਣੇ ਮੁਗਲਾਂ ਦੇ ਟਾਈਮ ਤੇ ਮੇਰਾ ਖਿਆਲ ਹੈ ਕਿ ਉਦੋਂ ਉਹਨਾਂ ਕੋਲ ਆਰੇ ਵਗੈਰਾ ਚਲਾ ਕੇ ਸਿਰ ਵਗੈਰਾ ਜਾਂ ਜਿੱਦਾਂ ਵੀ ਉਹਨਾਂ ਦਾ ਤਰੀਕਾ ਹੋਏਗਾ, ਤੇ ਹੁਣ ਨਵਾਂ ਤਰੀਕਾ ਇਹਨਾਂ ਕੋਲੋਂ ਥੋੜਾ ਮਾਰ ਕੇ ਸਰੀਆ ਮਾਰ ਕੇ ਔਰ ਇੱਕ ਕੰਨ ਦੇ ਵਿੱਚੋਂ ਸਰੀਆ ਮਾਰ ਕੇ ਦੂਜੇ ਕੰਨ ਚੋਂ ਕੱਢ ਦਿੰਦੇ ਰਹੇ। ਇਸ ਤਰੀਕੇ ਦਾ ਨਾ ਹੱਤਿਆ ਕੀਤੀ। ਪਰ ਮੈਨੂੰ ਨਹੀਂ ਲੱਗਦਾ ਕਿ ਮੁਗਲ ਸਰਕਾਰ 'ਚ ਤੇ ਜਿਹੜੇ ਇਹ ਸਰਕਾਰ ਹੋਏਗੀ ਮਾਰਨ ਦੇ ਤਰੀਕੇ ਨਾਲ ਕੋਈ ਫਰਕ ਹੋਏਗਾ। ਔਰ ਇਸੇ ਕੇਸ ਦੀ ਜਿਹੜੀ ਚਾਰਜ ਸ਼ੀਟ ਸੀ ਉਹ ਵਾਪਿਸ ਲੈ ਲਈ ਸਰਕਾਰ ਨੇ, ਜਿਹੜਾ ਦੂਸਰਾ ਕੇਸ ਜੇਲ੍ਹ ਵਾਲਾ। ਜੀ। ਹੁਣ ਇਹਦੇ ਵਿੱਚ ਤੁਹਾਨੂੰ ਫਿਊਚਰ ਕੀ ਦਿਖਦਾ ਹੈ ਜੀ? ਹੁਣ ਇਹਦੇ 'ਚ ਫਿਊਚਰ ਕੀ ਦਿਖਦਾ, ਭਵਿੱਖ ਕੀ ਹੈ? ਭਵਿੱਖ ਤਾਂ ਮੈਨੂੰ ਇਹ ਲੱਗਦਾ ਕਿ ਜਿਹੜਾ ਆਰਡਰ ਹੋਇਆ ਵਾ, ਇਸ ਆਰਡਰ ਨੇ ਤੇ ਇਹਨਾਂ ਨੇ ਸਾਰਾ ਕੀਤਾ ਸਿੱਖਾਂ ਵੱਲ, ਘੱਟ ਗਿਣਤੀਆਂ ਵੱਲ, ਕਿ ਤੁਸੀਂ ਲੋਕ ਹਥਿਆਰ ਹੋ ਜਾਓ। ਅਗਰ ਤੁਸੀਂ 302 ਲਿਖਵਾ ਵੀ ਦੋਗੇ ਸਾਨੂੰ ਸਜ਼ਾ ਵੀ ਹੋ ਜਾਏਗੀ, ਫਿਰ 304 'ਚ ਕਨਵਰਟ ਹੋ ਜਾਏਗੀ ਸਜ਼ਾ। ਸਾਨੂੰ ਸਜ਼ਾ ਹੋ ਹੀ ਨਹੀਂ ਸਕਦੀ। ਇਹ ਤੇ ਇਹਨਾਂ ਬਿਲਕੁਲ ਤੁਸੀਂ ਸਮਝ ਲਓ ਨਾ, ਕਲੀਅਰ ਹੀ ਸਾਰਾ ਕਰ ਦਿੱਤਾ ਨਾ। ਹੁਣ ਤੇ ਰੂਲਿੰਗ ਬਣ ਗਈ ਨਾ ਹਾਈ ਕੋਰਟ ਦੀ, ਜਿਹੜੀ ਹਾਈ ਕੋਰਟ ਦੀ ਰੂਲਿੰਗ ਆ, ਇਲਾਹਾਬਾਦ ਹਾਈ ਕੋਰਟ ਦੀ ਰੂਲਿੰਗ ਤੇ ਪੂਰੇ ਇਹਦੀ ਬੜੀ ਵੈਲਿਊ ਆ। ਇਹ ਰੂਲਿੰਗ ਪੂਰੇ ਹਿੰਦੁਸਤਾਨ 'ਚ ਵਰਤੀ ਜਾਏਗੀ, ਹਰ ਸਟੇਟ ਇਹਨੂੰ ਵਰਤੇਗੀ, ਪੰਜਾਬ ਵੀ ਵਰਤੇਗੀ। ਆਹ ਦੇਖੋ ਰੂਲਿੰਗ ਆਈ ਆ ਕਿ ਇਹਨਾਂ ਨੇ ਜਿੱਥੇ ਪੁਲਿਸ ਵਰਦੀਧਾਰੀ ਅਗਰ ਕਿਸੇ ਦੀ ਹੱਤਿਆ ਕਤਲੇਆਮ ਕਰ ਦਿੰਦਾ ਵਾ, ਕਿਉਂਕਿ ਉਹਦੀ ਡਿਊਟੀ ਆ, ਇਹਨਾਂ ਨੇ ਕਿਹਾ ਕਿ ਇਹਨਾਂ ਦੀ ਡਿਊਟੀ ਆ, ਤੇ ਡਿਊਟੀ ਆ, ਤੇ ਹੁਣ ਡਿਊਟੀ 'ਚ ਤੇ ਇਹਨਾਂ ਨੇ ਸਾਫ਼ ਵੀ ਕਰ ਦਿੱਤਾ ਅਸੀਂ ਆਉਣ ਵਾਲੇ ਟਾਈਮ ਤੇ ਕਿਸੇ ਨੂੰ ਵੀ ਮਾਰ ਸਕਦੇ ਆ। ਤੁਸੀਂ 302 ਲਵਾਓਗੇ, ਅਸੀਂ ਇਹਨੂੰ ਕਨਵਰਟ ਕਰ ਦਾਂਗੇ 304 'ਚ। ਇਹ ਤੇ ਜ਼ਿਆਦਾ ਖਤਰਾ ਪੈਦਾ ਹੋ ਗਿਆ ਨਾ। ਹਾਂਜੀ, ਪਰ ਇਹ ਗੱਲ ਉਮੀਦ ਪੈਦਾ ਕਰਦੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਇਹਨੂੰ ਚੈਲੰਜ ਕਰੋਗੇ ਸੁਪਰੀਮ ਕੋਰਟ ਦੇ ਵਿੱਚ ਲਿਜਾ ਕੇ। ਸੋ ਇੱਕ ਉਮੀਦ ਹੈ, ਕਿਉਂਕਿ ਇਹਦੇ ਨਾਲ ਤਾਂ ਬਹੁਤ ਕੇਸਿਸ ਹਜੇ ਚੱਲਦੇ ਨੇ ਜਿਨ੍ਹਾਂ ਤੇ ਹਜੇ ਟ੍ਰਾਇਲ ਖਤਮ ਹੋਣੇ ਜਾਂ ਫੈਸਲੇ ਆਉਣੇ ਬਾਕੀ ਨੇ। ਸੋ ਮੈਂ ਤੁਹਾਨੂੰ ਇੱਕ ਚੀਜ਼ ਹੋਰ ਜਾਣਨਾ ਚਾਹਾਂਗੀ ਹਰਜਿੰਦਰ ਜੀ, ਜਿੰਨੀ ਦੇਰ ਤੱਕ ਇਹ ਕੇਸ ਚੱਲ ਰਿਹਾ ਸੀ, ਇਹ 47 ਪੁਲਿਸ ਕਰਮੀਆਂ ਦੇ ਉੱਤੇ, ਕੀ ਇਹਨਾਂ ਦੇ ਜਿਹੜੀ ਵਰਦੀ ਉਤਾਰ ਦਿੱਤੀ ਗਈ ਸੀ ਪੁਲਿਸ ਵੱਲ, ਸਰਕਾਰ ਵੱਲੋਂ ਇਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ ਸੀ ਕਿ ਤੁਸੀਂ ਗਲਤ ਕੀਤਾ ਸੀ, ਤੁਸੀਂ ਗਲਤ ਕਰਕੇ ਪ੍ਰਮੋਸ਼ਨਸ ਲਈਆਂ ਸੀ? ਸਰਕਾਰ ਨੇ ਕੀ ਇਹਨਾਂ ਨੂੰ ਬਾਅਦ ਵਿੱਚ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਹਜੇ ਵੀ ਮਿਲਦੀ ਹੈ? ਨਹੀਂ, ਜੇਲ੍ਹ ਚਲੇ ਗਏ ਸੀਗੇ ਸਾਰੇ, ਨੌਕਰੀਆਂ ਤੋਂ ਬਰਖਾਸਤ ਸੀਗੇ। ਹਾਂ, ਜੇਲ੍ਹ ਚਲੇ ਗਏ, ਸਸਪੈਂਡ ਸੀਗੇ, ਇਹ ਬਰਖਾਸਤ ਸੀਗੇ। ਠੀਕ ਹੈ ਜੀ। ਸੋ ਇਹਨਾਂ ਨੂੰ ਕੋਈ ਬੈਨੀਫਿਟ ਸਰਕਾਰੀ ਜਿਹੜਾ ਹੈ ਉਹ ਨਹੀਂ ਮਿਲਦਾ ਪਿਆ? ਮੇਰੇ ਖਿਆਲ ਹੁਣ ਮਿਲ ਜਾਏਗਾ। ਓਕੇ, ਹੁਣ ਤੇ 304 ਇਹਨੂੰ ਅਗਲੀ, ਹੁਣ ਤੇ ਸੁਪਰੀਮ ਕੋਰਟ ਉੱਤੇ ਆ ਨਾ ਕਿ ਸੁਪਰੀਮ ਕੋਰਟ ਕੀ ਫੈਸਲਾ ਦਿੰਦੀ ਆ। ਅਗਰ ਤੇ ਉਹੀ ਸਜ਼ਾ ਬਰਕਰਾਰ ਸੁਪਰੀਮ ਕੋਰਟ ਰੱਖਦੀ ਆ
ਫਿਰ ਤੇ ਕੀ ਤੁਸੀਂ ਇਹ ਸਮਝ ਜਿਹੜੇ ਲਓ ਕਿ ਪੁਲਿਸ ਕਰਮੀ ਸੀਗੇ ਹਰਜਿੰਦਰ ਸਿੰਘ ਜੀ, ਇਹਨਾਂ ਦੇ ਕੋਈ ਚਿਹਰੇ ਤੇ ਤੁਹਾਨੂੰ ਗਿਲਟ ਦੀ ਭਾਵਨਾ ਕਦੀ ਨਜ਼ਰ ਆਈ ਹੈ ਕਿ ਇਹਨਾਂ ਨੇ ਰਿਮੋਰਸ ਸ਼ੋ ਕੀਤਾ ਹੋਵੇ ਕਿ ਸਾਡੇ ਤੋਂ ਗਲਤੀ ਹੋ ਗਈ, ਬੌਕਨਾਉਣਾ ਪਾਪ ਹੋ ਗਿਆ? ਨਹੀਂ ਨਹੀਂ, ਉਹ ਤੇ ਮੈਨੂੰ ਆਣ ਕੇ ਕਈ ਵਾਰ ਹੜਕਾਇਆ ਉਹਨਾਂ ਨੇ। ਉਹਨਾਂ ਲੱਗਦਾ ਨਹੀਂ ਸੀਗਾ, ਕਹਿੰਦਾ ਵਾ ਮੈਨੂੰ ਉਹਨਾਂ ਨੇ ਹੁਣ ਮੈਂ ਕਈ ਕਈ ਗੱਲਾਂ ਨਹੀਂ ਕਹਿ ਸਕਦਾ ਇਹਦੇ ਉੱਤੇ, ਗਲਤ ਹੋ ਜਾਣਾ ਕਹਿਣਾ, ਪਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਚਿਹਰੇ ਤੇ ਕਿਸੇ ਦੇ ਗਿਲਟੀ ਰਹੀ ਹੋਵੇ। ਉਹ ਤਾਂ ਕਹਿੰਦੇ ਇਹ ਬਹਾਦਰੀ ਦਾ ਕੰਮ ਕੀਤਾ, ਸਿੱਖ ਕੌਮ ਨੂੰ ਮਾਰਨਾ ਤੇ ਉਹ ਬਹਾਦਰ ਸਮਝਦੇ ਆ ਨਾ ਕਿ ਅਸੀਂ ਬਹਾਦਰੀ ਦਾ ਕੰਮ ਕੀਤਾ। ਔਰ ਅੱਜ ਵੀ ਇਹ ਹਾਲਾਤ ਨੇ, ਕੋਈ ਸਿੱਖ ਅਗਰ ਫੜਿਆ ਜਾਵੇ ਉਹਦੇ ਨਾਲ ਅਲੱਗ ਪ੍ਰਕਾਰ ਦੀ ਕੁੱਟਮਾਰ ਹੁੰਦੀ ਆ, ਕੋਈ ਇੱਥੋਂ ਦਾ ਬਹੁ ਗਿਣਤੀ ਫੜਿਆ ਜਾਵੇ ਉਹਦੇ ਨਾਲ ਅਲੱਗ ਪ੍ਰਕਾਰ ਦੀ ਕੁੱਟਮਾਰ ਹੁੰਦੀ ਆ। ਉਹਦੇ ਵਿੱਚ ਹੀ ਫਰਕ ਆ। ਸਾਡਾ ਬੰਦਾ ਮਾਮੂਲੀ ਜੀ ਦਬਾ 'ਚ ਚਲਾ ਗਿਆ ਤੇ ਉਹਨੂੰ ਰੱਸੀ ਦਾ ਸੱਪ ਬਣਾ ਦਿੰਦੇ ਨੇ, ਔਰ ਇਹ ਲੋਕ ਚਲੇ ਜਾਣ ਅਗਰ ਉਹ ਤੇ ਇਹਨਾਂ ਨੂੰ ਸੱਪ ਦੀ ਰੱਸੀ ਬਣਾ ਦਿੰਦੇ ਨੇ। ਮਤਲਬ ਅਸੀਂ ਆਪਣੀ ਜੀ ਹਰਜਿੰਦਰ ਸਿੰਘ ਜੀ। ਜ਼ਬਰਦਸਤੀ ਰਹਿ ਰਹੇ ਹਾਂ। ਇਹਨਾਂ ਵੱਲੋਂ ਕੋਈ ਕਮੀ ਨਹੀਂ ਸਾਨੂੰ, ਮਤਲਬ ਤੰਗ ਕਰਦੀ, ਇਹਨਾਂ ਦੇ ਪਟਵਾਰੀ ਸਾਨੂੰ ਤੰਗ ਕਰਦੇ ਨੇ, ਜੇ ਇਹਨਾਂ ਦੇ ਜਿਹੜੇ ਅਫਸਰ ਨੇ ਉਹ ਤੰਗ ਕਰਦੇ ਨੇ, ਜ਼ਮੀਨਾਂ ਦੇ ਸਾਡੇ ਤੇ ਮੁਕੱਦਮੇ ਚਲਾਏ ਜਾਂਦੇ ਨੇ। ਇਹਨਾਂ ਕੋਲ ਜਿੰਨੀ ਮਰਜ਼ੀ ਸੀਲਿੰਗ ਦੀ ਜ਼ਮੀਨ ਹੋਵੇ, ਇਹਨਾਂ ਦੇ ਉੱਤੇ ਮੁਕੱਦਮਾ ਨਹੀਂ ਲੱਗੇਗਾ। ਔਰ ਸਿੱਖ ਕੋਲ ਥੋੜੀ ਜਿਹੀ ਜ਼ਮੀਨ ਅਗਰ ਵੱਧ ਹੋ ਜਾਏ ਤਾਂ 1 ਮਿੰਟ 'ਚ ਮੁਕੱਦਮਾ ਲੱਗ ਜਾਏਗਾ। ਹਰਜਿੰਦਰ ਜੀ, ਤੁਹਾਡੀਆਂ ਗੱਲਾਂ ਤੋਂ ਬਹੁਤ ਚੀਜ਼ਾਂ ਜਾਣਨ ਨੂੰ ਮਿਲੀਆਂ, ਬਹੁਤ ਵੇਰਵਾ ਮਿਲਿਆ ਵੀ ਉਸ ਸਮੇਂ ਕਿਵੇਂ ਦਹਿਸ਼ਤ ਦਾ ਮਾਹੌਲ ਸੀ, ਔਰ ਖਾਸ ਤੌਰ ਤੇ ਉਹ ਸੂਬੇ ਦੇ ਵਿੱਚ ਜਿੱਥੇ ਸਿੱਖ ਮਾਈਨੋਰਿਟੀ ਸੂਬਾ ਆ, ਯੂਪੀ, ਜੀ ਜਿੱਥੇ ਇੱਕ ਕ੍ਰਾਈਮ ਰੇਟ ਵੀ ਬਹੁਤ ਜ਼ਿਆਦਾ ਹੈ, ਔਰ ਕਿਵੇਂ ਉੱਥੇ ਸਿੱਖਾਂ ਦੇ ਵਿੱਚ ਇੱਕ ਉਹ ਡਰ ਦੀ ਭਾਵਨਾ ਔਰ ਬੇਦੋਸ਼ੀ ਇਨੋਸੈਂਟ ਲੋਕਾਂ ਤੇ ਪੁਲਿਸ ਨੇ ਆਪਣੀ ਜਿੰਨੀ ਬਣਦੀ ਸੀ ਵਾਹ ਚਲਾਈ ਔਰ ਖਾਕੀ ਵਰਦੀ ਨੂੰ ਕਲੰਕਿਤ ਕੀਤਾ। ਜੀ ਮੈਂ ਜਾਨਣਾ ਚਾਹਾਂਗੀ ਕਿ ਹੁਣ ਤੁਸੀਂ ਐਂਡ ਦੇ ਵਿੱਚ ਲੋਕਾਂ ਦੇ ਲਈ ਕੀ ਕਹਿਣਾ ਚਾਹੋਗੇ ਤੁਹਾਡੇ ਵੱਲੋਂ, ਕਿਉਂਕਿ ਮੈਂ ਚਾਹੁੰਦੀ ਕਿ ਤੁਸੀਂ ਇਹਨੂੰ ਵਾਈਡਰ ਕੰਟੈਕਸਟ ਦੇ ਵਿੱਚ ਦੇਖੋ। ਇਹ ਪੀਲੀ ਭੀਤ ਦਾ ਹੋ ਗਿਆ, ਤੁਸੀਂ ਤੁਹਾਡੇ ਉਦਮ ਦੇ ਲਈ, ਤੁਹਾਡੇ ਉਪਰਾਲੇ ਦੇ ਲਈ ਤੁਹਾਡਾ ਸ਼ੁਕਰੀਆ, ਪਰ ਬੰਦੀ ਸਿੰਘਾਂ ਦਾ ਵੀ ਇੱਕ ਮਸਲਾ ਬਹੁਤ ਵੱਡਾ ਔਰ ਉਹਦੇ ਤੇ ਵੀ ਰਾਜਨੀਤੀ ਲਗਾਤਾਰ ਖੇਡੀ ਜਾ ਰਹੀ ਹੈ। ਕੀ ਕਹਿਣਾ ਚਾਹੋਗੇ ਤੁਸੀਂ ਗੱਲ ਨੂੰ ਅੱਜ ਦੀ ਸਮਾਪਤ ਕਰਨ ਲਈ ਸਰ? ਇਹ ਮੇਰਾ ਖਿਆਲ ਹੈ ਕਿ ਆਪਾਂ ਨੂੰ ਪਹਿਲਾਂ ਜਿਹੜੇ ਘੱਟ ਗਿਣਤੀ ਆ, ਹੁਣ ਆਪਾਂ ਘੱਟ ਗਿਣਤੀ ਹਰ ਜਗ੍ਹਾ ਹੋ ਗਏ ਆ। ਇਹ ਸਾਰੇ ਜਿੰਨੇ ਵੀ ਵੱਡੇ ਲੀਡਰ ਨੇ, ਭਾਵੇਂ ਕਿਸੇ ਵੀ ਪਾਰਟੀ ਦੇ ਹੋਣ ਜਾਂ ਸਮਾਜਿਕ ਕਾਰਕੁਨ ਨੇ ਜਾਂ ਵੱਡੇ ਐਡਵੋਕੇਟ ਨੇ, ਸਾਰਿਆਂ ਨੂੰ ਇੱਕੋ ਪਲੇਟਫਾਰਮ ਤੇ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਆ। ਨਹੀਂ ਤਾਂ ਲੜਨੀ ਪਏਗੀ। ਅਗਰ ਅਸੀਂ ਨਹੀਂ ਲੜਾਂਗੇ ਇਹ ਸਾਨੂੰ ਇਹ ਆਉਣ ਵਾਲੇ ਟਾਈਮ ਤੇ ਜੇਲ੍ਹਾਂ 'ਚ ਭੇਜ ਦੇਣਗੇ, ਖਤਮ ਕਰ ਦੇਣਗੇ, ਔਰ ਸਾਡੀ ਸੁਣਵਾਈ ਆਉਣ ਵਾਲੇ ਟਾਈਮ ਤੇ ਬਿਲਕੁਲ ਬੰਦ ਹੋ ਜਾਏਗੀ। ਔਰ ਇਹ ਕਰ ਰਹੇ ਨੇ, ਜਿੱਦਾਂ ਹੁਣ ਸਾਡੇ ਕਿਸੇ ਵੀ, ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਨੌਕਰੀ ਮਿਲਦੀ ਹੋਵੇ ਕਿਸੇ ਬੱਚੇ ਨੂੰ, ਸਰਕਾਰੀ ਨੌਕਰੀ ਜੋਬ ਕਿਸੇ ਨੂੰ ਨਹੀਂ ਮਿਲਦੀ। ਸਾਰੇ ਬੱਚੇ ਸਭ ਬਾਹਰ ਜਾਈ ਜਾ ਰਹੇ ਨੇ। ਜਦੋਂ ਬੱਚੇ ਸਾਰੇ ਬਾਹਰ ਚਲੇ ਗਏ, ਹੁਣ ਕੋਈ ਆਪਣੇ ਬੱਚੇ ਨੂੰ ਰੱਖਣ ਨੂੰ ਤਿਆਰ ਨਹੀਂ ਕਿ ਕਦੋਂ ਇਹਨਾਂ ਨੇ ਮੁਕੱਦਮਾ ਪਾ ਦੇਣਾ, ਕਦੋਂ ਕਿਸੇ ਦੇ ਉੱਤੇ ਕੇਸ ਲੱਦ ਦੇਣਾ, ਕਦੋਂ ਕੀ ਕਰ ਦੇਣਾ ਵਾ। ਤੇ ਆਉਣ ਵਾਲੇ ਟਾਈਮ ਤੇ ਬਿਲਕੁਲ ਇਹ ਸਿੱਖ ਵਹੀ ਨਹੀਂ ਹੋ ਜਾਏਗਾ ਨਾ, ਸਿੱਖ ਤੇ ਰਹੇਗਾ ਹੀ ਨਹੀਂ ਨਾ ਇੰਡੀਆ ਸੂਬੇ 'ਚ। ਇਸ ਕਰਕੇ ਆਪਣੇ ਆਪ ਨੂੰ ਬਚਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬੰਦੀ ਸਿੱਖਾਂ ਦੀ ਰਿਹਾਈ ਆ। ਸਾਰੇ ਜਿੱਦਾਂ ਆਪਾਂ ਇੱਥੇ ਲਾਇਆ ਹੈਗਾ ਮੋਰਚਾ, ਕਿਸਾਨਾਂ ਵਾਲਾ ਮੋਰਚਾ ਜਿੱਦਾਂ ਲਾਇਆ ਵਾ, ਇਸੇ ਤਰੀਕੇ ਦੇ ਨਾਲ ਬਹੁਤ ਵੱਡੇ ਪੱਧਰ ਤੇ ਇੱਕ ਮੋਰਚਾ ਲਾ ਕੇ ਸਾਰੇ ਜਿੰਨੇ ਵੀ ਦਲ ਨੇ, ਇਹਨੂੰ ਦਲ ਤੋਂ ਉੱਠ ਕੇ ਜਿੰਨੇ ਵੀ ਦਲ ਨੇ, ਜਾਂ ਚੰਗੇ ਕਾਰਕੁਨ ਨੇ, ਚੰਗੇ ਐਡਵੋਕੇਟ ਵਕੀਲ ਨੇ, ਜਿੱਦਾਂ ਕਈ ਵੱਡੀਆਂ ਹਸਤੀਆਂ ਨੇ, ਜਿਹੜੇ ਬੈਂਸ ਸਾਹਿਬ ਵਰਗੇ ਲੋਕ ਨੇ, RS ਬੈਂਸ ਸਾਹਿਬ ਵਰਗੇ ਲੋਕ, ਜਸਟਿਸ RS ਸੋਢੀ ਸਾਹਿਬ ਵਰਗੇ ਨੇ, ਫੋਲਕਾ ਸਾਹਿਬ ਨੇ, ਇੱਦਾਂ ਸਾਰੇ ਲੋਕਾਂ ਨੂੰ ਮਿਲ ਕੇ, ਔਰ ਪੋਲੀਟੀਕਲ ਲੋਕਾਂ ਨੂੰ ਸਾਰਿਆਂ ਨੂੰ ਮਿਲ ਕੇ, ਔਰ ਆਪਾਂ ਨੂੰ ਇੱਕ ਬਹੁਤ ਵੱਡਾ ਸਰਕਾਰ ਦੇ ਖਿਲਾਫ ਇਹਦੇ ਤੇ ਲੜਾਈ ਲੜਨੀ ਪਏਗੀ, ਹਰ ਪੱਧਰ ਤੇ ਲੜਨੀ ਪਏਗੀ। ਚਾਹੇ ਸੁਪਰੀਮ ਕੋਰਟ ਵੀ ਜਾਈਏ, ਔਰ ਸਟੇਟ ਲੈਵਲ ਤੇ ਵੀ ਔਰ ਸੈਂਟਰਲ ਲੈਵਲ ਤੇ ਵੀ, ਉਹ ਸਾਰਿਆਂ ਨੂੰ ਹੁਣ ਇਕੱਠੇ ਹੋਣਾ ਪਏਗਾ। ਅਗਰ ਇਕੱਠੇ ਨਹੀਂ ਹੋਵਾਂਗੇ ਤਾਂ ਆਉਣ ਵਾਲੇ ਟਾਈਮ ਤੇ ਅਸੀਂ ਖਤਮ ਹੋ ਜਾਵਾਂਗੇ। ਹਰਜਿੰਦਰ ਸਿੰਘ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਔਰ ਐਡੀ ਜਾਣਕਾਰੀ ਸਾਨੂੰ ਦਿੱਤੀ, ਉਹਦੇ ਲਈ ਤੁਹਾਡਾ ਧੰਨਵਾਦ। ਔਰ ਅੱਗੇ ਵੀ ਆਪਾਂ ਇਸ ਗੱਲ ਨੂੰ ਜਾਰੀ ਰੱਖਾਂਗੇ ਕਿ ਜੋ ਤੁਹਾਡੀ ਅੱਗੇ ਸੁਪਰੀਮ ਕੋਰਟ ਨੂੰ ਜਾਂਦਿਆਂ ਜੋ ਕਾਰਵਾਈ ਹੈ ਉਹਦੀ ਅਪਡੇਟ ਤੁਹਾਡੇ ਤੋਂ ਲੈਂਦੇ ਰਵਾਂਗੇ। ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।